को चार, कमन सृष्टि को पृष्ठ है, कहो सकल विस्तार। कमन रिष्ट को पुष्ट है। कमन रिष्ट को पुष्ट है। को पुष्ट है। रिष्ट कौन है, पुष्ट कौन है। रिष्ट मतलब रज्या है कौन है, जिन्होंने ਅਸੀਂ कह दीए रज्या होया रिष्ट पुष्ट। हाँ, संसार च रज्या होया कहते ने मायाधारी नूं, ਵੀ ਉਹ ਤਾਂ ਵੀ ਰੱਜਿਆ ਹੋਇਆ, ਬਹੁਤੀ ਮਾਇਆ ਉਹਦੇ ਕੋਲ, ਕੋਈ ਘਾਟਾ ਨਹੀਂ ਹੈ। ਤੇ ਭਗਤੀ ਦੀ ਦੁਨੀਆ ਦੇ ਵਿੱਚ ਇਹ ਤਾਂ ਉਹਨੇ ਸੰਸਾਰੀਆਂ ਦੀ ਗੱਲ, ਭਗਤਾਂ ਦੀ ਦੁਨੀਆ ਵਿੱਚ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਰਜਿਆ ਹੋਇਆ ਉਹ ਹੈ ਜਿਹਨੂੰ ਮਾਇਆ ਦੀ ਭੁੱਖ ਹੈ ਨਹੀਂ। ਬਹੁਤੀ ਮਾਇਆ ਵਾਲਾ ਨਹੀਂ ਰਜਿਆ ਹੁੰਦਾ। ਬਹੁਤੀ ਮਾਇਆ ਵਾਲੇ ਅੰਦਰ ਬਹੁਤੀ ਭੁੱਖ ਹੁੰਦੀ ਹੈ। ਜਿੰਨਾ ਬੜਾ ਹੋ ਜਾਂਦਾ ਬੱਚਾ ਉਨੀ ਉਹਦੀ ਖੁਰਾਕ ਵੱਧ ਜਾਂਦੀ ਹੈ। ਛੋਟੇ ਦੀ ਖੁਰਾਕ ਥੋੜੀ ਹੁੰਦੀ ਹੈ, ਵੱਡਾ ਵੱਧ ਜਾਂਦਾ। ਜਿਵੇਂ ਆਦਮੀ ਵੱਧ ਜਾਂਦਾ ਉਹਦੀਆਂ ਲੋੜਾਂ ਵੱਧ ਜਾਂਦੀਆਂ। ਮਾਇਆ ਵੀ ਜ਼ਿਆਦਾ ਚਾਹੀਦੀ ਉਹਨੂੰ, ਇਸ ਕਰਕੇ ਰਜਦਾ ਨਹੀਂ। ਮਾਇਆ ਨਾ ਕੋਈ ਰਜ ਜਾਵੇ ਹੋ ਹੀ ਨਹੀਂ ਸਕਦਾ। ਕਮਨ ਰਿਸ਼ਟ ਕੋ ਪੁਸ਼ਟ ਹੈ, ਇਸੇ ਕਰਕੇ ਕਿ ਸੰਸਾਰੀ ਦ੍ਰਿਸ਼ਟੀਕੋਣ ਤੋਂ ਜਵਾਬ ਹੋਰ ਹੋਣਗੇ। ਸਵਾਲ ਤਾਂ ਕੋਈ ਵੀ ਔਖਾ ਨਹੀਂ, ਪਰ ਦ੍ਰਿਸ਼ਟੀਕੋਣ ਸੰਸਾਰੀ ਹੈ ਲੋਕਾਂ ਦਾ ਤੇ ਨਿਰਾਕਾਰੀ ਹੈ ਦ੍ਰਿਸ਼ਟੀਕੋਣ, ਦੋਹਾਂ ਦੇ ਵਿੱਚ ਫਰਕ ਦੀ ਗੱਲ ਹੈ। ਗੁਰਮਤਿ ਦੀ ਦ੍ਰਿਸ਼ਟੀ ਤੋਂ ਕੋ ਰਜਿਆ ਹੋਇਆ ਕੌਣ, ਜਿਹੜਾ ਆਨੰਦ ਹੈ। ਪੱਲੇ ਤੇ ਲਾਉ ਨਹੀਂ ਜਾਏ, ਪੱਲੇ ਉਹਦੇ ਮਾਇਆ ਸੰਸਾਰ ਦੀ ਨਹੀਂ ਰੌਲਾ। ਭੁੱਖ ਨਹੀਂ ਹੈ ਅੰਦਰ। ਜੇ ਮਾਇਆ ਦੀ ਭੁੱਖ ਨਹੀਂ ਨਾ ਹੈ, ਭੁੱਖ ਤਾਂ ਹੈ ਨਹੀਂ, ਲੋੜ ਵੀ ਹੈ ਨਹੀਂ ਮਾਇਆ ਦੀ। ਭੁੱਖ ਤਾਂ ਇੱਕ ਪਾਸੇ ਨਹੀਂ, ਲੋੜ ਵੀ ਹੈ ਨਹੀਂ। ਲੋੜ ਵੀ ਸੰਤੋਖ ਹੈ। ਲੋੜ ਲੱਗਦੀ ਹੈ ਮਰਦਾਨੇ ਨੂੰ, ਭੁੱਖ ਲੱਗਦੀ ਹੈ, ਲੋੜ ਲੱਗਦੀ ਹੈ। ਲੋੜ ਹੀ ਹੁੰਦੀ ਸੀ ਭੁੱਖ, ਜਿਹਨੂੰ ਆਪਾਂ ਕਹਿੰਦੇ। ਨਾਨ ਕਰੋ ਉਹ ਵੀ ਨਹੀਂ ਲੱਗਦੀ, ਉਹ ਵੀ ਬਰਦਾਸ਼ਤ ਕਰਦਾ। ਕੋਈ ਲਾਇਆ ਆ ਗਈ ਤਾਂ ਸ਼ਕਲ ਹੀ ਨਹੀਂ ਲੋ ਸੀ। ਲੋੜ ਤੇ ਵੀ ਕਾਬੂ ਹੈ। ਭੁੱਖ ਤਾਂ ਇੱਕ ਪਾਸੇ ਨਹੀਂ, ਲੋੜ ਤੇ ਵੀ ਕਾਬੂ ਹੈ। ਜਾਂ ਲੋੜ ਤੇ ਕਾਬੂ ਹੈ ਫਿਰ ਸੰਤੋਖ ਹੈ। ਜਾਂ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੈ। ਜੇ ਕੱਲੀ ਭੁੱਖ ਤੇ ਕਾਬੂ ਹੈ ਫਿਰ ਕੱਲਾ ਸੰਤੋਖ ਹੈ ਸਿਰਫ। ਜਾਂ ਲੋੜ ਤੇ ਵੀ ਕਾਬੂ ਹੈ ਫਿਰ ਸਤ ਸੰਤੋਖ। ਸੰਤੋਖ ਔਰ ਸਤ ਸੰਤੋਖ ਦੇ ਵਿੱਚ ਫਰਕ ਹੈ। ਲੋੜ ਵੀ ਹੈ, ਕੋਈ ਗੱਲ ਨਹੀਂ। ਦਰਖਤ ਨੇ ਖੜੇ ਨੇ, ਲੋੜ ਹੁੰਦੀ ਹੈ, ਪੱਤੇ ਮੁਰਝਾ ਜਾਂਦੇ ਨੇ ਫਸਲਾਂ ਦੇ, ਕਾਬੂ ਹੈ। ਖੜੇ ਨੇ, ਦਊਗਾ ਆਪੇ ਦਊਗਾ। ਸੁਕਾ ਦੇਵੇ ਜਾਏ ਵੀ ਪਾ ਦੇਵੇ, ਲੋੜ ਤੇ ਵੀ ਕਾਬੂ ਹੈ। ਹਾਂਜੀ, ਕਮਨ ਰਿਸ਼ਟ ਕੋ ਪੁਸ਼ਟ ਹੈ। ਇਸ ਕਰਕੇ ਕਿਹਾ ਰੁੱਖਾਂ ਦੀ ਜਰਾਂਦ। ਖੜੇ ਨੇ ਰੁੱਖ, ਸੁੱਕ ਜਾਣ ਚਾਹੇ ਓਡੇ, ਉਹ ਨਹੀਂ ਜਾ ਸਕਦੇ ਕਿਤੇ। ਜਿਹੜਾ ਸਤ ਸੰਤੋਖ ਦੇ ਨਾਲ ਮਨ ਐ ਵੱਜਾ ਹੁੰਦਾ ਜਿਵੇਂ ਰੁੱਖ ਵੱਜਾ ਹੁੰਦਾ ਜ਼ਮੀਨ ਨਾਲ। ਮਨ ਏਦਾਂ ਵੱਜਾ ਹੁੰਦਾ ਜਿਵੇਂ ਰੁੱਖ ਜ਼ਮੀਨ ਨਾਲ ਵੱਜਾ ਹੁੰਦਾ, ਹਿੱਲੇ ਨਹੀਂ ਸਕਦਾ। ਗਿਆਨ ਕਾ ਵੱਧਾ कमन रिष्ट को पुष्ट है, कहाँ सृष्टि को चार। कहा सृष्टि को चार। सृष्टि ਦਾ ਜਿਹੜਾ ਹੈ, ਸ੍ਰਿਸ਼ਟੀ ਦੇ ਵਿੱਚ ਆਚਰਣ ਕੀ ਹੋਣਾ ਚਾਹੀਦਾ ਸਾਡਾ, ਜਿਹੜਾ ਸ੍ਰਿਸ਼ਟੀ ਵਿੱਚ ਆ ਕੇ ਕਰਨਾ ਕੀ ਹੈ। ਅਸੀਂ ਜਿਹੜੇ ਸਾਡਾ ਸ੍ਰਿਸ਼ਟੀ 'ਚ ਕੀ ਕਰਨਾ ਹੈ, ਆਚਾਰ ਕੀ ਹੈ, ਆਚਰਣ ਕੀ ਹੋਣਾ ਚਾਹੀਦਾ। ਚਾਰ ਦਾ ਮਤਲਬ ਆਚਰਣ ਹੁੰਦਾ ਸਾਡਾ। ਕੀ ਕਰਨਾ ਅਸੀਂ ਸ੍ਰਿਸ਼ਟੀ 'ਚ ਆ ਕੇ, ਸਮਝੇ ਨਹੀਂ। ਕੀ ਕੰਮ ਹੈ ਸਾਡਾ ਸ੍ਰਿਸ਼ਟੀ ਆਉਣ ਦੇ, ਕੀ ਕਾਰਨ ਹੈ ਸਾਡਾ। ਜਿਵੇਂ ਹੈ ਨਾ ਪੁਰਾਣੀ ਤੋਂ ਆਇਓ ਲਾਹ ਲੈਣ, ਜਵਾਬ ਹੈ ਇਸ ਗੱਲ ਦਾ। ਲਾਹ ਨਹੀਂ ਲੈ ਰਿਹਾ, ਲੱਗਿਆ ਹੋ ਕਿਤੇ ਕੋ ਪਕੜੇ। ਕੁਫਰ ਦੇ ਝੂਠੇ ਕੰਮਾਂ 'ਚ ਲੱਗਿਆ ਹੈ। ਕੋ ਪਕੜੇ ਹੁੰਦਾ ਝੂਠੇ ਕੰਮਾਂ 'ਚ, ਕੁਫਰ ਹੁੰਦਾ ਝੂਠ। ਕੋ ਪਕੜੇ ਫਜ਼ੂਲ ਕੰਮਾਂ 'ਚ ਲੱਗਿਆ ਹੈ, ਜਿਹੜੇ ਤੇਰੇ ਕਿਸੇ ਕੰਮ ਨਹੀਂ। ਝੂਠੀ ਮਾਇਆ ਪਿੱਛੇ ਲੱਗਿਆ ਹੈ। ਸਭ ਮੁੱਕਦੀ ਚੱਲੀ ਰਹਿਣ, ਜ਼ਿੰਦਗੀ ਚੱਲੀ ਜਾ ਰਹੀ ਹੈ।
ਇਹ ਦੱਸਿਆ ਸ੍ਰਿਸ਼ਟੀ ਕੀ ਕਰਨਾ ਹੈ, ਇਹਦਾ ਜਵਾਬ ਹੈ ਉੱਥੇ। ਐਵੇਂ ਸਾਰੇ ਜਵਾਬ ਹੈਗੇ ਸਾਡੇ ਕੋਲ, ਪਰ ਜਿਹਨੇ ਸਮਝੀ ਹੋਈ ਹੈ ਬਾਣੀ ਉਹ ਜਵਾਬ ਦੇ ਦੂ, ਨਹੀਂ ਤਾਂ ਨਹੀਂ ਦਿੰਦਾ। कामन सृष्टि को पृष्ठ है, कहो सकल विस्तार। कामन त्रिष्ट को कामन सृष्टि को पृष्ठ है, सृष्टि को पृष्ठ है। अच्छा, कहो सकल विस्तार। सृष्टि ਦੇ ਵਿੱਚ ਭ੍ਰਿਸ਼ਟ ਕੌਣ ਹੈ? ਸ੍ਰਿਸ਼ਟੀ ਨੂੰ ਭ੍ਰਿਸ਼ਟ ਕਰਨ ਵਾਲਾ ਜਿਹੜੇ ਨੇ ਨਾ, ਸ੍ਰਿਸ਼ਟੀ को ਭ੍ਰਿਸ਼ਟ ਕਰਨ ਵਾਲੇ ਕੌਣ ਨੇ? ਸ੍ਰਿਸ਼ਟੀ ਭ੍ਰਿਸ਼ਟ ਕਿਉਂ ਹੋ ਜਾਂਦੀ ਹੈ? कहो सकल विस्तार। ਸ੍ਰਿਸ਼ਟੀ ਭ੍ਰਿਸ਼ਟ ਹੋ ਜਾਂਦੀ ਹੈ ਨਾ। ਭ੍ਰਿਸ਼ਟ ਰਾਜਾ ਹੋਵੇ ਤਾਂ ਪ੍ਰਜਾ ਭ੍ਰਿਸ਼ਟ ਹੋ ਜਾਂਦੀ ਹੈ। ਯਥਾ ਪ੍ਰਜਾ ਰਾਜਾ ਤਥਾ ਪ੍ਰਜਾ। ਕਹੋ ਸਗਲ ਵਿਸਤਾਰ, ਸਾਰਾ ਵਿਸਤਾਰ ਨਾਲੇ ਗੱਲ ਦੱਸੋ, ਮੈਨੂੰ ਸਮਝਾਓ। दोहरा। कहा भर्म को कर्म है, कहा भर्म को नाश। ਕਹਾ ਭਰਮ ਕੋ ਕਰਮ ਹੈ, कहा भर्म को नाश। ਉਹ ਕਿਹੜਾ ਕੰਮ ਹੈ ਜਿਹਦੇ ਨਾਲ ਭਰਮ ਵੱਧਦਾ? ਐਸੇ ਕਰਮ ਕੈਸੇ ਕਿਹੜੇ ਨੇ ਜਿਨ੍ਹਾਂ ਨਾਲ ਭਰਮ ਵੱਧਦਾ? ਕਹਾ ਭਰਮ ਕੋ ਨਾਸ। ਔਰ ਭਰਮ ਦਾ ਨਾਸ ਫਿਰ ਕਿੱਥੇ ਜਾ ਕੇ ਹੁੰਦਾ? ਜੇ ਹਰ ਕੰਮ ਕਰਨ ਨਾਲ ਭਰਮ, ਦੇਖੋ ਕਰਮ ਕੋ ਭਰਮ ਹੈ, कहा कर्म को भर्म है। ਕਰਮ ਦੇ ਨਾਲ ਭਰਮੇ ਲੱਗਿਆ ਹੋਇਆ। ਕਰਮ ਭਰਮ ਤੋਂ ਹੀ ਪੈਦਾ ਹੁੰਦਾ। ਕਰਮ ਕੀ ਹੈ? ਕਰਮ ਖਿਆਲ ਹੈ ਨਾ, ਖਿਆਲ ਹੈ ਕਰਮ। ਆ ਐ ਕਰ ਲਈਏ ਐ ਹੋ ਜੂ। ਕਹਾ ਭਰਮ ਕੋ ਨਾਸ। ਔਰ ਭਰਮ ਦਾ ਨਾਸ ਕਿੱਥੇ ਜਾ ਕੇ ਹੁੰਦਾ? ਭਰਮ ਦਾ ਨਾਸ ਕਿਵੇਂ ਹੁੰਦਾ? ਭਰਮ ਕਿਵੇਂ ਭਰਮ ਪੈਦਾ ਹੁੰਦਾ, ਕਿਵੇਂ ਭਰਮ ਦਾ ਨਾਸ ਹੁੰਦਾ? ਮਤਲਬ ਇਹ ਹੈ। कहा चित्तन की चेष्टा, कहा अचेत प्रकाश। ਚਿੱਤਨ ਕੀ ਚੇਸ਼ਟਾ, ਚਿੱਤਾਂ ਦੇ ਵਿੱਚ ਚੇਸ਼ਟਾ ਜਿਹੜੀ ਪੈਦਾ ਹੁੰਦੀ ਹੈ, ਚਿੱਤਾਂ ਦੇ ਵਿੱਚ ਜਿਹੜਾ ਮਾਇਆ ਦੇ ਰਸਾਂ ਕੋਸਾਂ ਦੀ ਜਿਹੜੀ ਇੱਛਾ ਪੈਦਾ ਹੁੰਦੀ ਹੈ, ਚੇਸ਼ਟਾ ਇੱਛਾ ਹੀ ਹੈ। ਚਿੱਤਾਂ ਦੀ ਇੱਛਾ ਕੀ ਚੀਜ਼ ਹੈ? ਕੀ ਚੀਜ਼ ਹੈ ਇੱਛਾ ਹੈ? ਚਿੱਤਨ ਕੀ ਚੇਸ਼ਟਾ ਕੀ ਹੈ? कहा अचेत प्रकाश। ਔਰ ਕਿੱਥੇ ਜਾ ਕੇ ਅਚੇਤ ਹੋ ਜਾਂਦਾ ਹੈ? ਪ੍ਰਕਾਸ਼ ਰਹਿ ਜਾਂਦਾ, ਜਾਂ ਅਚੇਤ ਹੈ ਫਿਰ ਪ੍ਰਕਾਸ਼ ਰਹਿ ਜਾਂਦਾ। ਅਚੇਤ ਪ੍ਰਕਾਸ਼ ਕੀ ਹੈ? ਸੁਰਨ ਸਮਾਦ। ਅਚੇਤ ਪ੍ਰਕਾਸ਼ ਹੈ ਸੁਰਨ ਸਮਾਦ। ਅਚੇਤ ਪ੍ਰਕਾਸ਼ ਜਦੋਂ ਨਿਊਟਰਲ ਹੋ ਜਾਂਦਾ ਘੇਰ ਇਹਦਾ, ਮਨ ਮਰ ਜਾਂਦਾ ਹੈ ਕਹਿ ਲੋ, ਉਹ ਅਚੇਤ ਪ੍ਰਕਾਸ਼ ਹੈ। ਚੇਤ ਦਾ ਕੁਝ ਨਹੀਂ ਫਿਰ ਹੈ, ਚੇਤ ਦਾ ਨਹੀਂ ਕੁਝ ਵੀ, ਸਟਿਲ ਹੈ, ਖੜਾ ਹੈ। ਫਿਰ ਪਹੁੰਚ ਗਿਆ, ਖੜਾ ਹੈ ਉੱਥੇ। ਜਿੱਥੇ ਜਾ ਕੇ ਸਮੁੰਦਰ 'ਚ ਪਾਣੀ ਮਿਲ ਜਾਂਦਾ ਨਾ, ਦਰਿਆ, ਉੱਥੇ ਦਰਿਆ ਫਿਰ ਚੱਲਦਾ ਨਹੀਂ ਹੁੰਦਾ। ਚੱਲਦਾ ਉੱਥੇ ਤੱਕ ਹੈ ਜਿੱਥੇ ਤੱਕ ਉਹ ਮਤਲਬ ਹੈ ਉਹਦੇ 'ਚ ਕਮੀ ਹੈ। ਉਹ ਉੱਚਾ ਤੇ ਦੂਜਾ ਪਾਣੀ ਦੀ ਮਿਲ। ਜਿੰਨਾ ਚਿਰ ਹੰਕਾਰ ਬਾਕੀ ਬਚਿਆ ਹੋਇਆ ਉਹਨਾਂ ਚਿਰ ਚੱਲਦਾ ਮਨ ਹੋ ਜਾ, ਹੰਕਾਰ ਨਹੀਂ ਰਹਿੰਦਾ ਨਾ ਬਰਾਬਰ ਹੋ ਜਾਂਦਾ, ਫਿਰ ਨਹੀਂ ਚੱਲਦਾ। ਸਮੁੰਦਰ ਨੀਵਾਂ ਹੁੰਦਾ ਹੈ, ਦਰਿਆ ਤਾਂ ਚੱਲਦਾ, ਪਾਣੀ ਤਾਂ ਵਗਦਾ। ਆਪਣੇ ਮੂਲ ਨਾਲ ਮਨ ਉੱਚਾ ਹੁੰਦਾ ਤਾਂ ਚੱਲਦਾ। ਜਦ ਮੂਲ ਦੇ ਸਭ ਬਰਾਬਰ ਆ ਜਾਂਦਾ ਨਾ, ਸਭ ਆ ਜਾਂਦਾ, ਸਭ ਬਰਾਬਰ ਨੂੰ ਕਹਿੰਦੇ ਨੇ। ਸਭ ਸਮਝ ਗਿਆ ਹੁਣ ਕੀ ਹੁੰਦਾ? ਬਰਾਬਰ ਹੁੰਦਾ। ਜਦ ਦੋਏ ਲੈਵਲ ਬਰਾਬਰ ਹੋ ਗਏ ਪਾਣੀ ਦੇ, ਫਿਰ ਪਾਣੀ ਰੁਕ ਜਾਂਦਾ। ਜਿੰਨਾ ਚਿਰ ਮਨ ਉੱਚਾ ਹੈ, ਦਿਮਾਗ 'ਚ ਹੈ, ਉਹਨਾਂ ਚਿਰ ਰੁਕ ਨਹੀਂ ਸਕਦਾ। ਉੱਚਾ ਨਾ ਹਾਰਟ ਥੱਲੇ ਨਹੀਂ ਮੈਂ ਜਾ ਕੇ ਹਾਰਟ 'ਚ ਰੁਕ ਜਾਂਦਾ ਜਾਂ ਸਮਾ ਜਾਂਦਾ, ਫਿਰ ਨੀਂਦ ਆ ਜਾਂਦੀ, ਫਿਰ ਸੌਂ ਜਾਂਦੇ ਆਪਾਂ। ਉਦੋਂ ਅਚੇਤ ਅਵਸਥਾ ਹੈ, ਅਚੇਤ अचेत प्रकाश। ਹਾਂ ਅਚੇਤ ਪ੍ਰਕਾਸ਼ ਉਦੋਂ ਜਾਂ ਸੌਂ ਜਾਂਦੇ ਆ। ਪਰ ਹੁਣ ਜਿਹੜਾ ਅਚੇਤ ਪ੍ਰਕਾਸ਼ ਆ, ਹੁਣ ਉਹਦਾ ਸਾਨੂੰ ਗਿਆਨ ਨਹੀਂ। ਜਾਂ ਜਾਗ ਪੈਣਾ ਫਿਰ ਉਹ ਅਚੇਤ ਪ੍ਰਕਾਸ਼ ਦਾ ਗਿਆਨ ਹੁੰਦਾ। ਅਚੇਤ ਪ੍ਰਕਾਸ਼ ਤਾਂ ਹੁਣ ਵੀ ਹੁੰਦਾ, ਹੁਣ ਅਗਿਆਨਤਾ 'ਚ ਹੁੰਦਾ, ਸਾਨੂੰ ਦੀਦਾ ਨਹੀਂ, ਮਹਿਸੂਸ ਨਹੀਂ ਹੁੰਦਾ, ਫਿਰ ਦੀਦਾ ਹੁੰਦਾ।
ਕਿਉਂ? ਹਾਂਜੀ। ਕਹਾ ਨੇਮ ਸੰਜਮ ਕਹਾ ਗਿਆਨ ਅਗਿਆਨ। ਨੇਮ ਕਿਹਨੂੰ ਕਹਿੰਦੇ ਨੇ? ਸੰਜਮ ਕੀ ਹੁੰਦਾ? ਕਹਾ ਨੇਮ ਕੀ ਹੁੰਦਾ? ਨੇਮ ਸੰਜਮ ਕੀ ਚੀਜ਼ ਹੈ? ਸੰਜਮ ਨੇਮ ਸੁਣੇ ਹੋਏ ਨੇ। ਕੀ ਹੁੰਦਾ ਇਹ ਸਵਾਲ? ਇਹ ਜੇ ਇਹ ਨਾ ਸਮਝੀਏ ਕੀ ਹੈ ਫਿਰ ਅਰਥ ਕੀ ਹੋਏ? ਬਸ ਇਹੀ ਨੇਮ ਸੰਜਮ ਲਫ਼ਜ਼ ਉਵੇਂ ਉਹੇ ਜਿਹੇ ਰੱਖ ਕੇ ਟੀਕੇ ਕਰਕੇ ਪੈਣੇ ਵਾਲਿਆਂ ਦੇ ਪੱਲੇ ਫਿਰ ਕੀ ਪੈਣਾ? ਨੇਮ ਦਾ ਹੀ ਨਹੀਂ ਪਤਾ ਨੇਮ ਹੁੰਦਾ ਕੀ ਹੈ। ਧਰਮ ਦਾ ਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ। ਨਾਮ ਦਾ ਹੀ ਨਹੀਂ ਪਤਾ ਨਾਮ ਹੁੰਦਾ ਕੀ ਹੈ। ਤਪ ਦਾ ਹੀ ਨਹੀਂ ਪਤਾ ਤਪ ਹੁੰਦਾ ਕੀ ਹੈ। ਜਪ ਦਾ ਹੀ ਨਹੀਂ ਪਤਾ ਜਪ ਹੁੰਦਾ ਕੀ ਹੈ। ਤੇ ਮੈਂ ਸਮਝ ਕੇ ਆਊ ਕੁਛ ਵੀ ਨਹੀਂ। ਇਹ ਤਾਂ ਨੇ ਸਵਾਲ। ਕਹਾ ਗਿਆਨ ਅਗਿਆਨ। ਕਹਾ ਗਿਆਨ ਅਗਿਆਨ। ਗਿਆਨ ਔਰ ਅਗਿਆਨ ਦਾ ਨਹੀਂ ਪਤਾ ਕੀ ਹੁੰਦਾ। ਕਿੱਥੇ ਗਿਆਨ ਹੈ ਕਿੱਥੇ ਅਗਿਆਨ ਹੈ। ਇਹਨਾਂ ਸਾਰੇ ਸਵਾਲਾਂ ਦਾ ਜਿੰਨਾ ਚਿਰ ਕਲੀਅਰ ਜਵਾਬ ਨਹੀਂ ਨਾ ਹੈ ਕਿਸੇ ਕੋਲ, ਉਹਨਾਂ 'ਚ ਸਿੱਖੀ ਦਾ ਮਾਰਗ ਹੀ ਨਹੀਂ ਉਹਨੂੰ ਪਤਾ ਕੀ ਹੈ। ਸਿੱਖੀ ਦੇ ਮਾਰਗ ਦਾ ਗਿਆਨ ਹੈ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਸਿੱਖੀ ਦਾ ਮਾਰਗ ਹੈ। ਮਾਰਗ ਦੀ ਡਿਮਾਰਕੇਸ਼ਨ ਹੋ ਗਈ ਫਿਰ ਚੱਲਣਾ। ਅਜੇ ਤਾਂ ਮਾਰਗ ਦੀ ਡਿਮਾਰਕੇਸ਼ਨ ਹੀ ਨਹੀਂ ਹੈ ਕਿਸੇ ਕੋਲ। ਰੌਲਾ ਪਾਈ ਜਾਂਦੇ ਨੇ ਸਿੱਖੀ ਦਾ। ਜਿਹਨੂੰ ਇਹ ਸਾਰੇ ਸਵਾਲਾਂ ਦਾ ਜਵਾਬ ਆਉਂਦਾ ਸਿਰਫ ਤੁਰਨ ਦੇ ਕਾਬਲ ਹੈ ਸਿੱਖੀ ਦੇ। ਉਹ ਲਾਈਨ ਨਹੀਂ ਕੱਟੂਗਾ, ਲਾਈਨ ਦੇ ਵਿੱਚ ਰਹੂ, ਰਾਹ ਨਹੀਂ ਭੁੱਲੂ। ਸਿਰਫ ਉਹ ਰਾਹ ਨਹੀਂ ਭੁੱਲੂ, ਹੋਰ ਕੁਝ ਨਹੀਂ। ਰਾਹ ਨਹੀਂ ਭੁੱਲ ਸਕਦਾ। ਉਹ ਸਿੱਧਾ ਰਸਤੇ ਤੁਰੂਗਾ। ਰਸਤੇ ਦਾ ਉਹਨੂੰ ਪਤਾ ਲੱਗ ਗਿਆ। ਮੈਂ ਰਸਤੇ ਦਾ ਹੀ ਪਤਾ ਲੱਗਿਆ ਉਹਨੂੰ। ਗਿਆਨੀ ਹੋਈਆਂ ਜੋ ਮੁੱਖ ਗਿਆਨੀ ਹੈ, ਜੋ ਉਹ ਸਾਰਾ ਪਤਾ ਲੱਗਣ ਦੇ ਬਾਵਜੂਦ ਮੁੱਖ ਗਿਆਨੀ ਹੈ। ਉਹ ਗਿਆਨ ਮੂੰਹ 'ਚ ਹੈ। ਮੁੱਖ ਗਿਆਨੀ ਧਨਵੰਤ। ਗਿਆਨਵਾਨ ਵੀ ਗਿਆਨਵਾਨ ਧਨਵੰਤ ਹੁੰਦਾ। ਪਰ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਪ੍ਰੀਤ ਭਗਵੰਤ ਦਾ ਮਤਲਬ ਇਹ ਹੈ ਜੇ ਉੱਥੇ ਪਹੁੰਚਣਾ ਨਹੀਂ, ਜਿੱਥੇ ਭਗਵੰਤ ਦਾ ਮਾਰਗ ਦਾ ਪਤਾ ਲੱਗ ਗਿਆ ਪ੍ਰੀਤ ਨਹੀਂ ਹੈ, ਫਿਰ ਉਹਦਾ ਫਾਇਦਾ ਕੀ ਹੈ? ਜੇ ਰਾਹ ਤੇ ਜੇ ਪ੍ਰੀਤ ਭਗਵੰਤ ਨਾਲ ਹੈ ਤਾਂ ਭਗਵੰਤ ਵਾਲੇ ਰਾਹ ਤੇ ਚੱਲੂਗਾ ਮਿਲਾਪ ਵਾਸਤੇ। ਜੇ ਪ੍ਰੀਤ ਹੈ ਨਹੀਂ ਛੱਡ ਦੂ। ਮੈਂ ਭਗਵੰਤ ਤੇ ਕੀ ਲੈਣਾ? ਮੇਰੇ ਕੋਲ ਗਿਆਨ ਹੈਗਾ, ਰੋਟੀਆਂ ਵਾਧੂ ਨੇ, ਮਾਇਆ ਵਾਧੂ ਹੈ, ਇੱਜ਼ਤ ਵਾਧੂ ਹੈ। ਫਿਰ ਮ੍ਰਿਤਕ ਹੈ ਉਹ। ਫਿਰ ਮ੍ਰਿਤਕ ਹੈ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਜਿਹਾ ਸੰਸਾਰ ਹੋ ਜਾਓ ਫਿਰ ਉਹ ਮ੍ਰਿਤਕ ਦੇਹ ਦਾ ਹੀ ਮਾਲਕ ਹੈ। ਮ੍ਰਿਤਕ ਦੇਹ ਵਾਸਤੇ ਸਰੀਰ ਵਾਸਤੇ ਹੀ ਉਹ ਕਮਾਈ ਕਰੂਗਾ। ਹੁਣ ਕੋ ਰੋਗੀ ਸੋਗੀ ਕਵਣ ਕਹਾ ਧਰਮ ਕੀ ਹਾਨ। ਕੋ ਰੋਗੀ ਸੋਗੀ ਕਵਣ। ਸੋਗੀ ਕੌਣ? ਰੋਗੀ ਕੌਣ? ਸੋਗੀ ਕੌਣ? ਸੋਗ ਕਿਹਦੇ ਅੰਦਰ ਹੈ? ਜਿਹਦੇ ਅੰਦਰ ਰੋਗ ਹੈ ਉਹਦੇ ਅੰਦਰ ਸੋਗ ਵੀ ਹੈ। ਰੋਗ ਹੋਵੇ ਤੇ ਸੋਗ ਹੋਵੇ ਨਾ। ਜਦੋਂ ਪਤਾ ਲੱਗ ਜਾ ਡਾਕਟਰ ਦੱਸ ਦੇਵੇ ਨਾ ਮੈਨੂੰ ਤਾਂ ਫਲਾਣਾ ਰੋਗ ਹੈ, ਸੋਗ ਤਾਂ ਪੈ ਜਾਂਦਾ। ਸੋਗ ਤਾਂ ਆਪੇ ਪੈ ਜਾਣਾ ਜਦ ਪਤਾ ਲੱਗ ਗਿਆ ਵੀ ਰੋਗ ਹੈ ਤੈਨੂੰ। ਸੋਗ ਤਾਂ ਹੋ ਹੀ ਜਾਣਾ। ਰੋਗੀ ਸੋਗੀ ਕਵਣ ਕਹਾ ਧਰਮ ਕੀ ਹਾਨ। ਕਹਾ ਧਰਮ ਕੀ ਹਾਨ। ਧਰਮ ਦੀ ਹਾਨੀ ਕਿੱਥੇ ਜਾ ਕੇ ਹੋ ਜਾਂਦੀ? ਧਰਮ ਨਸ਼ਟ ਕਦੋਂ ਹੋ ਜਾਂਦਾ? ਧਾਰਮਿਕ ਆਦਮੀ ਦਾ ਧਰਮ ਨਸ਼ਟ ਕਦੋਂ ਹੋ ਜਾਂਦਾ? ਧਰਮ ਕੀ ਹਾਨ ਕਦ ਹੋ ਜਾਂਦੀ ਹੈ? ਧਰਮ 'ਚ ਨੁਕਸਾਨ ਕਦੋਂ ਹੋ ਜਾਂਦਾ? ਧਰਮ ਕੀ ਹਾਨ ਵੀ ਹੋ ਜਾਂਦੀ ਹੈ। ਧਰਮ ਕੀ ਹਾਨ ਕਰਕੇ ਹੀ ਉਹ ਕਰਦੇ ਨੇ। ਰੂਪ ਕੌਰ ਨਾਲ ਗੱਲਬਾਤ ਜਿਹੜੀ ਹੋ ਰਹੀ ਹੈ ਉਹ ਧਰਮ ਕੀ ਹਾਨ ਹੈ। ਉੱਥੇ ਆਖਰੀ ਲਿਆ ਹੋਇਆ, ਇੱਥੇ ਵੀ ਉਹ ਸਵਾਲ ਆਖਰੀ ਹੈ। 10ਵੇਂ ਨੰਬਰ ਤੇ ਆਇਆ ਹੈ, ਉੱਥੇ ਵੀ ਆਖਰੀ ਰੱਖਿਆ ਹੋਇਆ। ਤ੍ਰਿਆ ਚਰਿੱਤਰ ਆਖਰੀ ਰੱਖਿਆ ਹੈ ਨਾ। ਆਹ ਤ੍ਰਿਆ ਚਰਿੱਤਰ ਵਾਲੀ ਗੱਲ ਹੈ। ਧਰਮ ਕੋ ਹਾਨ ਉਹੀ ਕਹਿ ਰਿਹਾ ਨਾ ਵੀ ਧਰਮ ਨਸ਼ਟ ਹੋ ਜੂ ਮੇਰਾ। ਧਰਮ ਕੋ ਹਾਨ ਹੋ ਜੂਗਾ। ਧਰਮ ਦੀ ਹਾਨ ਹੈ ਗੱਲ। ਉਹ ਤ੍ਰਿਆ ਚਰਿੱਤਰ ਵਾਲੀ ਆ ਗਈ ਨਾ ਵਿੱਚ। ਇਹ ਵਿੱਚ ਆਊਗੀ, ਇਹ ਬਾਹਰ ਜਾ ਨਹੀਂ ਸਕਦੀ। ਇਹਨੂੰ ਬਾਹਰ ਕੌਣ ਕੱਢ ਦੂਗਾ ਧਰਮ ਤੋਂ? ਹਾਂ, ਜਿਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੈ ਜਾਂ ਧਾਰਮਿਕ ਆਦਮੀ ਨਹੀਂ, ਉਹ ਜੋ ਮਰਜ਼ੀ ਬੋਲੀ ਜਾਣ, ਉਹਨਾਂ ਦਾ ਕੀ ਹੈ? ਉਹਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ? ਨਾਲੇ ਉਹਨਾਂ ਨੇ ਧਰਮ ਤੇ ਲੈਣਾ ਕੀ ਹੈ? ਉਹਨਾਂ ਨੂੰ ਧਰਮ ਤੇ ਕੀ ਮਤਲਬ ਹੈ? ਉਹ ਤਾਂ ਵਿਦਵਾਨ ਨੇ,
ਜਵਲੀਆਂ ਮਾਰਦੇ ਨੇ, ਉਹ ਜਵਲੀਆਂ ਮਾਰਦੇ ਹੀ ਹੁੰਦੇ ਨੇ ਵਿਦਵਾਨ, ਹੋਰ ਕੀ ਕਰਦੇ ਹੁੰਦੇ। ਸਸਤੀ ਜੀ ਸ਼ੋਹਰਤ ਲੈਂਦੇ ਹੁੰਦੇ ਨੇ, ਉਹ ਗੱਲਾਂ ਕਰਕੇ ਕਰਦੇ ਆਪ ਕੁਝ ਨਹੀਂ ਹੁੰਦੇ। ਨਾ ਧਾਰਮਿਕ ਬੰਦੇ ਹੁੰਦੇ ਨੇ, ਨਾ ਧਰਮ ਦਾ ਉਹਨਾਂ ਨੂੰ ਗਿਆਨ ਹੁੰਦਾ। ਉਹ ਦੁਨਿਆਵੀ ਲੈਵਲ ਤੇ ਧਰਮ ਨੂੰ ਤੋਲਦੇ ਹੁੰਦੇ ਨੇ, ਦੁਨਿਆਵੀ ਬੁੱਧੀ ਨਾਲ ਧਰਮ ਨੂੰ ਤੋਲਦੇ ਹੁੰਦੇ ਨੇ, ਦੁਨਿਆਵੀ ਤਕੜੀ ਨਾਲ। ਜਿੰਨੇ ਧਰਮ ਵਿਗਾੜੇ ਹੋਏ ਨੇ ਇਹ ਵਿਦਵਾਨਾਂ ਦੇ ਵਿਗਾੜੇ ਹੋਏ ਨੇ। ਇੱਕ ਧਰਮ ਹੈ, ਇੱਕ ਮਤ ਹੈ ਸਿਰਫ, ਜਿਹਦੇ ਵਿੱਚ ਵਿਦਵਾਨਾਂ ਦੀ ਐਂਟਰੀ ਨੋ ਐਂਟਰੀ ਹੈ ਇਹਨਾਂ ਵਾਸਤੇ। ਬਾਕੀ ਸਾਰੇ ਹੀ ਮੱਤਾਂ ਵਿਦਵਾਨਾਂ ਦੀਆਂ ਮੱਤਾਂ ਨੇ। ਦੁਨੀਆ ਦੀਆਂ ਸਾਰੀਆਂ ਮੱਤਾਂ 'ਚ ਵਿਦਵਾਨ ਇਨਵੋਲਵ ਹੋ ਸਕਦੇ ਨੇ, ਕਿਉਂਕਿ ਮੱਤ ਸੱਚੀ ਹੈ ਹੀ ਨਹੀਂ ਕੋਈ। ਵਿਦਵਾਨ ਵੀ ਝੂਠੇ, ਮੱਤਾਂ ਵੀ ਝੂਠੀਆਂ। ਉਹ ਬਾਕੀ ਦੁਨੀਆ ਦੀਆਂ ਸਾਰੀਆਂ ਮੱਤਾਂ ਵਿਦਵਾਨਾਂ ਦੇ ਅੰਡਰ ਆਉਂਦੀਆਂ ਨੇ। ਗੁਰਮਤ ਵਿਦਵਾਨਾਂ ਦੇ ਲੈਵਲ ਤੇ ਪਰੇ। ਗੁਰਮਤ ਹੀ ਇੱਕ ਮਤ ਐਸੀ ਹੈ ਜੋ ਸੱਚੀ ਮਤ ਹੈ। ਵਿਦਵਾਨਾਂ ਦਾ ਜਾਂ ਕਿਸੇ ਚੀਜ਼ ਨਾਲ ਪੱਲਾ ਪੈ ਜਾਂਦਾ ਨਾ, ਪਾਲਾ ਪੈ ਜਾਂਦਾ ਹੈ, ਬਸ ਉਹ ਸੱਚੇ ਧਰਮ ਨੂੰ ਵਿਗਾੜ ਦਿੰਦੇ ਨੇ। ਵਿਦਵਾਨ ਆਪ ਝੂਠੇ ਹੁੰਦੇ ਨੇ ਨਾ, ਆਪਣਾ ਰੰਗ ਮੱਤ ਤੇ ਚਾੜਦੇ ਨੇ ਉਹ। ਬਾਕੀ ਸਾਰੀਆਂ ਹੀ ਮੱਤਾਂ ਵਿਦਵਾਨਾਂ ਦਾ ਰੰਗ ਚੜਾਇਆ ਹੋਇਆ ਇਸੇ ਮੱਤ ਨੂੰ, ਤਾਂ ਵਿਗੜੀਆਂ ਹੋਈਆਂ ਉਹਨਾਂ ਦੇ ਸਰੂਪ ਨੇ। ਇਸ ਮੱਤ ਵਿੱਚ, ਗੁਰਮਤ ਵਿੱਚ ਵਿਦਵਾਨ ਵਾਸਤੇ ਨੋ ਐਂਟਰੀ ਹੈ। ਮੂਰਖ ਪੰਡਤ ਇੱਕ ਮਤ ਹੁਜਤ ਸੰਜੇ ਧਰੇ ਪਿਆਰ। ਪੰਡਤ ਨੂੰ ਵਿਦਵਾਨ ਨੂੰ ਮੂਰਖ ਕਿਹਾ ਹੈ। ਪੜਿਆ ਮੂਰਖ ਆਖੀਐ ਜਿਤ ਲਬ ਲੋਭ ਹੰਕਾਰ। ਇਹ ਤੇ ਵਿਦਵਾਨ ਪੜਿਆ ਇਹਨੂੰ ਕਿਹਾ ਨਾ। ਪਰ ਲੱਭ ਲੋਭ ਹੰਕਾਰ ਹੈ, ਉੱਥੇ ਤੱਕ ਵਿਦਵਾਨ ਹੈ। ਜਦ ਲੱਭ ਲੋਭ ਹੰਕਾਰ ਨਹੀਂ ਰਿਹਾ, ਫਿਰ ਵਿਦਵਾਨ ਹੋ ਨਹੀਂ ਰਿਹਾ। ਵਿਦਿਆ ਵੇਚਣ ਵਾਲੀ ਚੀਜ਼ ਹੈ, ਵਿਦਿਆ ਵਿਕਾਊ ਮਾਲ ਹੁੰਦਾ। ਸਾਡੇ ਕੋਲ ਕਿਹੜੀ ਵਿਦਿਆ, ਗੁਰਮੁਖ ਕੋਲ ਕਿਹੜੀ ਵਿਦਿਆ ਹੁੰਦੀ ਹੈ? ਉਹ ਵਿਦਿਆ ਸੋਧੀ ਹੋਈ ਹੁੰਦੀ ਆ, ਉਹ ਵਿਦਿਆ ਨਹੀਂ ਹੁੰਦੀ। ਸੋਧੀ ਹੋਈ ਵਿਦਿਆ ਨਹੀਂ ਵਿਕਦੀ, ਬਿਨਾਂ ਸੋਧੀ ਹੋਈ ਵਿਦਿਆ ਹੀ ਵਿਕਦੀ ਹੈ। ਸ਼ਾਸਤਰਾਂ ਦੀ ਵਿਦਿਆ ਬਿਨਾਂ ਸੋਧੀ ਹੋਈ ਹੈ, ਇਤਿਹਾਸ ਦੀ ਵਿਦਿਆ ਬਿਨਾਂ ਸੋਧੀ ਹੋਈ ਹੈ। ਵੇਚੋ ਜਿੰਨੀ ਮਰਜ਼ੀ ਰੱਜ ਕੇ। ਇਹ ਗੁਰਦੁਆਰੇ ਇਤਿਹਾਸੀ ਜਿੰਨੇ ਬਣਾਏ ਨੇ, ਉੱਥੇ ਇਹੀ ਬਿਜ਼ਨਸ ਚੱਲਦਾ। ਇਤਿਹਾਸੀ ਜਿੰਨੀ ਅਵਸਥਾ ਨੇ, ਇਹੀ ਬਿਜ਼ਨਸ ਚੱਲਦਾ ਉਹਨਾਂ ਤੇ, ਮਾਇਆ ਇਕੱਠੀ ਕਰਨ ਨੂੰ। ਅੱਜ ਜੱਗ ਆਇਆ ਜੀ, ਫਲਾਨੀ ਬੀੜ ਆ ਜੀ, ਸ਼ਸਤਰ ਨੇ ਸਭ ਮਾਇਆ ਹੈ। ਮਾਇਆ ਨਾਲ ਮਾਇਆ ਇਕੱਠੀ ਹੋਣੀ, ਇਹ ਬਿਜ਼ਨਸ ਵਾਲੀਆਂ ਚੀਜ਼ਾਂ ਨੇ। ਗੁਰਮਤ ਬਿਜ਼ਨਸ ਵਾਲੀ ਚੀਜ਼ ਨਹੀਂ ਹੈ। ਗੁਰਮਤ ਇਹ ਤਾਂ ਵੱਖਰੀ ਚੀਜ਼ ਹੈ। ਇਹਨਾਂ ਚੀਜ਼ਾਂ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ ਹੈ। ਕਿਸੇ ਮਾਇਆ ਦੀ ਚੀਜ਼, ਮਾਇਆ ਦੀ ਚੀਜ਼ ਤਾਂ ਮਾਇਆ ਦੀ ਚੀਜ਼, ਬੋਲਣ ਵਾਲੇ ਦੇ ਸਰੀਰ ਦਾ ਸੰਬੰਧ ਨਹੀਂ ਹੈ ਗੁਰਮਤ ਨਾਲ। ਭਗਤਾਂ ਦੇ ਸਰੀਰ ਦਾ ਵੀ ਸੰਬੰਧ ਨਹੀਂ ਹੈ ਗੁਰਮਤ ਨਾਲ। ਗੁਰਮਤ ਨਾਲ ਤਾਂ ਆਤਮਾ ਤੇ ਸਿਵਾ ਕਿਸੇ ਚੀਜ਼ ਦਾ ਸੰਬੰਧ ਹੈ ਉਹ ਨਹੀਂ। ਵਿਦਵਾਨ ਆਤਮਿਕ ਲੈਵਲ ਤੇ ਜਿਉਂਦੇ ਨਹੀਂ। ਇਹ ਉਹਨਾਂ ਦੀ ਮੱਤ ਹੈ ਜਿਹੜੇ ਸਿਰਫ ਆਤਮਾ ਦੇ ਲੈਵਲ ਤੇ ਜਿਉਂਦੇ ਨੇ। ਆਤਮਾ ਦੀ ਖੁਰਾਕ ਨੂੰ ਖੁਰਾਕ ਮੰਨਦੇ ਨੇ, ਆਤਮਾ ਦਾ ਖਾਣੇ ਨੂੰ ਖਾਣਾ ਮੰਨਦੇ ਨੇ, ਆਤਮਾ ਦੇ ਪਹਿਨਣ ਨੂੰ ਪਹਿਨਣਾ ਮੰਨਦੇ ਨੇ। ਆਤਮਾ ਦੇ ਕੰਮ ਵਾਲਾ ਧਨ ਉਹਨਾਂ ਦਾ ਧਨ ਹੈ। ਉਹਨਾਂ ਦਾ ਸਭ ਕੁਛ ਵੱਖਰਾ ਹੈ ਵਿਦਵਾਨਾਂ ਨਾਲੋਂ। ਇਸ ਕਰਕੇ ਵਿਦਵਾਨ ਤਾਂ ਮੂਰਖ ਨੇ ਜਿਹੜੇ ਧਰਮ 'ਚ ਦਖਲ ਦਿੰਦੇ ਨੇ। ਵਿਦਵਾਨਾਂ ਦਾ ਤਾਂ ਵਿਗਾੜਿਆ ਹੋਇਆ ਧਰਮ। ਸਾਰੇ ਝਗੜੇ ਹੀ ਵਿਦਵਾਨਾਂ ਦੇ ਪਵਾਏ ਹੋਏ ਨੇ। ਜਿੱਦਣ ਵਿਦਵਾਨਾਂ ਨੂੰ ਘੂਰਤਾ ਪਰੇ ਕਰਤਾ, ਉਧਰ ਚੁੱਪ ਕਰ ਜਾਣਗੇ। ਧਰਮ ਆਪੇ ਆਪਣੀ ਲੈਣ ਤੇ ਆਜੂ। ਇਹਨਾਂ ਦੀ ਗੱਲ ਸੁਣਨੀ ਵਿਦਵਾਨਾਂ ਦੀ ਵੱਡੀ ਮੂਰਖਤਾ ਹੈ, ਵੱਡੀ ਮੂਰਖਤਾ। ਗੁਰਬਾਣੀ ਦਾ ਘੂਰ ਕੇ ਰੱਖੇ ਨੇ ਵਿਦਵਾਨ, ਪਿੱਛੇ ਰੱਖੇ ਨੇ ਵੀ ਤੁਸੀਂ ਉਹ ਪਰੇ ਬਹਿ ਸੁਣਿਓ ਨਹੀਂ ਇਹਨਾਂ ਦੀ ਗੱਲ। ਇਹਨਾਂ ਦੀ ਗੱਲ ਸੁਣਨੀ ਮੂਰਖਤਾ ਹੀ ਹੈ। ਅਕਾਲੀ ਸੁਣਦੇ ਰਹੇ ਨੇ, ਆਪ ਵੀ ਵਿਦਵਾਨ ਸੀ, ਉਹ ਵੀ ਵਿਦਵਾਨ ਸੀ, ਫਸਾ ਕੇ ਰੱਖਤੇ। ਹਜ਼ੂਰ ਸਾਹਿਬ ਵਾਲੇ ਕਿਉਂ ਨਹੀਂ ਫਸੇ? ਉਹ ਵਿਦਵਾਨ ਬੋਲੇ ਡਾਂਗ ਚੱਕ ਲੈਂਦੇ ਨੇ। ਉਹ ਕਹਿੰਦੇ ਆ ਜਾ ਫਿਰ ਤੈਨੂੰ ਦੱਸੀਏ। ਉੱਥੇ ਕਾਹਦੇ ਨਹੀਂ ਕੋਈ ਰੌਲਾ, ਇੱਥੇ ਰੌਲੇ ਕਿਉਂ ਨੇ? ਇਹ ਵਿਦਵਾਨਾਂ ਦੇ ਢਾਏ ਜੜੇ ਹੋਏ ਨੇ ਤਾਂ ਰੌਲੇ ਨੇ ਇੱਥੇ। ਉੱਥੇ ਜੇ ਕੋਈ ਬੋਲੇ ਜਦੋਂ ਘੁੱਟ ਧਰਦੇ ਨੇ ਉਹ ਬੋਲਣ ਨਹੀਂ ਦਿੰਦੇ ਇਹਨਾਂ ਨੂੰ। ਇਹ ਬੋਲਣ ਦੇ, ਇਹ ਛਿੱਤਰ ਦੇ ਯਾਰ ਹੁੰਦੇ ਨੇ ਵਿਦਵਾਨ। ਬਸ ਸਰਕਾਰ ਕੋਲ ਵੀ ਛਿੱਤਰ ਹੈ ਨਾ ਵਾਸਤੇ। ਇਹ ਕੰਮ ਕਰੋ ਨਹੀਂ ਤੇ ਛਿੱਤਰ ਹੈ, ਕੰਮ ਕਰੋ ਤਨਖਾਹ ਲਓ, ਨਾ ਕਰੋਗੇ ਛਿੱਤਰ। ਇੰਨਾ ਕੁ ਜੋਗੇ ਹੀ ਹੁੰਦੇ ਨੇ। ਬਕਾਊ ਮਾਲ ਹੈ ਨਾ, ਬਕਾਊ ਮਾਲ ਹੈ। ਨੌਕਰ ਤਾਂ ਕੀ ਕਰਾਈਦਾ? ਛਿੱਤਰ ਨਾ ਕੰਮ, ਹੋਰ ਕੀ ਕਰਾਈਦਾ?
ਜੋ ਖਰੀਦਿਆ ਜਾ ਸਕਦਾ ਉਹਦੀ ਇੱਜ਼ਤ ਨਹੀਂ ਹੁੰਦੀ। ਖਰੀਦਿਆ ਹੋਇਆ ਆਦਮੀ ਦੀ ਇੱਜ਼ਤ ਹੋਵੇ। ਭਗਤ ਦੀ ਵੀ ਇੱਜ਼ਤ ਨਹੀਂ ਹੈ। ਗੁਰੂ ਘਰ 'ਚ ਜਾ ਕੇ ਗੁਰੂ ਕੋਲ ਕਿਉਂ ਖਰੀਦਿਆ ਹੋਇਆ, ਉੱਥੇ ਨਾ ਵਿਕਿਆ ਹੈ, ਉੱਥੇ ਤਾਂ ਲਾਲਾ ਬੋਲਾ ਉਹ। ਸੰਸਾਰ ਵੀ ਇੱਜ਼ਤ ਕਰੇ ਨਾ ਕਰੇ, ਸੰਸਾਰ ਦੀ ਉਹਨੇ ਇੱਜ਼ਤ ਬੇਇੱਜ਼ਤੀ ਤਿਆਗੀ ਹੋਈ ਹੈ। ਸੰਸਾਰ ਦੀ ਇੱਜ਼ਤ ਬੇਇੱਜ਼ਤੀ ਤਿਆਗੀ ਹੋਈ ਹੈ। ਉਧਰੋਂ ਲਾਲਾ ਗੋਲਾ ਬਣ ਕੇ ਗਿਆ, ਇੱਜ਼ਤ ਛੱਡ ਕੇ ਗਿਆ ਸੰਸਾਰ ਦੀ। ਫਿਰ ਉਧਰ ਜੇ ਇੱਜ਼ਤ ਛੱਡ ਕੇ ਗਿਆ ਤਾਂ ਫਿਰ ਕਿਹਾ ਜੇ ਤੂੰ ਮੇਰਾ ਹੋਇਆ ਹੈ ਤਾਂ ਸਭ ਜਗ ਤੇਰਾ ਹੋਏ। ਇਹ ਵੀ ਹੈ ਗਾਹਾਂ ਤੋਂ। ਕਹਾ ਧਰਮ ਕੀ ਹਾਨ, ਕਹਾ ਧਰਮ ਕੀ ਹਾਨ। ਧਰਮ ਦੀ ਹਾਨੀ ਕਿੱਥੇ ਹੁੰਦੀ ਹੈ? ਦੋਹਰਾ ਕੋ ਸੂਰਾ ਸੁੰਦਰ ਕਵਣ, ਕਹਾ ਜੋਗ ਕੋ ਸਾਰ। ਕੋ ਸੂਰਾ ਸੁੰਦਰ ਕਵਣ। ਸੂਰਾ ਕੌਣ ਹੈ? ਸੂਰਮਾ ਕੌਣ ਹੈ? ਹੁਣ ਧਰਮ ਦੀ ਹਾਨ ਚ ਜੇ ਬਚ ਗਿਆ ਤਾਂ ਸੂਰਮਾ। ਧਰਮ ਦੀ ਹਾਨ ਤਾਂ ਨਹੀਂ ਛੱਡ ਸਕਦੇ ਗੱਲ ਨੂੰ। ਧਰਮ ਦੀ ਹਾਨ ਤੋਂ ਬਚਿਆ ਹੈ ਸੂਰਮਾ, ਜੇ ਉੱਤੇ ਰਹਿ ਗਿਆ ਫਿਰ ਸੂਰਮਾ ਕਾਹਦਾ ਰਹਿ ਗਿਆ? ਬਸ ਉਹ ਆਖਰੀ ਖੱਡ ਸੀ ਜਿੱਥੋਂ ਨਿਕਲੇ ਨੇ। ਆਖਰੀ ਜਿਹੜੀ ਪੌੜੀ ਸੀ, ਆਖਰੀ ਖਤਰਾ ਸੀ, ਉਹ ਤ੍ਰਿਆ ਚਰਿੱਤਰ ਦਾ ਹੀ ਖਤਰਾ ਹੈ। ਆਖਰੀ ਧਰਮ ਕੋ ਹਾਨ ਹੋਣ ਦਾ। ਜੇ ਤੋਂ ਬਚ ਗਿਆ ਫਿਰ ਸੂਰ ਹੈ। ਫਿਰ ਮਨ ਜਿੱਤਿਆ ਗਿਆ, ਫਿਰ ਮਨ ਡਿੱਗਿਆ ਨਹੀਂ। ਜੇ ਮਨ ਡਿੱਗ ਗਿਆ ਹਾਰ ਗਿਆ। ਜੇ ਮਨ ਡਿੱਗਣ ਤੇ ਬਚ ਗਿਆ ਫਿਰ ਜਿੱਤ ਗਿਆ। ਧਰਮ ਕੀ ਹਾਨ ਤੋਂ ਮਨ ਬਚ ਗਿਆ ਫਿਰ ਬਾਜੀ ਜਿੱਤ ਗਿਆ। ਸੂਰਾ ਉਹੀ ਹੈ ਜਿਹੜਾ ਉੱਥੋਂ ਬਚ ਗਿਆ, ਮਨ ਬਚ ਗਿਆ। ਸੁੰਦਰ ਕਵਣ। ਸੁੰਦਰ ਕੌਣ ਹੈ? ਸੁੰਦਰ ਕਵਣ ਕੌਣ ਸੁੰਦਰ ਹੈ? ਸੂਰਾ ਕੌਣ? ਸੂਰਾ ਹੀ ਸੁੰਦਰ ਹੈ। ਕਹਾ ਜੋਗ ਕੋ ਸਾਰ। ਜੋਗ ਕੋ ਸਾਰ ਕੀ ਹੈ? ਸਾਰ ਗਿਆਨ ਜੋਗ ਦਾ ਕੀ ਹੈ? ਜੋਗ ਦਾ ਤਾਤਪਰਿਆ ਕੀ ਹੈ? ਜੋਗ ਕਿਹਨੂੰ ਕਹਿੰਦੇ ਨੇ? ਕੀ ਚੀਜ਼ ਹੈ ਜਿਹਨੂੰ ਜੋਗ ਕਹਿੰਦੇ ਨੇ? ਉਹ ਵਿਧੀ ਕੀ ਹੈ ਜਿਹਦੇ ਨਾਲ ਜੋਗ ਹੋਊਗਾ ਹੀ ਹੋਊਗਾ, ਰੁਕ ਸਕਦਾ ਹੀ ਨਹੀਂ ਹੈ। ਜਿਹੜਾ ਜੋਗ ਲਈ ਫਿਰਦੇ ਨੇ ਜੋਗੀ, ਉਹ ਜੋਗ ਕਾਮਯਾਬ ਨਹੀਂ ਹੈ। ਜੋਗ ਕੋ ਸਾਰ ਕੀ ਹੈ ਫਿਰ? ਕੋ ਦਾਤਾ ਗਿਆਨੀ ਕਵਣ, ਜੋ ਵਿਚਾਰ ਸਾਰ ਜਿਹੜਾ ਲਫ਼ਜ਼ ਹੈ, ਸਾਰ ਦਾ ਲਫ਼ਜ਼ ਹੁੰਦਾ ਹੈ ਜੋਗ ਦਾ ਗਿਆਨ, ਜੋਗ ਦਾ ਥੋ। ਮੁਕਤੀ ਦਾ ਥੋ ਹੁੰਦਾ। ਮੁਕਤੀ ਦੀ ਸਮਝ, ਜੋਗ ਦੀ ਸਮਝ ਕੀ ਹੈ? ਸਾਰ ਕੀ ਹੈ? ਸਮਝ ਕੀ ਹੈ? ਜਿਹਨੂੰ ਸਮਝ ਆ ਗਈ ਕੰਮ ਉਹੀ ਸਿਰੇ ਚੜਾਊਗਾ। ਜਿਹੜੇ ਕੰਮ ਦੀ ਸਾਨੂੰ ਸਮਝ ਨਹੀਂ, ਕੰਮ ਸਿਰੇ ਨਹੀਂ ਚੜ ਸਕਦਾ ਸਾਡਾ। ਜੋਗੀ ਬਹਿ ਗਿਆ, ਜੋਗ ਦੀ ਸਮਝ ਹੈ ਨਹੀਂ। ਕਿਹਨੇ ਕਿਹਦੇ ਨਾਲ ਜੁੜਨਾ? ਕਰ ਕੀ ਰਿਹਾ? ਕੁਝ ਵੀ ਨਹੀਂ ਕਰ ਰਿਹਾ। ਕੁਝ ਵੀ ਨਹੀਂ ਕਰ ਰਿਹਾ। ਫਿਰ ਕੋ ਦਾਤਾ ਗਿਆਨੀ ਕਵਣ, ਕੋ ਦਾਤਾ ਗਿਆਨੀ ਕਵਣ। ਕਹੋ ਵਿਚਾਰ ਅਵਿਚਾਰ। ਕਹੋ ਵਿਚਾਰ ਅਵਿਚਾਰ। ਦਾਤਾ ਕੌਣ ਹੈ? ਗਿਆਨੀ ਕੌਣ ਹੈ? ਇਹਦਾ ਵਿਚਾਰ ਪੁੱਠੀ ਸਿੱਧੀ ਹੈ। ਅਵਿਚਾਰ, ਅਵਿਚਾਰ ਵੀ ਹੁੰਦੀ ਹੈ। ਦੋਵੇਂ ਪਾਸੇ ਨੂੰ ਰੜਕ ਹੁੰਦੀ ਹੈ ਚੀਜ਼। ਵਿਚਾਰ ਜਦ ਹੁੰਦੀ ਹੈ ਜਾਂ ਰੜਕਦੇ ਆ ਉਧਰੋਂ ਵੀ ਰੱਸੀ ਖਿੱਚਦੇ ਆ, ਫਿਰ ਉਧਰ ਆ ਜਾਂਦੇ, ਫਿਰ ਦੂਏ ਪਾਸੇ ਨੂੰ। ਇਹ ਵਿਚਾਰ ਅਵਿਚਾਰ ਹੈ। ਇਹਨੂੰ ਸਾਰੇ ਨੂੰ ਰੜਕ ਕੇ ਗੱਲ ਨੂੰ ਮੰਥਨ ਕਰਕੇ ਸਮਝਾਓ, ਦੋਵੇਂ ਪਾਸਿਆਂ ਨੂੰ ਕਰਕੇ। ਵੀ ਜੇ ਐ ਹੋਊ ਤਾਂ ਐ, ਜੇ ਐ ਹੋ ਜਾਵੇ ਤਾਂ ਐ। ਇਹ ਵਿਚਾਰ ਅਵਿਚਾਰ ਹੈ। ਤਉ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ, ਦੁਰਜਨ ਦਲ ਦੰਡਨ ਅਸੁਰ ਬਿਹੰਡਨ, ਦੁਸ਼ਟਨ ਕੰਦਨ ਆਦ ਬਿਰਤੇ। ਹਾਂਜੀ, ਇਹ ਭਗਉਤੀ ਦੀ ਉਸਤਤੀ ਚੱਲ ਪਈ। ਹੁਣ ਅਕਾਲ ਉਸਤਤ ਦੇ ਵਿੱਚ ਭਗਉਤੀ ਦੀ ਉਸਤਤੀ ਚੱਲ ਪਈ। ਹੁਣ ਜਿਹਨੇ ਬਚਾਉਣੀ ਸੀ ਨਾ ਮੱਤ ਆਪਣੀ, ਪੰਡਤ ਨੇ, ਉਹਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ। ਉਹਨਾਂ ਨੇ ਕਸਾਖੀ ਘੜੀ ਇੱਥੇ ਅਰਥਾਂ ਵਿੱਚ। ਜੇ ਨਾ ਕਰਦੇ ਉਹਨਾਂ ਦੀ ਮੂਰਤੀ ਪੂਜਾ ਜਾਂਦੀ ਹੈ। ਅਸਲ 'ਚ ਉਹਨਾਂ ਸਾਖੀਆਂ ਨੇ ਜਿਹੜਾ ਭਰਮ ਪੈਦਾ ਕੀਤਾ, ਇਹ ਸਿੱਖਾਂ ਨੂੰ ਸਮਝ ਨਹੀਂ ਆਈ।
ਉਹਨੂੰ ਸੱਚ ਮੰਨੀ ਬੈਠੇ ਨੇ। ਐਸਾ ਨਹੀਂ ਦੇਖਿਆ ਵੀ ਉਹ ਤਾਂ ਆਪਣੀ ਮੱਤ ਬਚਾਉਂਦੇ ਨੇ। ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਹੈ ਨਾ, ਸੂਹੀ ਰਾਗ, ਉਹ ਤੇ ਇਸਤਰੀ ਪ੍ਰਧਾਨ ਹੈ ਸਾਰੀ ਗੱਲ। ਕੁਚੱਜੀ ਸੁਚੱਜੀ ਹੈ ਤਾਂ ਗੁਰਮੁਖ ਵਾਸਤੇ ਹੀ ਲਫ਼ਜ਼ ਆਇਆ, ਸਿੱਖ ਵਾਸਤੇ ਹੀ ਆਇਆ, ਪਰ ਉੱਥੇ ਬੁੱਧੀ ਪ੍ਰਧਾਨ ਕਰਕੇ ਬੋਲੀ ਹੈ ਸਾਰੀ ਗੱਲ। ਮਨ ਨੂੰ ਨਹੀਂ ਸਿੱਖਿਆ ਦਿੱਤੀ, ਉੱਥੇ ਬੁੱਧੀ ਨੂੰ ਸਿੱਖਿਆ ਦਿੱਤੀ ਹੋਈ ਹੈ। ਮਨ ਬੁੱਧੀ ਗੱਲ ਇੱਕੋ ਹੀ ਹੈ। ਬਾਕੀ ਬਾਣੀ ਦੇ ਵਿੱਚ ਮਨ ਨੂੰ ਹੈ, ਰੇ ਮਨ ਐਸੋ ਕਰ ਸਨੇ ਐਸਾ ਇਹਦੇ ਵਿੱਚ ਵੀ ਹੈ। ਇਹਦੇ ਵਿੱਚ ਅਕਾਲ ਉਸਤਤ ਦੇ ਵਿੱਚ ਦੀਰਘ ਤਰਪੰਕੀ ਛੰਦ ਦੇ ਦਿੱਤਾ। ਸਾਰੀ ਗੱਲ ਉਹੀ ਹੈ ਜਿਹੜੀ ਚੰਡੀ ਚਰਿੱਤਰ, ਚੰਡੀ ਦੀ ਵਾਰ ਦੇ ਵਿੱਚ ਦੋਏ ਚੰਡੀ ਚਰਿੱਤਰਾਂ 'ਚ ਸਾਰੇ, ਵੈਸੇ ਤਾਂ ਹਰ ਜਗ੍ਹਾ ਇਹੀ ਚੱਲੂਗੀ ਦਸਮ ਦੇ ਵਿੱਚ। ਇਸ ਕਰਕੇ ਦਿੱਤਾ ਤਾਂ ਕਿ ਪਿਤਾ ਔਰ ਮਾਤਾ ਇਕੱਠੇ ਨੇ। ਉਹਨੇ ਸਾਖੀ ਘੜ ਲਈ ਬਈ ਜੀ, ਇੱਕ ਜਿਸ ਤੋਂ ਅਕਾਲ ਉਸਤਤ ਰਚ ਰਿਹਾ ਸੀ ਨਾ ਬਾਣੀ, ਇੱਕ ਕਾਬਲ ਦੀ ਸੰਗਤ ਆਈ, ਕਾਬਲ ਦੀ ਸੰਗਤ ਲਿਆਈ ਸੀ। ਕਾਬਲ ਤੋਂ ਮੇਵੇ ਕੋਈ ਪੰਡਤ ਸੀ ਜਾ ਰਿਹਾ, ਅਨੰਦਪੁਰ ਸਾਹਿਬ ਸੁਣਿਆ ਵੀ ਗੁਰੂ ਸਾਹਿਬ ਜਿਹੜੀ ਹੈ ਨਾ, ਸਾਡਾ ਜਿਹੜਾ ਸ਼ਾਸਤਰ ਨੇ, ਇਹਨਾਂ ਨੂੰ ਨਵੇਂ ਮਤਲਬ ਹੈ, ਇਹਨਾਂ ਨੂੰ ਅਰਥ ਆ ਰਹੇ ਨੇ ਪੰਜਾਬੀ ਭਾਸ਼ਾ 'ਚ। ਉਹ ਕਹਿੰਦੇ ਇਹ ਤਾਂ ਅਰਥ ਆਏ ਨਹੀਂ ਜਾ ਸਕਦੇ, ਐਡਾ ਤਾਂ ਕੋਈ ਹੋ ਨਹੀਂ ਸਕਦਾ ਜਿਹੜਾ ਕੁਛ ਕਰ ਦੇਵੇ। ਤਾਂ ਰਿਸ਼ੀ ਮੁਨੀਆਂ ਨੇ ਕੀਤਾ ਸੀ, ਸੁਣਿਆ ਸੀ ਉਹਨੇ ਉੱਥੋਂ। ਕਹਿੰਦੇ ਉਹਨੇ ਕਿਹਾ ਵੀ ਮੈਂ ਦਰਸ਼ਨ ਕਰਕੇ ਆਵਾਂ, ਨਾਲੇ ਦੇਖਿਆ ਮੈਂ ਵਾਕਈ ਕਰ ਰਹੇ ਨੇ ਕਿ ਉੱਦਾਂ ਹੀ ਲੋਕਾਂ ਗੱਲਾਂ ਕਰਦੇ ਨੇ। ਉਹ ਚਲਾ ਗਿਆ, ਰਾਹ ਦੇ ਵਿੱਚ ਕਹਿੰਦਾ ਉਹ ਤੇ ਥੋੜੀ ਦੂਰ ਰਹਿ ਗਿਆ 2 ਕਿਲੋਮੀਟਰ, ਪਰ ਬਈ ਮੈਂ ਗੁਰੂ ਨੂੰ ਤਾਂ ਗੁਰੂ ਮੰਨੂ, ਜਾਣੀ ਜਾਣ, ਇਹ ਤਾਂ ਕੋਈ ਜਾਣੀ ਜਾਣਾ ਐ ਵੀ ਕਹਿੰਦਾ ਉਹ ਜਾਣੀ ਜਾਣ ਨੇ ਸਭ, ਉਹਨਾਂ ਨੂੰ ਤਾਂ ਲੋਕ ਦਾ ਗਿਆਨ ਹੈ, ਜਿਵੇਂ ਲੋਕ ਕਹਿੰਦੇ ਹੁੰਦੇ ਨੇ ਉਹ ਤਾਂ ਜੀ ਤਿੰਨ ਲੋਕ ਤੇ ਜਾਣੂ ਨੇ, ਇਹ ਹੈ ਉਹ ਹੈ, ਅੰਦਰਲੀ ਬੁੱਝ ਲੈਂਦੇ ਨੇ। ਉਹ ਕਹਿੰਦਾ ਮੈਂ ਤਾਂ ਮੰਨੂਗਾ ਵੀ ਜੇ ਮੇਰੇ ਜਾਂਦੇ ਨੂੰ ਕਾਬਲ ਦੇ ਤਾਂ ਮੇਵੇ ਮੈਨੂੰ ਦੇਣ ਬਿਨਾਂ ਮੰਗੇ ਤੇ, ਔਰ ਜਿਹੜਾ ਮੇਰੇ ਆਦਾ ਦੁਰਗਾ ਸਤੋਤਰ ਉਸੇ ਦੀ ਵਿਆਖਿਆ ਕਰਨ ਮੇਰੇ ਬਿਨਾਂ ਕਹੇ ਤੇ। ਆ ਸਾਖੀ ਘੜੀ ਹੈ ਉਹਨਾਂ ਨੇ ਜਾਣ ਕੇ, ਤਾਂ ਕਿ ਇਹ ਸਾਬਤ ਨਾ ਹੋਵੇ ਵੀ ਉਹਨਾਂ ਨੇ ਇਹ ਜਾਣ ਕੇ ਲਿਖੀ ਹੈ। ਕਹਿੰਦੇ ਵੀ ਲਿਖੀ ਗਈ ਉਹ ਤਾਂ ਬਸ ਉਹਦਾ ਫੁਰਨਾ ਸੀਗਾ, ਉਹਦੇ ਮੁਤਾਬਕ ਉਹਨਾਂ ਨੂੰ ਬੋਲਣੀ ਪਈ, ਤਾਂ ਵਿੱਚ ਆ ਗਈ। ਇਹ ਸ਼ਾਤਰ ਦਿਮਾਗ ਨੇ ਇੱਕ ਸਾਖੀ ਘੜ ਕੇ ਲੀਹੋ ਲਾਉਣ ਦੀ ਗੱਲ ਕੀਤੀ ਹੈ ਗੁਰਮਤਿ। ਉਹ ਜਿਵੇਂ ਜਾਂ ਪੱਟਾਂ ਦੇ ਸਵਈਏ ਲਿਖੇ ਨੇ, ਜਿਵੇਂ ਉੱਥੇ ਸਾਖੀ ਲਿਖੀ ਹੈ ਬਈ ਇੱਕਦਮ ਉਹ ਦੇਵਤਿਆਂ ਦੀ ਸਭਾ 'ਚ ਬੈਠੇ ਸੀ, ਕਥਾ ਕਰ ਰਿਹਾ ਸੀ ਬ੍ਰਹਮਾ, ਚਾਰੇ ਵੇਦ ਨਾਲ ਲੈ ਕੇ ਉੱਥੇ ਵਿਸ਼ਨੂੰ ਆ ਗਿਆ। ਉਹ ਸਾਰੀ ਸੰਗਤ ਉੱਠ ਖੜੀ, ਉੱਠਿਆ ਨਹੀਂ, ਉਹਨਾਂ ਨੇ ਸਰਾਪ ਦੇ ਦਿੱਤਾ। ਠੀਕ ਉਸੇ ਤਰੀਕੇ ਨਾਲ ਸਾਖੀ ਇੱਥੇ ਖੜੀ ਹੋਈ। ਇਹ ਬੜੇ ਸ਼ਾਤਰ ਦਿਮਾਗ ਸੀਗੇ। ਸਿੱਖਾਂ ਨੂੰ ਕਿੱਥੇ ਸਮਝ ਇਹਨਾਂ ਗੱਲਾਂ ਦੀ, ਇਹਨਾਂ ਨੂੰ ਤਾਂ ਧਰਮ ਦਾ ਹੀ ਗਿਆਨ ਹੈ ਨਹੀਂ। ਇਹ ਸਾਖੀ ਹੈ ਇਹਦੇ ਬਾਰੇ। ਗੱਲ ਕੀ ਹੈ? ਗੱਲ ਉਹ ਵਿਵੇਕ ਬੁੱਧੀ ਦੀ ਚੱਲਦੀ ਹੈ, ਸਾਰੀ ਵਿਵੇਕ ਬੁੱਧੀ ਦੀ ਚੱਲਦੀ, ਪਿੱਛੇ ਵੀ ਵਿਵੇਕ ਬੁੱਧੀ ਦੀ ਉਹ ਗੱਲ ਚੱਲੀ ਹੈ। ਚਾਹੇ ਗੱਲ ਅਕਾਲ ਉਸਤਤ ਹੈ, ਪਰ ਚੱਲਦੀ ਤਾਂ ਵਿਵੇਕ ਬੁੱਧੀ ਦੀ ਉਹ ਗੱਲ ਹੈ। ਉੱਥੇ ਵੀ ਚੱਲਦੀ ਤਾਂ ਭਗਤ ਦੀ ਗੱਲ ਹੈ, ਭਗਉਤੀ ਦੀ ਉਹ ਗੱਲ ਚੱਲਦੀ ਹੈ। ਜਿਹੜੇ ਲੋਕ ਗੁਰਮੁਖ ਕਹਿੰਦੇ ਨੇ ਸਾਡੇ, ਉਹਨਾਂ ਨੂੰ ਗਿਆਨ ਤਾਂ ਨਹੀਂ ਹੈ। ਗੁਰਮੁਖ ਸ਼ਬਦ ਨਹੀਂ ਹੈ, ਗੁਰਮੁਖੀ ਸ਼ਬਦ ਹੈ, ਇਸਤਰੀ ਲਿੰਗ ਸ਼ਬਦ ਹੈ। ਗੁਰਮੁਖੀ ਹੀ ਭਗਉਤੀ ਹੈ, ਗੁਰਮੁਖ ਸ਼ਬਦ ਹੀ ਨਹੀਂ ਹੈ। ਇੱਥੋਂ ਵੀ ਇਹਨਾਂ ਨੂੰ ਸਮਝ ਨਹੀਂ ਆਈ ਸਿੱਖਾਂ ਨੂੰ। ਜਦੋਂ ਅਲਪ ਸੁੱਖ ਛੱਡ ਕੇ ਨਾ ਸੰਸਾਰੀ ਸੁੱਖ ਸਾਰੇ ਅਲਪ ਸੁੱਖ ਨੇ, ਅਲਪ ਸੁੱਖ ਦਾ ਤਿਆਗ ਕਰ ਦਿੰਦਾ ਨਾ ਜਦੋਂ ਭਗਤ ਜਾਂ ਜਗਿਆਸੂ ਜਾਂ ਗੁਰਮੁਖ ਜਾਂ ਗੁਰਸਿੱਖ, 'ਚ' 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 '
ਔਰ ਪਰਮ ਸੁਖ ਦਾ ਟਾਰਗੇਟ ਬਣਾ ਲੈਂਦਾ। ਪਰਮ ਸੁਖ ਚਾਹੀਦਾ ਮੈਨੂੰ। ਪਰਮ ਸੁਖ ਹੁੰਦਾ ਆਤਮਿਕ ਸੁਖ, ਸਦਾ ਸੁਖ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਇਹ ਤ੍ਰਿਆ ਉਹ ਕੰਤ ਕਹਾ। ਫਿਰ ਇਹ ਆਪ ਨੂੰ ਤ੍ਰਿਆ ਕਹਿੰਦਾ, ਆਦਮੀ ਨਹੀਂ ਕਹਿੰਦਾ। ਉਦੋਂ ਕਹਿਣ ਲੱਗਦਾ ਤ੍ਰਿਆ ਆਪਣੇ ਆਪ। ਫਿਰ ਗੁਰਮੁਖੀ ਲਫ਼ਜ਼ ਬਣ ਜਾਂਦਾ, ਗੁਰਮੁਖ ਨਹੀਂ ਰਹਿੰਦਾ। ਔਰ ਜਿਹੜਾ ਸ਼ਬਦ ਹੈ ਉਹ ਕੰਤ ਹੋ ਜਾਂਦਾ। ਇਹ ਕੀ ਹੈ? ਸੁਰਤ ਹੈ। ਇਹ ਸੁਰਤ ਹੈ, ਉਹ ਸ਼ਬਦ ਹੈ। ਦੋਹਾਂ ਦਾ ਮੇਲ ਹੁੰਦਾ। ਇਸੇ ਕਰਕੇ ਕਬੀਰ ਕਹਿੰਦਾ, ਕਹੇ ਕਬੀਰ ਮੁਝੇ ਵਿਆਹੇ ਚਲੇ हैं ਪੁਰਖੇ ਇੱਕ ਭਗਵਾਨਾ। ਇਹ ਗੱਲ ਦੀ ਸਮਝ ਸਿੱਖਾਂ ਵਿਦਵਾਨਾਂ ਨੂੰ ਬਿਲਕੁਲ ਨਹੀਂ ਹੈ ਵੀ ਗੱਲ ਕੀ ਹੈ। ਤੇ ਅਰਥ ਫਿਰ ਕਿੱਥੋਂ ਆਉਣੇ ਸੀ ਜੇ ਗੱਲ ਦੀ ਉਹ ਸਮਝ ਹੈ ਨਹੀਂ। ਇਹ ਤਾਂ ਮੈਂ ਟੋਬੇ ਚਿੱਟਾ ਮਾਰੀ ਜਾਂਦੇ ਨੇ। ਟੋਬੇ ਚਿੱਟਾ ਮਾਰੇ ਤੇ ਮੱਛੀਆਂ ਦਾ ਸ਼ਿਕਾਰ ਨਹੀਂ ਹੁੰਦਾ। ਜੇ ਤਲਾਸ਼ ਮੱਛੀਆਂ ਹੋਣ ਨਾ, ਇੱਟਾ ਮਾਰ ਕੇ ਮੱਛੀਆਂ ਘਰ ਨੂੰ ਲਿਆ ਕੇ, ਤੁਸੀਂ ਇਹਦੀ ਗਰੰਟੀ ਨਹੀਂ ਹੈ ਇੱਟਾ ਮਾਰ ਕੇ ਤੁਸੀਂ ਮੱਛੀਆਂ ਮਾਰ ਲਓਗੇ। ਇਹ ਤਾਂ ਇੱਟਾ ਮਾਰ ਕੇ ਮੱਛੀਆਂ ਮਾਰ ਕੇ ਨਾ ਤਰਕਾਰੀ ਬਣਾਉਣਾ ਚਾਹੁੰਦੇ ਨੇ। ਇੱਟਾਂ ਨਾਲ ਨਹੀਂ ਮੱਛੀਆਂ ਮਰਦੀਆਂ ਹੁੰਦੀਆਂ। ਟੋਬੇ 'ਚ ਇੱਟਾਂ ਮਾਰੀ ਤੇ ਛੱਪੜੇ ਇੱਟਾਂ ਮਾਰ ਰਹੇ ਨੇ। ਮੱਛੀਆਂ ਫੜਨ ਵਾਲੇ ਤਾਂ ਜਾਲ ਰੱਖਦੇ ਨੇ, ਇੱਟਾਂ ਨਹੀਂ ਮਾਰਦੇ ਹੁੰਦੇ। ਕਿਤੇ ਇਹਨਾਂ ਦੀਆਂ ਤਾਂ ਖੂਹ 'ਚ ਇੱਟਾਂ ਨੇ ਬਸ। ਉਹੀ ਬਸ ਤੁੱਕੇ ਲਾਉਂਦੇ ਨੇ, ਤੁੱਕੇ ਅਰਥਕ ਦੇ। ਸਾਫ ਸੁਣੇ ਤੁੱਕੇ ਮਾਰੇ ਹੋਏ ਨੇ। ਵਿਦਵਾਨ ਵੀ ਤੁੱਕਿਆਂ ਦੇ ਅਰਥ ਕਰਦੇ ਨੇ। ਕਹਿੰਦੇ ਲੱਗ ਗਿਆ ਤੀਰ ਨਹੀਂ ਤੁੱਕਾ। ਕੋਈ ਗੱਲ ਆ ਜਾਂਦੀ ਇਹਨਾਂ ਦੀ ਮਾੜੀ ਮੋਟੀ ਫਿੱਟ, ਉਹ ਨਹੀਂ ਤੁੱਕੇ ਨੇ ਸਭ। ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ। ਦੀਰਘ ਤਰਭੰਗੀ ਛੰਦ। ਹਾਂ, ਹੁਣ ਇਹ ਛੰਦ ਦੇ ਵਿੱਚ ਕੀ ਹੈ? ਇਹ ਜਿਹੜਾ ਵੀ ਪਿੱਛੇ ਸਾਰਾ ਪ੍ਰਕਰਨ ਆਏ ਨੇ ਚੰਡੀ ਚਰਿੱਤਰ ਦੇ ਵਿੱਚ, ਜਿਹੜੇ ਨਾਂ ਆਏ ਨੇ, ਉਹ ਅਸਲ ਦੇ ਵਿੱਚ ਨਾਂ ਕੀ ਨੇ? ਅਕਾਲ ਉਸਤਤ ਦੇ ਵਿੱਚ ਤਾਂ ਦੇ ਦਿੱਤੇ ਚੱਕ ਕੇ। ਇਹ ਬਾਣੀ ਤਾਂ ਪਿੱਛੋਂ ਆਪਾਂ ਦੇਖਿਆ ਸਾਰਾ ਬ੍ਰਹਮ ਗਿਆਨ। ਜਿਨ੍ਹਾਂ ਨੇ ਇਹ ਮੰਨ ਲਿਆ ਉਹ ਤ੍ਰਿਆ ਚਰਿੱਤਰ ਤੋਂ ਭੱਜੇ ਨਹੀਂ ਸਕਦੇ। ਤ੍ਰਿਆ ਚਰਿੱਤਰ ਵਿੱਚ ਵੀ ਇਹੀ ਨੇ ਗਾਂ ਮੂਰੇ। ਪਹਿਲਾ ਚੰਡੀ ਜਿਹੜਾ ਪਹਿਲਾ ਚਰਿੱਤਰ ਹੈ ਇਹੀ ਹੈ ਉਹ। ਅਰੇ ਜਿਹੜਾ ਸਾਰਿਆਂ ਨੂੰ ਪਿਛਲਾ ਉਹ ਵੀ ਇਹੀ ਹੈ। ਵਿਚਾਲੇ ਹੈ, ਵਿਚਾਲੇ ਵੀ ਤਿੰਨ ਚਾਰ ਚਰਿੱਤਰ ਇਹੀ ਨੇ। ਇਸ ਤਰੀਕੇ ਨਾਲ ਬਣ ਕੇ ਪਰੋਏ ਨੇ। ਤੁਸੀਂ ਫੁੱਲ ਵਿਚਾਲੇ ਨਹੀਂ ਕੱਢ ਸਕਦੇ। ਕੋਈ ਵਿਚਾਲੇ ਤਾਂ ਮੈਂ ਕੱਢ ਲਵਾਂਗੇ ਫੁੱਲ। ਇਹਨਾਂ ਨੂੰ ਕੀ ਪਤਾ ਬੁੱਧੂਆਂ ਨੂੰ ਵੀ ਗੱਲ ਕੀ ਹੈ। ਇਹਦਾ ਸਦਾਈ ਨੇ ਸਾਰੇ ਹੀ। ਜਦ ਇਹਨਾਂ ਨੂੰ ਸਾਰੀ ਗੱਲ ਜਿਹਨੇ ਖੁੱਲਣੀ ਇਹਨਾਂ ਨੇ ਆਪੇ ਚੁੱਪ ਕਰ ਜਾਣਾ। ਜਦ ਸਾਰੀ ਖੁੱਲਣੀ ਹੈ ਨਾ ਵੀ ਗੱਲ ਕੀ ਹੈ, ਇਹਨਾਂ ਨੇ ਆਪੇ ਚੁੱਪ ਕਰ ਜਾਣਾ ਵੀ ਸਾਨੂੰ ਕੀ ਪਤਾ ਸੀ ਵੀ ਆਹ ਗੱਲ ਹੈ। ਸਾਨੂੰ ਕੀ ਪਤਾ ਸੀ ਧਰਮ ਕੀ ਹੁੰਦਾ। ਫਿਰ ਐਂ ਕਹਿ ਦੇਣਗੇ। ਇਹ ਜਿੰਨੇ ਵੀ ਨਾਂ ਆਏ ਨੇ ਤ੍ਰਿਆ, ਪਹਿਲਾਂ ਤਾਂ ਚੰਡੀ ਚਰਿੱਤਰ ਕੋ ਕੀ ਕਹਾਣੀ ਤਾਂ ਕਈ ਵਾਰ ਆ ਚੁੱਕੀ ਨਾ ਪਿੱਛੇ। ਇਹਦੇ ਵਿੱਚ ਵੀ ਆ ਗਿਆ ਧਰਮ ਕੋਹਾਣ ਆ ਗਿਆ ਨਾ ਉੱਪਰ। ਉੱਥੇ ਵੀ ਧਰਮ ਕੋਹਾਣ ਦੀ ਗੱਲ ਹੈ। ਕਿਤੇ ਜਿਹੜੀ ਗੱਲ ਕਿੱਥੋਂ ਚੱਕ ਕੇ ਕਿੱਥੇ ਫਿੱਟ ਕੀਤੀ ਹੋਈ ਹੈ ਇਹਨਾਂ ਨੂੰ ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਕਿੱਥੇ ਦਾ ਲਿੰਕ ਜਾ ਕੇ ਕਿੱਥੇ ਨਿਕਲਿਆ ਇਹਨਾਂ ਨੂੰ ਕੋਈ ਪਤਾ ਨਹੀਂ। ਐਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿੰਕ ਨੇ। ਜਿਵੇਂ ਆਓ ਕਲੰਦਰ ਕੇਸਵਾ ਕਰ ਅਬ ਦਾਲੀ ਭੇਸਵਾ। ਅਬ ਦਾਲੀ ਲਫ਼ਜ਼ ਲੱਗਿਆ ਹੋਇਆ ਉੱਥੇ। ਗੁਰੂ ਨਾਨਕ ਨੇ ਅਬ ਨਾਲ ਲੱਗਿਆ। ਅਬ ਦਾਲ। ਅਬ ਕਿਉਂ ਉਗਵੇ ਦਾਲ? ਅਬ ਨਾਲ ਲੱਗਿਆ ਹੋਇਆ। ਉੱਥੇ ਦਾਲੀ ਸੀ ਤੇ ਦਾਲ। ਅਬ ਕਿਉਂ ਉਗਵੇ ਦਾਲ? ਅਬ ਔਰ ਦਾਲ ਦੋਏ ਇਕੱਠੇ ਨੇ। ਉਹਨੇ ਚੱਕ ਕੇ ਉੱਥੋਂ ਲੈਂਦਾ ਹੋਇਆ ਸ਼ਬਦ। ਜਾਂ ਮਨ ਲੱਭ ਲਿਆ ਨਾ ਬੁੱਧੀ ਨੇ ਤਾਂ ਮਨ ਨੂੰ ਕਹਿ ਰਹੀ ਆਓ ਕਲੰਦਰ ਕੇਸਵਾ। ਕਲੰਦਰ ਹੁੰਦਾ ਜਿਹੜਾ ਭੇਸ ਬਦਲੇ। ਮਨ ਭੇਸ ਬਦਲਦਾ ਨਾ ਸਰੀਰ ਤੇ। ਜਦ ਤਨ ਵਿੱਚੋਂ ਮਨ ਖੋਜਿਆ ਬੁੱਧੀ ਨੇ, ਉਹਨੂੰ ਸੰਬੋਧਨ ਕਰਕੇ ਕਹਿ ਰਹੀ ਆਓ ਕਲੰਦਰ ਕੇਸਵਾ। ਤੂੰ ਤਾਂ ਕੇਸਵਾ ਸੀਗਾ, ਕਲੰਦਰ ਕਦੋਂ ਬਣ ਗਿਆ? ਕੇਸਵਾ ਤੋਂ ਕਲੰਦਰ ਬਣਿਆ ਹੈ। ਤੂੰ ਤਾਂ ਕੇਸੋ ਸੀ ਪਰ ਅੱਧਾ ਹੈ ਨਾ। ਕੇਸਵਾ ਨੂੰ ਟੁੱਟ ਕੇ ਜੋ ਆ ਗਿਆ, ਕੇਸਵਾ ਨੂੰ ਤਾਂ ਟੁੱਟ ਕੇ ਆ ਗਿਆ ਨਾ ਅੱਧਾ।
ਤੂੰ ਤਾਂ ਕਲੰਦਰ ਕੇਸਵਾ ਸੀ, ਤੂੰ ਤਾਂ ਜੋਤ ਸਰੂਪ ਸੀ, ਤੂੰ ਮਾਇਆਧਾਰੀ ਕਿਵੇਂ ਹੋ ਗਿਆ? ਤੈਂ ਸਰੀਰ ਕਿਵੇਂ ਤੈਂ ਕੱਪੜੇ ਕਹੇ ਜੇ ਪਾ ਲਏ, ਸਰੀਰ ਤਾਂ ਸ਼ਕਲ ਕਹੇ ਜੀ ਬਣਾ ਲਈ। ਕਰ ਅਬ ਦਾਲੀ ਭੇਸਵਾ, ਆ ਦਾਲੀ ਦਾਲ ਵਾਲਾ ਭੇਸ ਕਿਵੇਂ ਕਰ ਲਿਆ ਤੇਰਾ? ਓਹੋ, ਦਾਲ ਵਾਲਾ ਭੇਸ ਕਰਕੇ ਤੈਨੂੰ ਕੱਪੜੇ ਪਾ ਕੇ ਇੱਕ ਬਣਨਾ ਪਿਆ। ਅੱਧੀ ਮਾਇਆ ਅੱਧਾ ਤੂੰ, ਤਾਂ ਇੱਕ ਹੋਇਆ। ਗੁਰੂ ਨਾਨਕ ਨੇ ਕਿਹਾ ਅਬ ਕਿਉਂ ਕਹੇ ਦਾਲ, ਅਬ ਦਾਲ ਅਬ ਦਾਲੀ, ਕਿੱਡਾ ਆਪਸ ਵਿੱਚ ਸੰਬੰਧ ਹੈ। ਸਾਰੇ ਸ਼ਬਦਾਂ ਦਾ ਇਵੇਂ ਸੰਬੰਧ ਹੁੰਦਾ। ਜਿਹਨੇ ਖੋਜ ਕਰਨੀ ਉਹਨੂੰ ਪਤਾ ਹੈ ਵੀ ਕਿੱਥੇ ਕਿੱਥੇ ਕੀ ਕੀ ਕਿਵੇਂ ਹੈ। ਇਵੇਂ ਹੀ ਦੱਸ ਦੇ ਵਿੱਚ ਇਹ ਵਿਦਵਾਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ? ਇਹ ਤਾਂ ਸੁੱਤੇ ਪਏ ਨੇ, ਸੁੱਤੇ ਪਏ ਨੇ। ਇਹਨਾਂ ਨੇ ਨਾਲੇ ਖੋਜ ਤੇ ਲੈਣਾ ਕੀ ਸੀ? ਇਹਨਾਂ ਨੇ ਤਾਂ ਸੌਖੀ ਜੀ ਇੱਕ ਅੱਧੀ ਵਾਰ ਪੜ੍ਹ ਕੇ ਨਾ, ਇਹ ਤਾਂ ਬਸ ਗਿੱਦੜ ਮੰਗੂ ਨਾ ਵੱਟ ਨਰਮੇ ਦੀ ਲੰਘ ਕੇ ਰਜਾਈ ਭਰਾ ਲਿਆਉਂਦੇ ਨੇ। ਵੱਟ ਲੰਘੇ ਨਰਮੇ ਦੇ ਖੇਤ ਦੀ, ਕਹਿੰਦੇ ਰਜਾਈ ਭਰਾ ਲਿਆਂਦੀ ਅਸੀਂ। ਇਹ ਤਾਂ ਉਹ ਨੇ ਵਿਦਵਾਨ ਵੀ ਅਸੀਂ ਸਭ ਪੜ੍ਹ ਲਿਆ ਜੀ, ਪੜ੍ਹਿਆ ਹੋਇਆ ਸਾਡਾ 10 ਗ੍ਰੰਥ, ਸਾਨੂੰ ਸਭ ਪਤਾ। ਇਹ ਤਾਂ ਨਰਮੇ ਦੀ ਵੱਟ ਤੁਰੇ ਨੇ, ਜੋ ਖਬਰੀ ਕੋਈ ਵੱਟ ਦੇ ਨੇੜੇ ਵੀ ਨਹੀਂ ਗਿਆ, ਉਹੀ ਸੁਣੀ ਸੁਣਾਈ ਉਹ ਕਹੀ ਜਾਂਦੇ ਨੇ। ਇਹ ਰਜਾਈ ਦੇ ਥੱਲੇ ਭਰਾਈ ਫਿਰਦੇ ਨੇ। ਔਰ ਚੀਕਾਂ ਫਿਰ ਸਾਰੇ ਗਿੱਦੜ ਮਾਰਦੇ ਹੁੰਦੇ ਨੇ, ਜਾਂ ਪਾਲਾ ਲੱਗਦਾ ਮਾਰਦਾ ਨਾ ਚੀਕਾਂ। ਉਹਨੂੰ ਪੁੱਛੇ ਵੀ ਚੀਕਾਂ ਕਾਹਦੇ ਮਾਰਦੇ ਹੁਣ ਤੁਸੀਂ? ਪਾਲਾ ਲੱਗਦਾ ਨਾ। ਰਜਾਈ ਦੇ ਥੱਲੇ ਕੱਢ ਲਓ ਜਿਹੜੇ ਹੈਗੇ, ਉਹ ਹੈ ਹੀ ਨਹੀਂ। ਗੁਰਬਾਣੀ ਦੀ ਕੋਈ ਸਮਝ ਨਹੀਂ ਹੈ। ਜਾਂ ਕੋਈ ਸਵਾਲ ਆ ਜਾਂਦਾ ਕਰ ਦਿੰਦਾ, ਫਿਰ ਸੁਭੋਗਨ ਕਹਿੰਦਾ ਵੀ ਇਹਦਾ ਕੋਈ ਜਵਾਬ ਦਿਓ। ਚੀਕਾਂ ਹੀ ਨੇ, ਹੋਰ ਕੀ ਹੈ? ਫਿਰ ਇੱਕ ਸਵਾਲ ਦਾ ਜਵਾਬ ਤੁਹਾਡੇ ਕੋਲ ਕਿਉਂ ਨਹੀਂ ਹੈ? ਜੇ ਤੁਸੀਂ ਪੜ੍ਹ ਲਿਆ ਸਮਝ ਲਿਆ, ਤੁਹਾਡੇ ਕੋਲ ਜਵਾਬ ਕਿਉਂ ਨਹੀਂ ਹੈ? ਜਵਾਬ ਦੂਆਂ ਤੇ ਪੁੱਛੋ, ਗਦੈਲੇ ਤੁਹਾਡੇ ਕੋਲ ਭਰਾਏ ਹੋਏ ਨੇ। ਗੁਰਬਾਣੀ ਤੁਸੀਂ ਸਮਝੀ ਬੈਠੇ ਸਾਰੀ। ਇਹ ਬਲੈਕਮੇਲਰ ਨੇ ਸਾਰੇ, ਇਹ ਤਾਂ ਬਲੈਕਮੇਲਰ ਨੇ, ਬਲੈਕਮੇਲ ਕਰਦੇ ਨੇ ਲੋਕਾਂ ਨੂੰ। ਇਹ ਜਾਣਬੁੱਝ ਕੇ ਕਰ ਰਹੇ ਨੇ ਬਲੈਕਮੇਲ। ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਹੈ, ਸਭ ਪਤਾ ਉਹਨਾਂ ਨੂੰ। ਆਪਾਂ ਨੂੰ ਤਾਂ ਜਾਣਦਾ ਹੀ ਹੈ ਸਪੋਕਸਮੈਨ, ਆਪਾਂ ਉਹਨੂੰ ਜਾਣਦੇ, ਮੈਨੂੰ ਕੱਖ ਵੀ ਨਹੀਂ ਪਤਾ। ਬਲੈਕਮੇਲ ਕਰਦਾ। ਬਲੈਕਮੇਲ ਤਾਂ ਅਪਰਾਧ ਹੈ ਬਹੁਤ ਬੜਾ। ਬਲੈਕਮੇਲ ਦੀ ਬਹੁਤ ਤਕੜੀ ਸਜ਼ਾ ਮਿਲਦੀ ਹੁੰਦੀ ਹੈ। ਇੱਥੇ ਨਹੀਂ ਮਿਲੂ, ਦਰਗਾਹੀ ਮਿਲੂਗੀ। ਪਹਿਲਾਂ ਹੀ ਮਿਲੀ ਹੋਈ ਹੈ ਉਹਨੂੰ ਸਜ਼ਾ। ਉਹਨੂੰ ਪੁੱਛੇ ਤੈਨੂੰ ਪਹਿਲਾਂ ਹੀ ਸਜ਼ਾ ਤਾਂ ਪਹਿਲਾਂ ਹੀ ਮਿਲੀ ਹੋਈ ਹੈ। ਜੇ ਸੋਚਿਆ ਤਾਂ ਪਹਿਲੇ ਵੀ ਤੇਰੀ ਸਜ਼ਾ ਮਿਲੀ ਹੋਈ ਹੈ। ਪਰ ਆਦਮੀ ਵਿਚਾਰੇ ਤਾਂ ਹੈ ਨਾ ਸਜ਼ਾ। ਗਾਹ ਨੂੰ ਕੀ ਬਣੂਗਾ ਤਾਂ ਤੈਨੂੰ ਦੱਸਾਂਗੇ ਨਾ। ਅਸੀਂ ਕਾਹਨੂੰ ਕਹਿਣਾ ਕੀ ਬਣੂਗਾ? ਗਾਹ ਨੂੰ ਤਾਂ ਉਹੀ ਬਣੂ ਜੋ ਗੁਰੂ ਕਰੂਗਾ ਨਾ। ਗਾਹ ਨੂੰ ਬਹੁਤ ਕੁਝ ਹੋਣ ਵਾਲਾ ਹੈ। ਦੀਰਘ ਤਰਭੰਗੀ ਛੰਦ। ਦੁਰਜਨ ਦਲ ਦੰਡਨ, ਦੁਰਜਨ ਦਲ ਦੰਡਨ। ਜਿਹੜੇ ਦੁਰਜਨ ਨੇ ਨਾ, ਇਹ ਸਾਰੇ ਦੁਰਜਨ ਨੇ ਜਿਨ੍ਹਾਂ ਦੀ ਗੱਲ ਕਰਦੇ ਆ ਆਪਾਂ। ਦੁਰਜਨ ਕੌਣ ਹੁੰਦੇ ਨੇ? ਗੁਰਮਤ ਤੋਂ ਵੱਖਰਾ ਰਾਹ ਕੱਢ ਕੇ ਦੂਰ ਲਿਜਾਣ ਵਾਲੇ, ਸੱਚ ਤੋਂ ਦੂਰ ਲਿਜਾਣ ਵਾਲੇ ਲੋਕ ਸਾਰੇ ਦੁਰਜਨ ਨੇ। ਜਿਹੜੇ ਪਬਲਿਕ ਨੂੰ ਸੱਚ ਤੋਂ ਦੂਰ ਲੈ ਕੇ ਜਾਂਦੇ ਨੇ, ਦੁਰਜਨ ਨੇ ਉਹ। ਇਹਨਾਂ ਦੇ ਦਲਾਂ ਨੂੰ ਦੰਡਨ, ਹੁਕਮ ਦੇ ਨਾਲ ਇਹਨਾਂ ਨੂੰ ਦੰਡ ਮਿਲਣਾ, ਸਜ਼ਾ ਇਹਨਾਂ ਨੂੰ ਮਿਲਣੀ ਹੈ। ਇਹ ਹੁਕਮ ਹੈ ਨਾ। ਭਗਉਤੀ ਕੀ ਹੈ? ਭਗਉਤੀ ਹੁਕਮ ਹੈ। ਉਹ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹ ਵੀ ਭਗਉਤੀ ਉਹ ਹੈ। ਉਹ ਹੁਕਮ ਦੀ ਉਹ ਗੱਲ ਕਰਦਾ, ਆਪਣੀ ਤਾਂ ਕਰਦਾ ਹੀ ਨਹੀਂ ਉਹ ਗੱਲ। ਹੁਕਮ ਦਾ ਨਾਮ ਭਗਉਤੀ ਹੈ। ਜਿਹੜਾ ਹੁਕਮ ਦੇ ਵਿੱਚ ਸਮਾਇਆ ਹੋਇਆ ਨਾ, ਸ਼ਬਦ ਵਿੱਚ ਸਮਾਇਆ ਹੋਇਆ, ਉਹ ਵੀ ਭਗਉਤੀ ਹੈ। ਬਸ ਇੰਨਾ ਹੀ ਫਰਕ ਹੈ। ਭਗਉਤੀ ਜੋ ਸੋ ਜੋ ਭਗਵੰਤੇ ਜਾਣੇ, ਜਿਹਨੇ ਹੁਕਮ ਨੂੰ ਜਾਣ ਲਿਆ, ਹੁਕਮ ਬੁੱਝ ਲਿਆ, ਉਹ ਭਗਉਤੀ ਹੈ। ਇਹ ਉਹਦਾ ਹੁਕਮ ਭਗਉਤੀ ਹੈ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜਿਉ। ਜਿਹੜਾ ਗੁਰ ਸ਼ਬਦ ਵਿੱਚ ਸਮਾਇਆ ਹੋਇਆ ਹੈ ਉਹ ਭਗਉਤੀ ਹੈ। ਜਿਉਂਦਾ ਹੀ ਸ਼ਬਦ ਵਿੱਚ, ਜਿਹੜਾ ਜਿਉਂਦਾ ਹੀ ਸ਼ਬਦ ਵਿੱਚ ਸਮਾਇਆ ਹੋਇਆ ਨਾ, ਸੁਰਤ ਸ਼ਬਦ ਵਿੱਚ ਸਮਾਈ ਰਹਿੰਦੀ ਹੈ ਜਿਹਦੀ, ਉਹ ਜਿਉਂਦਾ ਹੀ ਭਗਉਤੀ ਹੈ। ਸਰੀਰ 'ਚ ਨਹੀਂ ਸਮਾਇਆ ਹੁੰਦਾ। ਉਹ ਮਨ ਮਾਇਆ ਦੇ ਵਿੱਚੋਂ ਨਿਕਲ ਕੇ ਸ਼ਬਦ ਦੇ ਵਿੱਚ ਸਮਾ ਜਾਂਦਾ, ਉਹਨੂੰ ਭਗਉਤੀ ਕਹਿੰਦੇ ਨੇ। ਹੁਣ ਇਹਨਾਂ ਨੇ ਤਾਂ ਗੱਲ ਮੰਨਣੀ ਨਹੀਂ ਵੀ ਹੋ ਹੀ ਨਹੀਂ ਸਕਦਾ, ਫਿਰ ਸਰੀਰ ਨਹੀਂ ਜਿਉਂਦਾ ਰਹਿ ਸਕਦਾ।
ਜੇ ਇਹ ਨਹੀਂ ਮੰਨਣੀ ਫਿਰ ਇਹ ਸਿੱਖੀ ਨੂੰ ਅਸਤੀਫਾ ਦੇ ਦੇਣ, ਛੱਡ ਦੇਣ ਸਿੱਖੀ, ਇਹਨਾਂ ਦੀ ਸਮਝ ਨਹੀਂ ਆਉਣੀ। ਜੇ ਇਹ ਗੱਲ ਇਹ ਮੰਨ ਨਹੀਂ ਸਕਦੇ ਨਾ, ਇਹਨਾਂ ਦੀ ਸਮਝ ਤੋਂ ਪਰੇ ਹੈ, ਫਿਰ ਇਹ ਸਿੱਖੀ ਨਹੀਂ ਇਹਨਾਂ ਦੀ ਸਮਝ ਆਉਣੀ। ਇਹ ਸਬਜੈਕਟ ਛੱਡ ਦੇਣ। ਸਾਰੇ ਸਬਜੈਕਟ ਸਾਰੇ ਨਹੀਂ ਪੜ੍ਹਦੇ ਹੁੰਦੇ। ਲੋਕ ਮੈਥ ਔਰ ਸਾਇੰਸ ਕਿਉਂ ਨਹੀਂ ਲੈਂਦੇ? ਕਹਿੰਦੇ ਵੀ ਮੇਰੇ ਬਸ ਦੀ ਗੱਲ ਨਹੀਂ ਪੜ੍ਹਨੀ। ਇਹ ਸਬਜੈਕਟ ਛੱਡ ਦੇਣ, ਹੋਰ ਲੈ ਲੈਣ, ਕੋਈ ਮੂਰਤੀ ਪੂਜਾ ਵਾਲਾ ਲੈ ਲੈਣ, ਕੋਈ ਹੋਰ ਲੈ ਲੈਣ। ਹੋਰ ਬਥੇਰੇ ਧਰਮ ਨੇ, ਹੋਰ ਧਰਮ ਬਹੁਤ ਨੇ, ਸਬਜੈਕਟ ਉਹਨਾਂ ਦੇ ਹੋਰ ਨੇ। ਸਾਡਾ ਸਬਜੈਕਟ ਬਹੁਤ ਔਖਾ ਹੈ, ਨਿਰਾਕਾਰੀ ਸਬਜੈਕਟ ਹੈ ਗੁਰਮਤਿ ਦਾ। ਜਿਹਨੂੰ ਇਹ ਔਖਾ ਲੱਗਦਾ ਛੱਡ ਕੇ ਕੋਈ ਹੋਰ ਸੌਖਾ ਸਬਜੈਕਟ ਲੈ ਲਵੇ। ਦੁਨੀਆ 'ਚ ਸਕੂਲ ਕਾਲਜ ਬਹੁਤ ਨੇ, ਧਰਮ ਬਥੇਰੇ ਨੇ। ਠੇਕਾ ਨਹੀਂ ਲਿਆ ਹੋਇਆ ਤੁਸੀਂ ਸਿੱਖੇ ਰਹਿਣਾ। ਸਿੱਖ ਰਹਿਣੇ ਤਾਂ ਲੈਣ ਇਹੀ ਹੋਊਗੀ। ਇਹ ਨਹੀਂ ਸਮਝ ਆਉਂਦਾ ਕੋਈ ਸੌਖਾ ਧਰਮ ਅਪਣਾ ਲਓ। ਕੋਈ ਜ਼ਰੂਰੀ ਆ ਤੁਸੀਂ ਸਿੱਖ ਬਣਨਾ, ਡਾਕਟਰ ਨੇ ਦੱਸਿਆ, ਤੇ ਨਹੀਂ ਚੁੱਪ ਕਰਕੇ ਬਹਿ ਜਾਓ, ਹਥਿਆਰ ਸੁੱਟ ਕੇ ਬਹਿ ਜਾਓ ਵੀ ਭਾਈ ਸਾਡੇ ਨਹੀਂ ਸਮਝ ਆਉਂਦਾ। ਉਹ ਜਿਹੜੇ ਇਹੋ ਜਿਹੇ ਹੁੰਦੇ ਨੇ ਪਿੱਛੇ ਬਹਿ ਜਾਂਦੇ ਹੁੰਦੇ ਨੇ ਮੁੰਡੇ, ਜਿਹਨਾਂ ਦੀ ਸਮਝ ਨਹੀਂ ਆਉਂਦੀ, ਕਲਾਸ 'ਚ ਵੀ ਪਿੱਛੇ ਬਿਠਾ ਦਿੰਦੇ ਨੇ ਉਹਨਾਂ ਨੂੰ। ਨਾ ਉਹਨਾਂ ਦੇ ਸਵਾਲ ਪੁੱਛਣਾ, ਨਾ ਉਹਨਾਂ ਦੀ ਸਮਝ ਆਉਣਾ। ਉਹ ਆਪਣੇ ਰੋਟੀ ਖਾਂਦੇ ਨੇ, ਕਾਲਜ ਆਉਂਦੇ ਨੇ, ਚਲੇ ਜਾਂਦੇ ਨੇ, ਫੇਲ ਹੀ ਰਹਿੰਦੇ ਨੇ। ਪਾਸ ਤਾਂ ਉਹਨਾਂ ਨੇ ਹੋਣਾ ਹੀ ਨਹੀਂ ਹੁੰਦਾ। ਘਰ ਦੇ ਜ਼ਬਰਦਸਤੀ ਭੇਜੀ ਜਾਂਦੇ ਨੇ। ਇਹ ਲੀਡਰ ਬਣਨ ਦੇ ਕਾਬਲ ਨਹੀਂ ਹਨ ਸਿੱਖਾਂ ਦੇ। ਲੀਡਰ ਉਹ ਬਣਨਗੇ ਜਿਹੜੇ ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ। ਸਮਝ ਕੇ ਸਮਝਾਉਣ ਦੀ ਕਪੈਸਿਟੀ ਰੱਖਦੇ ਨੇ, ਉਹ ਵੀ ਲੀਡਰ ਨਹੀਂ ਹੁੰਦੇ। ਇੱਥੇ ਉਹ ਵੀ ਦਾਸ ਹੁੰਦੇ ਨੇ। ਲੀਡਰ ਨਹੀਂ ਇੱਥੇ ਮਿਲਦੀ ਹੈਗੀ ਕਿਸੇ ਨੂੰ। ਲੀਡਰੀ ਦਾ ਤਾਂ ਭਾਂਡੇ ਮਾਂਜਣ ਦੀ, ਜੁੱਤੀਆਂ ਝਾੜਨ ਦੀ, ਜਿਹਨੇ ਲੈਣੀਆਂ ਲੈ ਲਵੇ। ਜੇ ਕਹਿੰਦਾ ਲੀਡਰੀ ਲੈਣੀ ਹੈ, ਜੁੱਤੀਆਂ ਝਾੜਨ ਦੀ ਔਰ ਭਾਂਡੇ ਮਾਂਜਣ ਦੀਆਂ ਲੈ ਲਵੇ। ਘੋੜਿਆਂ ਦੀ ਲੱਤ ਚੱਕਣ ਦੀ ਉਹ ਲੈ ਲਵੇ। ਇਹ ਲੀਡਰੀ ਹੈ ਇੱਥੇ ਤਾਂ, ਜਿਹਨੇ ਲੈਣੀ ਆ ਜਾਵੇ ਲੈ ਲਵੇ। ਦੂਈ ਲੀਡਰੀ ਸਖਤਾਂ ਵਾਲੀ ਹੈ, ਉਹ ਨਹੀਂ ਹੁਣ ਰਹਿਣੀ। ਗਾਹਾਂ ਨੂੰ ਖਤਮ ਹੈ। ਉਹ ਚੱਲ ਲਈ ਤੁਹਾਡੀ 300 ਸਾਲ ਤੁਹਾਨੂੰ ਦੇ ਦਿੱਤੇ। ਲੋਕਾਂ ਨੇ ਵੀ ਭਰਮ ਚਲੇ ਟੁੱਟ ਗਏ ਨਾ। ਦੇਖ ਲਿਆ ਸਾਰੇ ਸਵਾਦ, ਦੇਖ ਲਏ ਸੰਤ ਵੀ, ਦੇਖ ਲਏ ਲੀਡਰ ਵੀ, ਦੇਖ ਲਏ ਕੀਰਤਨੀਏ ਵੀ, ਦੇਖ ਲਏ ਇਹਨਾਂ ਦੇ ਕਥਾਵਾਚਕ ਵੀ, ਦੇਖ ਲਏ। ਦੇਖਿਆ ਜਿਹੜਾ ਰਹਿੰਦਾ ਹੋਰ ਆ ਜਾਵੇ ਬਾਹਰ, ਜਿਹੜਾ ਰਹਿ ਗਿਆ ਉਹ ਅਸੀਂ ਤਾਂ ਸਾਰਿਆਂ ਨੂੰ ਟਾਈਮ ਦੇ ਦਿੱਤਾ। 300 ਸਾਲ ਨਹੀਂ ਬੋਲੇ, ਉਹਨੇ ਸਾਰਿਆਂ ਨੂੰ ਟਾਈਮ ਦੇ ਦਿਓ ਭਾਈ। ਜਿਹੜਾ ਆਦਮੀ ਹੁੰਦਾ ਲੀਡਰ ਪਿੱਛੋਂ ਬੋਲਦਾ ਹੁੰਦਾ। ਲੀਡਰ ਦਾ ਮਤਲਬ ਜਿਹੜਾ ਜਿਹਨੇ ਰਾਹ ਦੱਸਣਾ ਹੈ। ਲੀਡਰ ਦਾ ਮਤਲਬ ਇਹ ਨਹੀਂ ਹੈਗਾ ਹਕੂਮਤ ਕਰਨ ਵਾਲਾ। ਸਾਡੇ ਕੋਲ ਲੀਡਰ ਦਾ ਮਤਲਬ ਰਾਹ ਦੱਸਣ ਵਾਲਾ। ਸੇਵਕ ਸਾਧੂ ਆਗੂ ਜਾਣੀ ਹੈ। ਹਾਂ, ਆਗੂ ਹੈ ਜਿਹੜਾ ਅਗਵਾਈ, ਉਹ ਪਿੱਛੋਂ ਬੋਲਦਾ ਹੁੰਦਾ। ਔਰ ਆਗੂ ਜਿਹੜਾ ਕਰਦਾ ਹੁੰਦਾ, ਭਾਵੇਂ ਸਾਰਿਆਂ ਦੇ ਕੱਪੜੇ ਉਹੀ ਧੋਂਦਾ। ਨਿਆਣਿਆਂ ਦੇ ਜੇ ਲੜ ਪੈਣ ਵੀ ਅਸੀਂ ਆਹ ਕੰਮ ਨਹੀਂ ਕਰਨਾ, ਉਹ ਕਹਿੰਦਾ ਮੈਂ ਕਰ ਲੈਣਾ, ਤੁਸੀਂ ਪਰ ਲੜੋ ਨਾ। ਜਿਹੜਾ ਕੰਮ ਕੋਈ ਨਹੀਂ ਨਾ ਕਰਦਾ, ਘਟੀਆ ਤੋਂ ਘਟੀਆ ਫਿਰ ਉਹ ਕਰਦਾ। ਜੇ ਖਾਣ ਨੂੰ ਕਿਸੇ ਨੂੰ ਨਾ ਬਚੇ, ਉਹ ਕਹਿੰਦਾ ਮੈਨੂੰ ਨਾ ਦਿਓ, ਤੁਸੀਂ ਦੁੱਧ ਤੁਸੀਂ ਪੀ ਲਓ, ਪਰ ਲੜੋ ਨਾ। ਇਹ ਆਗੂ ਬਣਾ ਹੁੰਦਾ। ਹੋਰ ਆਗੂ ਬਣੇ ਤੇ ਕੀ ਹੁੰਦਾ? ਇਹੀ ਆਗੂ ਬਣਾ ਅਸਲੀ ਹੈ। ਹਾਂਜੀ, ਅਸੁਰ ਬਿਹੰਡਣ ਦੁਸ਼ਟ ਜਿਹੜਾ ਸੇਵਾ ਥੋੜੀ ਮੰਗਣ ਬਹੁਤਾ ਨਾ, ਸੇਵਾ ਥੋੜੀ ਮੰਗਣ ਬਹੁਤਾ, ਉਹ ਤਾਂ ਖੰਡਨ ਕੀਤਾ ਹੋਇਆ ਗੁਰਬਾਣੀ 'ਚ। ਇੱਥੇ ਸੇਵਾ ਥੋੜੀ ਮੰਗਣ ਬਹੁਤਾ, ਇਹ ਮਨਮੁਖ ਹੈ। ਸੇਵਾ ਥੋੜੀ ਮੰਗਣ ਬਹੁਤਾ, ਇੱਥੇ ਸੇਵਾ ਹੀ ਸੇਵਾ ਮੰਗਣ ਹੈ ਉਹ ਨਹੀਂ ਗੁਰਮੁਖ ਦਾ। ਸੇਵਾ ਤਾਂ ਸੇਵਾ ਹੀ ਹੈ, ਸਾਰਾ ਦਿਨ ਸੇਵਾ ਹੀ ਸੇਵਾ। ਮੰਗਣਾ ਕੁਛ ਵੀ ਨਹੀਂ। ਜਦੋਂ ਮੰਗਦਾ ਹੀ ਨਹੀਂ, ਫਿਰ ਉਹ ਕਹਿੰਦਾ ਸਮਝਾ ਤੇਰਾ ਹੋਏ। ਜਦ ਮੰਗਦਾ ਹੀ ਨਹੀਂ, ਇਹ ਜਿਹੜਾ ਮਰਜ਼ੀ ਚੱਕ ਲਵੇ, ਜੋ ਮਰਜ਼ੀ ਖਾ ਲਵੇ, ਜੋ ਮਰਜ਼ੀ ਪੀ ਲਵੇ ਭਾਈ। ਇਹਦੇ ਤਾਂ ਕੋਈ ਪਾਬੰਦੀ ਨਹੀਂ, ਇਹਨੂੰ ਪੁੱਛਣ ਦੀ ਲੋੜ ਨਹੀਂ। ਇਹ ਤਾਂ ਖਾਂਦਾ ਹੀ ਨਹੀਂ। ਜੇ ਕੋਈ ਨੌਕਰ ਇਹੋ ਜਿਹਾ ਹੋਵੇ ਆਪਣਾ, ਖਾਵੇ ਹੀ ਨਾ, ਆਪਣਾ ਹਿੱਸਾ ਦੇ ਦੀ, ਉਹ ਵੀ ਰੱਖ ਕੇ ਭੁੱਲ ਜਾਵੇ। ਉਹਨੂੰ ਵੀ ਦੇਈਏ ਵੀ ਤੂੰ ਆ ਭਾਈ ਦੁੱਧ ਪੀ ਲਈ, ਭੁੱਲ ਜਾਵੇ ਕੰਮ ਕਰਦਾ। ਆਪਾਂ ਕੀ ਕਹਾਂਗੇ? ਜੇ ਵੱਧ ਪੀ ਜਾਵੇ ਕਿਸੇ ਦਿਨ, ਡੁੱਲ ਜਾਵੇ ਉੱਤੇ, ਕਦੇ ਆਪਾਂ ਨਹੀਂ ਕਹਿੰਦੇ। ਕੋਈ ਵੀ ਨਹੀਂ ਕਹਿ ਸਕਦਾ। ਇਹੋ ਜਿਹਾ ਹੀ ਸੁਭਾਅ ਹੈ ਉਹਦਾ। ਪਰਮੇਸ਼ਰ ਦਾ ਵੀ ਐਸਾ ਹੀ ਸੁਭਾਅ ਹੈ, ਆਪਣਾ ਵੀ ਐਸਾ ਹੀ ਸੁਭਾਅ ਹੈ। ਅਸੁਰ ਬਿਹੰਡਣ ਦੁਸ਼ਟ ਨਿਕੰਦਨ ਆਦ ਬਿਰਤੇ। ਅਸੁਰ ਬਿਹੰਡਣ, ਅਸੁਰ ਜਿਹੜੇ ਨੇ, ਅਸੁਰ ਕੀ ਹੁੰਦਾ? ਵਿਰੋਧੀ ਸੁਰ ਨੂੰ ਅਸੁਰ ਕਹਿੰਦੇ ਨੇ। ਗੱਲ ਹੁਣ ਇਹ ਸਮਝਣੀ ਹੈ ਲਫ਼ਜ਼ ਦਾ, ਕੱਲੇ ਕੱਲੇ ਦਾ ਮਤਲਬ। ਦੋ ਸੁਰਾਂ ਨੇ ਸਾਡੇ ਅੰਦਰ ਬੋਲਦੀਆਂ ਬਾਜੇ ਦੀਆਂ। ਇੱਕ ਤਾਂ ਮਨ ਦਾ ਬੋਲਦਾ ਹੁਕਮ ਕੀ ਹੈ? ਮਨ ਭਾਵਦੇ, ਇਹ ਅਸੁਰ ਹੈ। ਜਿਹੜਾ ਹੁਕਮ ਹੈ ਨਾ,
ਗੁਰ ਕਾ ਭਾਣਾ, ਉਹ ਤਾਂ ਵਿਰੋਧੀ ਜਿਹੜੀ ਸੁਰ ਹੈ ਨਿਕਲਦੀ, ਉਹਨੂੰ ਅਸੁਰ ਕਹਿੰਦੇ ਨੇ। ਸੁਰ ਬਾਜੇ ਦੀ ਨਹੀਂ ਨਿਕਲਦੀ, ਇਹਦੇ ਅੰਦਰੋਂ ਦੋ ਸੁਰਾਂ ਨਿਕਲਦੀਆਂ ਨੇ। ਸਾਡੇ ਅੰਦਰੋਂ ਦੁਚਿੱਤੀ ਜਿੰਨਾ ਜਿਹੜਾ ਦੋ ਸੁਰਾਂ ਨਿਕਲਦੀਆਂ ਨੇ, ਜਿਹੜੀਆਂ ਮਨ ਦੀਆਂ ਇੱਛਾਵਾਂ ਨੇ, ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫ ਨੇ। ਉਹ ਬਹੁਤ ਸਾਰੀਆਂ, ਕਿਹੜੀ ਸੁਰੇ ਦੀ ਖਿਲਾਫ ਰਹਿਣੀ ਹੈ, ਕਿਹੜੀ ਅੱਗੇ ਰਹਿਣੀ ਹੈ, ਸਾਨੂੰ ਕੋਈ ਪਤਾ ਨਹੀਂ। ਇਸ ਕਰਕੇ ਸੁਰ ਮਨ ਦੇ ਵਿੱਚੋਂ ਜੋ ਨਿਕਲਦਾ ਨਾ ਇੱਛਾ, ਇਹ ਅਸੁਰ ਹੈ। ਜੋ ਗੁਰ ਕਾ ਭਾਣਾ ਉਹ ਸੁਰ ਹੈ। ਗੁਰ ਕੇ ਭਾਣੇ 'ਚ ਰਹਿਣਾ ਤਾਂ ਇੱਕ ਸੁਰ ਰਹਿਣਾ, ਫਿਰ ਤਾਂ ਸੁਰ ਹੈ। ਜੇ ਤਾਂ ਗੁਰ ਕੇ ਭਾਣੇ 'ਚ ਰਹੇ ਫਿਰ ਤਾਂ ਸੁਰ ਹੈ, ਫਿਰ ਤਾਂ ਦੇਵਤਾ ਹੈ। ਜੇ ਆਪਣਾ ਭਾਣਾ ਨਾਲ ਹੋਵੇ ਨਾ, ਭੇਰੀ ਛੱਡੋ ਰੱਡ, ਜੇ ਆਪਣੀ ਤੂਤੀ ਨਾਲ ਵਜਾਈ ਜਾਵੇ, ਭੇਰੀ ਛੱਡੋ ਰੱਡ, ਉਹ ਕੁਛ ਵਜਾਉਂਦਾ ਕੁਛ ਵਜਾਉਂਦਾ, ਫੇਰ ਅਸੁਰ ਹੈ। ਇਹਦੀ ਆਵਾਜ਼ ਅਸੁਰ ਹੈ। ਉਹ ਬਿਹੰਡਨ, ਅਸੁਰ ਬਿਹੰਡਨ। ਬਿਹੰਡਨ ਕੀ ਹੈ? ਉਹਦਾ ਬੰਦ ਕਰ ਦੇਣਾ, ਉਹਨੂੰ ਦੂਈ ਸੁਰ ਨੂੰ ਬੰਦ ਕਰ ਦੇਣਾ, ਬੋਲਤੀ ਬੰਦ ਕਰਨਾ ਇਹਦੀ। ਭਾਣਾ ਜੇ ਬਣੀਏ ਬੋਲਤੀ ਬੰਦ ਹੋ ਜਾਂਦੀ ਹੈ। ਹੁਕਮ ਬੋਲਤੀ ਬੰਦ ਕਰ ਦੇਣ ਵਾਲੀ ਚੀਜ਼ ਹੈ। ਜੇ ਹੁਕਮ ਦੀ ਸਮਝ ਆ ਜਾ, ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ। ਜਿਹਨੂੰ ਹੁਕਮ ਦੀ ਸਮਝ ਆ ਗਈ, ਬੋਲਤੀ ਆਪੇ ਹੀ ਬੰਦ ਹੋ ਜਾਂਦੀ ਹੈ। ਉਹ ਸੁਰ ਬਿਹੰਡਨ ਹੈ ਤੂੰ, ਤੇਰੇ 'ਚ ਸਮਰੱਥਾ ਹੈ। ਤੇਰਾ ਗਿਆਨ ਮਨ ਨੂੰ ਰੋਕ ਦਿੰਦਾ, ਮਨ ਨੂੰ ਬੰਨ ਦਿੰਦਾ। ਠਾਕੁਰ ਤਾਂ ਹੀ ਕਿਹਾ ਇਹਨਾਂ ਨੂੰ, ਠਾਕੁਰ ਮਨੁਆ ਰੱਖੋ ਠਾਏ। ਇਹਨੂੰ ਰੋਕ ਕੇ ਰੱਖ, ਮਨ ਨੂੰ ਰੋਕ ਦੇ, ਪੱਥਰ ਦਾ ਬੰਨ ਲਾ ਦੇ। ਜਿਹੜੀ ਜਾਂਦੀ ਹੈ ਨਾ, ਬਹਿੰਦੀ ਜਾਂਦੀ ਹੈ ਕੀ ਕਲਪਨਾ ਦੀ ਨਦੀ, ਇਹਨੂੰ ਰੋਕਣ ਦੀ ਸਮਰੱਥਾ ਰੱਖਦਾ ਤੂੰ। ਆਸੁਰੀ ਨਦੀ ਕਹਿੰਦੇ ਨੇ ਇਹਨੂੰ, ਆਸੁਰੀ ਨਦੀ। ਜਿਹੜੀਆਂ ਸਾਡੀਆਂ ਇੱਛਾਵਾਂ ਦੀ ਨਦੀ ਹੈ ਨਾ, ਕਲਪਨਾ ਦੀ ਨਦੀ, ਇਸ ਨੂੰ ਕਾਲੀ ਧਾਰ ਕਹਿੰਦੇ ਕਬੀਰ। ਬੁੱਢੇ ਕਾਲੀ ਧਾਰ, ਇਹ ਕਾਲੀ ਧਾਰ ਹੈ। ਪਤਾ ਨਹੀਂ ਕੀ ਹੋਣਾ ਕਿ ਨਹੀਂ ਹੋਣਾ, ਪਰ ਸੋਚੀ ਜਾਂਦੇ ਹੋ। ਸਿਰੇ ਚੜ੍ਹਨਾ ਕੀ ਨਹੀਂ ਚੜ੍ਹਨਾ, ਅਗਿਆਨਤਾ ਦੇ ਵਿੱਚ ਸੋਚਣਾ ਕਾਲੀ ਧਾਰ। ਬੁੱਢੇ ਕਾਲੀ ਧਾਰ। ਹੁਣ ਕੌਣ ਸਮਝੇ ਇਹਨਾਂ ਦੇ ਲਫ਼ਜ਼ੀ ਮਤਲਬ, ਕੌਣ ਸਮਝੇ? ਇਹ ਲਫ਼ਜ਼ੀ ਮਤਲਬ ਸਮਝਾਉਂਦੇ ਵਿਦਵਾਨ ਵੀ ਕੀ ਗੱਲ ਹੈ ਇਹ। ਫਿਰ ਸਾਨੂੰ ਕੋਈ ਰਾਏ ਦਿੰਦੇ, ਫਿਰ ਅਸੀਂ ਇਹਨਾਂ ਦੀ ਸੁਣਦੇ ਔਰ ਮੰਨਦੇ। ਹੁਣ ਪੱਲੇ ਕੀ ਕੁਛ ਨਹੀਂ ਤੁਹਾਡੇ ਜਿਹੜੇ ਕਹਿੰਦੇ, ਉਹਦਾ ਅਸੀਂ ਸਬੂਤ ਨਾਲ ਦੀ ਨਾਲ ਦੇਈ ਜਾਂਦੇ ਵੀ ਤੁਹਾਡੇ ਪੱਲੇ ਦਿਖਾਓ ਹੈ ਕੀ। ਕੋਈ ਜਿੱਦ ਨਾਲ ਨਹੀਂ ਕਹਿ ਰਹੇ, ਕੋਈ ਤੋਮਤ ਨਹੀਂ ਲਾ ਰਹੇ। ਪ੍ਰਗਟ ਕਰਨਾ ਪਬਲਿਕ ਨੂੰ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈ। ਜੋ ਅਸੀਂ ਕਿਹਾ ਸੱਚ ਕਿਹਾ, ਕੋਈ ਗੱਲ ਲਾ ਕੇ ਨਹੀਂ ਕਹੀ, ਕੋਈ ਗੁੱਸੇ ਨਾਲ ਨਹੀਂ ਕਹੀ। ਸੱਚ ਕਹਿਣਾ ਤਾਂ ਠੀਕ ਹੈ। ਵਿਦਵਾਨਾਂ ਦੇ ਪੱਲੇ ਕੱਖ ਨਾ ਜਤੀ ਥਾ, ਨਾ ਹੈ ਨਾ ਰਹੂਗਾ। ਤਿੰਨੇ ਕਾਲਾਂ 'ਚ ਵਿਦਵਾਨ ਖਾਲੀ ਦੇ ਖਾਲੀ ਰਹਿਣਗੇ। ਇਹਨਾਂ ਨੂੰ ਕਿਹਾ ਸੀ ਜਿਹੜਾ ਪਰ ਕਾਇ ਕਬੀਰ ਛੂਛਾ ਘਟ ਬੋਲਾ। ਜਿਹੜਾ ਬੋਲਦਾ ਹੁੰਦਾ ਨਾ, ਜਿਵੇਂ ਬੋਲਦੇ ਨੇ ਬੈੜ ਬੈੜ, ਛੂਛੇ ਨੇ ਅੰਦਰੋਂ ਖਾਲੀ। ਇਹ ਗੁਰਬਾਣੀਓ ਕਹਿੰਦੀ ਹੈ। ਕਹੇ ਕਬੀਰ ਛੂਛਾ ਘਟ ਬੋਲਾ, ਭਰਿਆ ਹੋਏ ਨਾ ਕਬੂਲ ਡੋਲਾ। ਜਿਹੜੇ ਭਰੇ ਹੋਏ ਤਾਂ ਡੋਲੇ ਹੀ ਨਹੀਂ, ਵੀ ਬੋਲਦੇ ਰਹਿਣ ਦੇ। ਜਦੋਂ ਅਸੀਂ ਟੱਕਣ ਚੱਕਣਾ ਹੈ ਨਾ, ਭਰਿਆ ਹੋਏ ਦਾ ਦੇਖਣਾ, ਲੋਕਾਂ ਨੇ ਆਪੇ ਹਟ ਜਾਣਗੇ। ਉਹ ਭਰਿਆ ਹੋਇਆ ਦਾ ਤਾਂ ਟੱਕਣਾ ਬੰਦ ਸੀ, ਜਿੰਨਾ ਚਿਰ ਬੋਲਦਾ ਨਹੀਂ। ਭਰਿਆ ਹੋਇਆ ਕਾਲ ਨੂੰ ਡੋਲੂਗਾ, ਪਰ ਇਹਨੂੰ ਕੋਈ ਖਤਰਾ ਨਹੀਂ ਵੀ ਸਾਰੀ ਦੁਨੀਆ ਨੂੰ ਮਗਰ ਲਾ ਲੂਗਾ। ਸਾਨੂੰ ਕਦੇ ਨਹੀਂ ਖਤਰਾ ਰਿਹਾ। ਇਹਨੂੰ ਕਈ ਸਾਲ ਹੋ ਗਏ ਬੋਲਦੇ ਨੂੰ ਵੀ ਮਗਰ ਲਾ ਲੂਗਾ। ਕਈ ਸਾਲ ਹੋ ਗਏ ਜਿੱਦਾਂ ਕਾਲਾ ਹੋਇਆ ਨਾ ਰੌਲਾ ਪਾਉਂਦੇ ਨੂੰ, ਅਸੀਂ ਕਹੇ ਚੁੱਪ ਕਰਕੇ ਬੈਠੇ ਰਹੇ ਵੀ ਜਿੱਦਣ ਅਸੀਂ ਬੋਲਣਾ ਇਹਨਾਂ ਨੇ ਆਪੇ ਸੌਂ ਜਾਣਾ। ਸੁਸਰੀ ਮੋਂ ਸੌਂ ਜਾਣਾ ਇਹਨਾਂ ਨੇ। ਇਹਨਾਂ ਦੇ ਕੋਲ ਕੁਛ ਨਹੀਂ ਹੈ ਕਹਿਣ ਨੂੰ। ਉਹ ਇਹ ਕੜਦੀ ਦੀ ਗੱਠੀ ਬਾਰ-ਬਾਰ ਦਿਖਾਈ ਜਾਂਦੇ ਨੇ। ਦੋ ਤਿੰਨ ਲਾਈਨਾਂ ਨੇ ਜਿਹੜੀਆਂ, ਉਹ ਤੇ ਸਵਾ ਕੀ ਦੱਸਿਆ ਇਹਨਾਂ ਨੇ। ਉਹ ਦੋ ਤਿੰਨ ਲਾਈਨਾਂ ਤੇ ਸਵਾ ਦੱਸਿਆ ਕੀ ਹੈ। ਆਹ 10 ਇਹਦੇ ਵਿੱਚ ਆ ਜਾਊਗਾ ਹੁਣ ਅਕਾਲ ਉਸਤਤ ਦੇ ਵਿੱਚ। ਦੇਖੋ ਕਹਾਂ ਕੀ ਆਊ ਸਿੱਧਾ ਹੀ। ਇਹਨੂੰ ਕਿੱਥੇ ਕੱਢਣਗੇ? ਇਸ ਤਰੀਕੇ ਨਾਲ ਜਗ੍ਹਾ ਜਗ੍ਹਾ ਟਿਕਾ ਕੇ ਰੱਖਿਆ ਹੋਇਆ ਕੁਛ। ਇਹਨਾਂ ਨੂੰ ਪਤਾ ਹੀ ਨਹੀਂ ਕਹਾਂ ਹੈ। ਅਸਲ 'ਚ ਇਹਨਾਂ ਨੇ ਪੜ੍ਹਿਆ ਹੀ ਹੈ ਨਹੀਂ।
ਪੜਿਆ ਨਹੀਂ ਇਹਨਾਂ ਨੇ ਦਸ ਗ੍ਰੰਥ। ਜੇ ਪੜ੍ਹ ਲੈਂਦੇ ਸਮਝ ਲੈਂਦੇ ਇਹ ਬੋਲਦੇ ਨਾ। ਇਹ ਤਾਂ ਵਿਰੋਧ ਵਾਸਤੇ, ਇਹ ਤਾਂ ਹੋਰੇ ਗੱਲ ਹੈ ਬੋਲਣ ਦੇ ਪਿੱਛੇ। ਇਹਦਾ ਤਾਰ ਕਰਨਾ ਚਾਹੁੰਦੇ ਨੇ ਤਾਂ ਪੰਥ ਨੂੰ ਆਪਣੇ ਹਿਸਾਬ ਨਾਲ, ਜਿਵੇਂ ਹੈ ਨਾ ਵੈਸਟਰਨ ਸਭਿਅਤਾ ਨੂੰ ਸਾਡੀ ਇੱਥੇ ਲਾਗੂ ਕਰਨਾ ਚਾਹੁੰਦੇ ਨੇ। ਅੰਗਰੇਜ਼ਾਂ ਦੇ ਚੇਲੇ ਨੇ ਪੈਂਟਾਂ ਪਾਈ ਫਿਰਦੇ ਨੇ, ਅਸੀਂ ਅੰਗਰੇਜ਼ਾਂ ਨੂੰ ਚੋਲੇ ਪਵਾਤੇ, ਇਹ ਅੰਗਰੇਜ਼ਾਂ ਦੇ ਚੇਲੇ ਪੈਂਟਾਂ ਪਾਈ ਫਿਰਦੇ ਨੇ। ਉਹ ਜਿਹਨੇ ਅੰਗਰੇਜ਼ਾਂ ਨੂੰ ਚੋਲੇ ਪਵਾਤੇ ਪੈਂਟਾਂ ਲਾ ਕੇ, ਉਹਨਾਂ ਨਾਲ ਤੁਸੀਂ ਕੀ ਗੱਲ ਕਰਨੀ ਹੈ? ਤੁਸੀਂ ਤਾਂ ਉਹਨਾਂ ਦੀਆਂ ਪੈਂਟਾਂ ਪਾਈ ਫਿਰਦੇ ਹੋ। ਅਸੀਂ ਉਹਨਾਂ ਦੇ ਚੋਲੇ ਪਵਾਤੇ, ਕੁਰਬਾਨਾਂ ਪਵਾਤੀਆਂ, ਔਰ ਪਵਾ ਦੇਣੀਆਂ ਨੇ ਹੋਰ ਵੀ। ਤੁਸੀਂ ਪਾ ਕੇ ਦਿਖਾਓ, ਤੁਸੀਂ ਆਪਣੇ ਲਾ ਕੇ ਦਿਖਾਓ ਪਹਿਲਾਂ। ਅਸੀਂ ਲਾ ਕੇ ਛੱਡੀਆਂ ਹੋਈਆਂ ਨੇ, ਐ ਨਹੀਂ ਆ ਵੀ ਅਸੀਂ ਜੰਮਦਿਆਂ ਨੇ ਪਾਈਆਂ ਹੀ ਨਹੀਂ ਕਦੇ। ਅਸੀਂ ਵੀ ਲਾ ਕੇ ਜਦੋਂ ਲਾਹੀ ਦੀ ਹੈ ਨਾ ਪਤਾ ਲੱਗਦਾ ਉਹਨਾਂ ਨੂੰ। ਜਾਂ ਲਾ ਕੇ ਚੋਲਾ ਪਾਉਣਾ ਹੁੰਦਾ ਪਤਾ ਲੱਗਦਾ, ਦੂਆ ਜਨਮ ਹੁੰਦਾ। ਜਦੋਂ ਤੁਸੀਂ ਪਾਓਗੇ ਨਾ ਲਾ ਕੇ, ਦੇਖ ਲਓ ਕਿੰਨਾ ਜ਼ੋਰ ਪਊਗਾ ਮਨ ਦੇ ਉੱਤੇ। ਇਹੀ ਕਰਕੇ ਦੇਖ ਲਓ, ਕਿਤੇ ਮਜ਼ਾਕ ਹੈ ਇਹ। ਹਾਂਜੀ। ਦੁਸ਼ਟ ਨਿਕੰਦਨ ਆਦ ਬਿਰਤੇ। ਦੁਸ਼ਟ ਨਿਕੰਦਨ, ਕੰਧ ਹੁੰਦਾ ਜੜ ਨੂੰ ਕਹਿੰਦੇ। ਨਿਕੰਦਨ ਕੰਧ ਹੁੰਦੀ ਹੈ ਜੜ, ਦੁਸ਼ਟਾਂ ਦੀ ਜੜ ਪੱਟਣ ਵਾਲੀ ਹੈ। ਆਦ ਬਿਰਤੇ, ਆਦ ਬਿਰਤੇ, ਆਦ ਬਿਰਤੀ ਹੈ ਜਿਹੜੀ। ਔਰ ਇਹਦੀ ਧੁਰ ਤੋਂ ਹੀ ਇਹਦਾ ਸੁਭਾਅ ਇਹ ਹੈ, ਮੁੱਢ ਤੋਂ ਹੀ ਸੁਭਾਅ ਇਹ ਹੈ। ਕੀ ਹੈ? ਇਹ ਜਿਹੜੇ ਦੂਰ ਕਰਨ ਵਾਲੇ ਨੇ ਪਬਲਿਕ ਨੂੰ, ਸੱਚ ਤੋਂ ਦੂਰ ਲਿਜਾਣ ਵਾਲੇ ਨੇ, ਉਹਨਾਂ ਦਾ ਬਲੀਆ ਮੇਟ ਕਰਨ ਵਾਲੀ ਹੈ। ਔਰ ਦੁਸ਼ਟ ਲੋਕਾਂ ਦੀ ਜੜ ਪੁੱਟਣ ਵਾਲੀ ਹੈ, ਜੜੇ ਪੁੱਟ ਦੇਣ ਵਾਲੀ ਹੈ। ਇਹ ਦੋਏ ਗੱਲਾਂ ਦਾ ਦਹਿਸ਼ਤ ਇੰਨੀ ਹੈ, ਇਹ ਦੋਏ ਗੱਲਾਂ ਇਹਨਾਂ ਤੇ ਲਾਗੂ ਨੇ। ਇਹ ਲਿਖੀਆਂ ਹੋਈਆਂ ਨੇ। ਜਿਹੜੀ ਬਾਣੀ ਨੂੰ ਇਹ ਮੰਨਦੇ ਨੇ ਬਾਣੀ ਹੈ ਨਾ ਦਸਮ ਪਾਤਸ਼ਾਹ ਦੀ, ਅਕਾਲ ਉਸਤਤ, ਇਹ ਉਹਦੇ ਵਿੱਚ ਦਰਜ ਨੇ। ਇਹ ਇਹਨਾਂ ਤੇ ਲਾਗੂ ਨੇ ਜਿਹੜੇ ਬੋਲਦੇ ਨੇ। ਜਿਹੜੇ ਬੋਲਦੇ ਨੇ ਇਹਨਾਂ ਤੇ ਹੀ ਲਾਗੂ ਨੇ ਇਹ ਦੋਏ ਲਾਈਨਾਂ। ਜੇ ਨਹੀਂ ਆਣ ਇਹਦਾ ਜਵਾਬ ਦੇ ਦੇਣ ਸਾਨੂੰ ਵੀ ਸਾਡੇ ਤੇ ਲਾਗੂ ਨਹੀਂ ਹਨ। ਔਰ ਦਸਮ ਗ੍ਰੰਥ ਦੇ ਵਿੱਚੋਂ ਜਵਾਬ ਦੇਣ ਵੀ ਅਸੀਂ ਸਹੀ ਹਾਂ, ਅਸੀਂ ਦੁਸ਼ਟ ਨਹੀਂ ਹਾਂ, ਅਸੀਂ ਉਲਟੇ ਰਸਤੇ ਨਹੀਂ ਪਾ ਰਹੇ। ਆਹ ਗਰਾਊਂਡ ਹੈ ਸਾਡੇ ਕੋਲ। ਆਦਿ ਗੁਰੂ ਗ੍ਰੰਥ ਸਾਹਿਬ ਜੋ ਹੈ ਦਸਮ ਚੋਂ ਆਪਣੀ ਗਰਾਊਂਡ ਦੇ ਕੇ ਸਾਬਤ ਕਰਨ ਵੀ ਅਸੀਂ ਠੀਕ ਹਾਂ। ਜੇ ਗਰਾਊਂਡ ਹੈ ਨਹੀਂ ਫਿਰ ਇਹ ਦੁਸ਼ਟ ਵੀ ਨੇ, ਅਸੁਰ ਵੀ ਨੇ। ਦੋਏ ਨੇ, ਦੁਰਜਨ ਵੀ ਨੇ ਔਰ ਦੁਸ਼ਟ ਵੀ ਨੇ। ਇਹਦੇ ਅਰਥ ਕਰ ਲੈ, ਦੁਰਜਨ ਕੀ ਹੁੰਦਾ, ਦੁਸ਼ਟ ਕੀ ਹੁੰਦਾ। ਦੁਸ਼ਟ ਉਹ ਹੁੰਦਾ, ਦੁਸ਼ਟ ਕੀ ਹੁੰਦਾ? ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ ਨਾਉ। ਇਹ ਥੋੜਾ ਜਿਹਾ ਗਿਆਨ ਹਾਸਲ ਕਰ ਲੈਂਦੇ ਹੁੰਦੇ ਨੇ। ਹਿਰਨ, ਬਾਜ ਔਰ ਸਾਕਤ, ਇਹ ਸਾਕਤ ਨੇ। ਥੋੜੀ ਜਿਹੀ ਇਹਨਾਂ ਨੇ ਬਾਣੀ ਪੜ੍ਹ ਲਈ, ਗਿੱਦੜ ਨੇ ਖੇਤ ਦੇ ਆਲੇ ਦੁਆਲੇ ਗੇੜਾ ਮਾਰ ਲਿਆ, ਦੇਖ ਲਿਆ ਵੀ ਗਵਾਹ ਇਹੋ ਜਿਹੀ ਹੁੰਦੀ ਹੈ। ਢੰਡੋਰਾ ਪੜਦਾ ਵੀ ਰਜਾਈ ਵਿਛਾਉਣਾ ਭਰੀ ਫਿਰਦਾ, ਮੈਂ ਐਤਕੀ ਸਿਆਲ ਨੂੰ ਦੇਖ ਲਾਂਗੇ ਜਿਹੜਾ ਆਊਗਾ। ਹੁਣ ਦੇਖ ਲਓ ਮੈਂ ਜਿਹੜਾ ਮੇਰੇ ਮੂਹਰੇ ਆਊਗਾ, ਮੇਰੇ ਮੂਹਰੇ ਨਹੀਂ ਕੋਈ ਬੋਲ ਸਕਦਾ। ਹੁਣ ਆ ਇਹਨਾਂ ਕੋਲ ਇੰਨਾ ਪੜਿਆ ਨਾ, ਫਾਹੀ ਲੱਗੀ ਜਾਤ ਫਾਹੇ ਲੱਗੇ ਨਹੀਂ ਥੋ। ਇਹ ਸੰਗਤ ਦਾ ਦੂਆ ਧੜਾ ਬਣਾ ਕੇ ਆਪਣੀ ਫਾਹੀ 'ਚ ਫਸਾਉਣਾ ਚਾਹੁੰਦੇ ਨੇ। ਫਾਹੀ ਲੱਗੀ ਜਾਤ ਫਾਹੇ, ਫਾਹੀ ਤਾਂ ਲੱਗੀ ਹੋਈ ਹੈ ਨਾ ਜਮ ਦੀ। ਜਮ ਦੇ ਜਾਲ 'ਚ ਫਸਾ ਰਹੇ ਨੇ ਲੋਕਾਂ ਨੂੰ ਉਲਟੀ ਮੱਤ ਦੇ ਕੇ। ਜੋ ਸੰਤ ਕਰ ਰਹੇ ਨੇ ਜਾਂ ਦੂਏ ਲੋਕ ਕਰ ਰਹੇ ਨੇ, ਉਹੀ ਇੱਕ ਮੱਤ ਉਹੀ ਜੀ ਇਹ ਚਲਾਉਣੀ ਚਾਹੁੰਦੇ ਨੇ, ਆਪਣੀ ਮਨਮੱਤ ਜਿਹੜੀ ਇਹਨਾਂ ਨੂੰ ਫਿੱਟ ਆ ਜਾ ਮੱਤ। ਉਹ ਜੋ ਉਹ ਕਹਿੰਦੇ ਨੇ ਵੀ ਸਾਡੀ ਉਹ ਮੱਤ ਹੈ, ਕਹਿੰਦੇ ਨੇ ਇੱਕ ਮੱਤ ਖਾਲਸੇ ਦੀ। ਤੂੰ ਇੱਕ ਮੱਤ ਕਰਕੇ ਤਾਂ ਦਿਖਾ ਸਾਰਿਆਂ ਨੂੰ। ਇੱਕ ਮੱਤ ਤਾਂ ਅਨੰਦਪੁਰ ਸਾਹਿਬ ਨਹੀਂ ਹੋਏ ਸਾਰੇ, ਕਿਲਾ ਛੱਡ ਕੇ ਚਲੇ ਗਏ ਤੇ ਤੂੰ ਇੱਕ ਮੱਤ ਕਰ ਦੇਗਾ ਸਾਰਿਆਂ ਨੂੰ। ਇੱਕ ਮੱਤ ਜਾਣੀ ਮਜ਼ਾਕ ਹੈ। ਖਾਲਸਾ ਇੱਕ ਮੱਤ ਹੋ ਕੇ ਫੈਸਲੇ ਕਰਦਾ ਸੀ ਤਾਂ ਲਾਗੂ। ਇੱਕ ਮੱਤ ਕਦ ਹੋਇਆ ਖਾਲਸਾ? ਇੱਕ ਮੱਤ ਹੋਇਆ ਕਦ?
ਉਹ ਵੋਟਾਂ ਦਾ ਰਣਜੀਤ ਸਿੰਘ ਕੋਈ ਜ਼ਿਆਦਾ ਸੀ, ਰਾਜਾ ਤਾਂ ਉਹ ਸੀ। ਅਕਾਲੀ ਫੂਲਾ ਸਿੰਘ ਕੀ ਪਾਵਰ ਸੀ ਜਿਹੜਾ ਥਮਲੇ ਲਮਲ ਲਿਆ ਉਹਨੇ? ਕਿਹੜੀ ਪਾਵਰ ਸੀ ਉਹਦੇ ਕੋਲ? ਅਕਾਲੀ ਫੂਲਾ ਸਿੰਘ ਕੋ ਧਰਮ ਸੀ, ਸੱਚ। ਉਹ ਧਰਮ ਸੱਚ ਨਾਲ ਜੁੜਿਆ ਹੋਇਆ ਸੀ, ਉਹਦੇ ਕੋਲ ਸੰਸਾਰੀ ਪਾਵਰ ਸੀ। ਅਕਾਲੀ ਫੂਲਾ ਸਿੰਘ ਕੋ ਧਰਮ ਦਰਗਾਹੀ ਪਾਵਰ ਸੀ ਉਹਦੇ ਕੋਲ ਦਰਗਾਹੀ ਪਾਵਰ ਸੀ, ਉਹਦੇ ਕੋਲ ਗੁਰੂ ਵਾਲੀ ਸ਼ਕਤੀ ਸੀ। ਉਹ ਬਾਣੀ ਨਾਲ ਜੁੜਿਆ ਹੋਇਆ ਸੀ, ਬਾਣੇ ਨਾਲ ਜੁੜਿਆ ਹੋਇਆ ਸੀ। ਉਹ ਮਾਇਆ ਧਾਰੀ ਹੋ ਗਿਆ ਸੀ ਰਣਜੀਤ ਸਿੰਘ। ਬਾਕੀ ਫੌਜਾਂ ਉਹਦੀਆਂ ਸੀਆਂ, ਵੋਟਾਂ ਜ਼ਿਆਦਾ ਉਹਦੇ ਨਾਲ ਸੀਆਂ। ਜੇ ਵੋਟਾਂ ਪਵਾ ਲੈਂਦੇ, ਫੈਸਲਾ ਕਰਾ ਲੈਂਦੇ ਸੰਗਤ ਤੇ ਵੀ ਰਣਜੀਤ ਸਿੰਘ ਨੂੰ ਕੀ ਕਰਨਾ ਚਾਹੀਦਾ, ਸਾਰੇ ਉਹਦੇ ਹੱਕ 'ਚ ਹੋ ਜਾਂਦੇ। ਰਣਜੀਤ ਸਿੰਘ ਨੇ ਮੂਰਤੀਆਂ ਕੌਣ ਲੈ ਕੇ ਆਇਆ ਸੀ? ਰਣਜੀਤ ਸਿੰਘ ਨੇ ਲੈ ਕੇ ਆਇਆ ਸੀ। ਕਿਸੇ ਨੇ ਕਿਉਂ ਨਾ ਕਿਹਾ ਉਹਨੂੰ ਵੀ ਕੀ ਕਰਦਾ? ਰਾਜਾ ਨੂੰ ਕੋਈ ਕਹਿੰਦਾ ਹੁੰਦਾ, ਵੋਟਾਂ ਨਾਲ ਨਹੀਂ ਫੈਸਲੇ ਹੁੰਦੇ ਧਰਮਾਂ ਦੇ। ਵੋਟਾਂ ਨੂੰ ਕਹਿੰਦੇ ਸ੍ਰੀ ਚੰਦ ਨੂੰ ਮਿਲ ਜਾਂਦਾ ਗੱਦੀ। ਜੇ ਗੁਰੂ ਨਾਨਕ ਕਹਿੰਦਾ ਵੀ ਸੰਗਤ ਨੂੰ ਕਹਿੰਦਾ ਭਾਈ ਤੁਸੀਂ ਦੱਸੋ ਕਿਹਨੂੰ ਮੈਂ ਕਰੋ ਇਹੀ ਦੇਵਾਂ, ਸੰਗਤ ਤਾਂ ਸ੍ਰੀ ਚੰਦ ਨੂੰ ਕਹਿੰਦੀ ਸਾਰੀ, ਉਹ ਇਹਨੂੰ ਦੇ ਦਿਓ, ਸੰਗਤ ਨੂੰ ਕੀ ਪਤਾ। ਉਹਨਾਂ ਨੇ ਕਿਹਾ ਨਹੀਂ, ਲੈਣਾ ਹੀ ਰਹੂਗਾ ਮੇਰੇ ਪਿੱਛੋਂ, ਜਿਹੜਾ ਮੇਰਾ ਸਿੱਖ ਹੈ ਲੈਣੇ ਨੂੰ ਮੰਨੂਗਾ, ਬਾਕੀ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਇੱਥੇ ਨਹੀਂ ਚੱਲਦੀਆਂ ਵੋਟਾਂ, ਇੱਥੇ ਆਰਡਰ ਚੱਲਦਾ। ਇੱਥੇ ਕਿਵੇਂ ਚੱਲ ਜਾਣਗੀਆਂ ਵੋਟਾਂ? ਇਹ ਕੋਈ ਸੰਸਾਰੀ ਗੱਲ ਹੈ। ਸੰਸਾਰੀ ਆਦਮੀਆਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੁੰਦਾ। ਗੁਰੂਆਂ ਨੇ ਵੋਟਾਂ ਲਈਆਂ ਨਹੀਂ, ਇੱਥੇ ਵੋਟਾਂ ਦਾ ਧਰਮ ਨਹੀਂ ਹੈ। ਆਮ ਪਬਲਿਕ ਨੂੰ ਵੋਟ ਦੇਣ ਦਾ ਕੋਈ ਅਖਤਿਆਰ ਨਹੀਂ। ਧਾਰਮਿਕ ਆਦਮੀ ਹੁੰਦੇ ਇੱਕ ਮਤ ਨੇ, ਸਾਰੇ ਇੱਕ ਮਤ ਹੁੰਦੇ ਨੇ, ਉਹਨਾਂ ਦੀ ਮਤ ਦੂਈ ਹੁੰਦੀ। ਉਹਦੀ ਉੱਥੇ ਵੋਟਾਂ ਦੀ ਲੋੜ ਤਾਂ ਹੀ ਉਹੀ ਨਹੀਂ ਹੁੰਦੀ, ਉਹ ਹੁੰਦੇ ਇੱਕ ਮਤ ਨੇ। ਉਹ ਸੱਚ ਤੇ ਪਹਿਰਾ ਦੇਣ ਵਾਲੇ, ਸੱਚ ਦੇ ਖਾਤਰ ਵਿਕੇ ਹੋਏ ਹੁੰਦੇ ਨੇ। ਇੱਥੇ ਨਹੀਂ ਹੈ ਵੋਟਾਂ ਦੀ ਗੱਲ। ਇਹ ਤਾਂ ਪ੍ਰਬੰਧ ਵਾਸਤੇ ਵੋਟਾਂ ਦੀ ਅਸੀਂ ਛੂਟ ਦਿੱਤੀ ਹੋਈ ਹੈ। ਗੁਰਦੁਆਰਾ ਪ੍ਰਬੰਧ ਹੈ, ਧਰਮ ਦੇ ਵਿੱਚ ਥੋੜ੍ਹੀ ਸੰਸ਼ੋਧਨ ਗੜਬੜ ਕਰਦੇ ਨੇ। ਧਰਮ ਕੀ ਹੈ ਉਹ ਵੱਖਰੀ ਗੱਲ ਹੈ। ਧਰਮ ਦਾ ਪ੍ਰਬੰਧ ਜਿਹੜਾ ਕਰਨਾ, ਰਾਗੀ ਰੱਖਣਾ, ਕੀਰਤਨ, ਇਹ ਗੁਰਦੁਆਰਾ ਪ੍ਰਬੰਧ ਹੈ। ਸੰਗਤ ਹੈ, ਸੰਗਤ ਨੇ ਫੈਸਲਾ ਜਿਹੜਾ ਕਰਨਾ ਵੋਟਾਂ ਨੂੰ ਕਰਦੀ ਰਹੇ ਆਪਣਾ। ਤਾਂ ਮਾਇਆ ਤੱਕ ਸੀਮਤ ਹੈ, ਖਰਚ ਕਿਵੇਂ ਕਰਨਾ, ਕਿੱਥੇ ਕਰਨਾ, ਤਾਂ ਮਾਇਆ ਤੱਕ ਸੀਮਤ ਹੈ। ਜਿੱਥੇ ਤੱਕ ਵਿਚਾਰਧਾਰਾ ਹੈ, ਜਿਹੜੀ ਇਹ ਗੱਲ ਕਰਦੇ ਨੇ, ਆਪ ਕੱਢਦੇ ਉਹ ਕੱਢਦੇ, ਇਹ ਕੌਣ ਹੁੰਦੇ ਨੇ ਦਖਲ ਦੇਣ ਵਾਲੇ? ਵਿਚਾਰਧਾਰਾ 'ਚ ਕੋਈ ਨਹੀਂ ਦਖਲ ਦੇ ਸਕਦਾ, ਪ੍ਰਬੰਧ 'ਚ ਦਖਲ ਦੇ ਸਕਦੇ ਹੋ ਤੁਸੀਂ। ਪ੍ਰਬੰਧ ਵਿੱਚ ਦਖਲ ਦੇ ਸਕਦੇ ਹੋ, ਵਿਚਾਰਧਾਰਾ 'ਚ ਕੋਈ ਨਹੀਂ ਦਖਲ ਦੇ ਸਕਦਾ। ਵਿਚਾਰਧਾਰਾ 'ਚ ਦਖਲ ਉਹ ਦੂਜੇ ਨੇ ਸਿਰ ਦਿੱਤਾ ਹੋਇਆ ਪਹਿਲਾਂ। ਮਨ ਵਿੱਚ ਸਤਿਗੁਰ ਕੇ ਪਾਸ। ਵਿਚਾਰਧਾਰਾ 'ਚ ਕਿਵੇਂ? ਤੁਹਾਡਾ ਕੀ ਮਤਲਬ ਵਿਚਾਰਧਾਰਾ ਨੂੰ? ਵਿਚਾਰਧਾਰਾ 'ਚ ਕਿਸੇ ਦਾ ਕੋਈ ਦਖਲ ਨਹੀਂ ਹੈ। ਵਿਚਾਰਧਾਰਾ 'ਚ ਉਹਨਾਂ ਦਾ ਦਖਲ ਹੈ ਜਿਵੇਂ ਸਾਧ ਨੇ। ਸਾਧ ਜਦ ਦਿੰਦੇ ਡੇਰਿਆਂ ਦੇ ਫੈਸਲੇ ਕਰਦੇ, ਸਾਰਿਆਂ ਦੀ ਵੋਟ ਪੈਂਦੀ ਹੈ। ਸਾਰੀ ਸੰਗਤ ਦੀ ਵੋਟ ਕਿਵੇਂ ਪੈ ਜੂ? ਹਿੰਦੂਆਂ ਦੀ ਵੋਟ ਸਾਰਿਆਂ ਦੀ ਕਿਵੇਂ ਪੈ ਜੂਗੀ? ਕੋਈ ਨਹੀਂ ਦਖਲ ਦੇ ਸਕਦਾ। ਇਹ ਤਾਂ ਵਰਕਾ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦਾ। ਜੇ ਬੁੱਢਾ ਦਲ ਨਾ ਹੁੰਦਾ, ਕੰਟਰੋਲ ਇਹ ਬੁੱਢਾ ਦਲ ਕਰਦਾ ਰਿਹਾ। ਇਹ ਤਾਂ ਇਹਨਾਂ ਨੇ ਕੀਤੀ ਹੈ ਸ਼ਰਾਰਤ, ਅਕਾਲੀਆਂ ਨੇ, ਵੀ ਬੁੱਢੇ ਦਲ ਦਾ ਨਿਯੰਤਰਣ ਚੱਕ ਦੀਏ। ਅਸਾਮ ਲੋੜ ਚੱਕ ਕੇ ਲੈ ਲਓ ਸਵਾਲ, ਬਈ ਇਹਨਾਂ ਦਾ ਨਿਯੰਤਰਣ ਚੱਕ ਦਈਏ, ਲੈ ਲਓ ਸਵਾਦ। ਹੁਣ ਨਿਯੰਤਰਣ ਚੱਕ ਕੇ ਕੋਈ ਜਥੇਦਾਰ ਬੁੱਢੇ ਦਲ ਤੇ ਬਿਨਾਂ ਨਹੀਂ ਸੀ ਬਣਦਾ। ਬੁੱਢੇ ਦਲ ਦਾ ਜਥੇਦਾਰ ਬਣਾਉਂਦਾ ਸੀ, ਜਥੇਦਾਰ ਸਾਰੇ ਤਖਤਾਂ ਦੇ। ਇਹ ਕਹਿੰਦੇ ਅਸੀਂ ਆਪ ਬਣਾਉਣੇ ਨੇ। ਅਸੀਂ ਕਿਹਾ ਬਣਾ ਲਓ, ਸਾਨੂੰ ਕੀ ਹੈ। ਪਰ ਇਹ ਦੇਖ ਲਓ ਦਾੜੀਆਂ ਇੱਕ ਦੂਏ ਦੀਆਂ ਦੇ ਘਰ ਪਈਆਂ ਹੋਣਗੀਆਂ ਤੁਹਾਡੀਆਂ, 10-10 ਵਾਲ, 20-20 ਵਾਲ ਦਿਖਾਓਗੇ ਵਾ ਫਲਾਣੇ ਦੇ ਵਾਲ ਸਾਡੇ ਘਰ ਪਏ ਨੇ, ਉਹ ਕਹਿਣਗੇ ਫਲਾਣੇ ਦੀ ਪੱਗ ਸਾਡੇ ਘਰ ਪਈ ਹੈ। ਜਥੇਦਾਰ ਨੇ ਕਿਹਾ ਸੀ ਕੇਸ ਉਹਨੂੰ ਮੇਰੇ ਸਾਹਮਣੇ, ਸਾਨੂੰ ਕਿਹਾ ਸੀ ਵੀ ਇਹਨਾਂ ਦਾ ਇਹ ਹਾਲ ਹੋਊਗਾ। ਪੱਗ ਉਹਦੀ ਵਜੂ ਜਿਹੜਾ ਦੋਏ ਹੱਥ ਰੱਖੂਗਾ ਪੱਗ ਨੂੰ ਪਾ ਕੇ। ਐਵੇਂ ਨਹੀਂ ਸੀ ਮੈਂ ਛੱਡਤਾ ਬੁੱਢਾ ਦਲ, ਪੱਗ ਬਚਾਉਣ ਵਾਸਤੇ ਹੀ ਛੱਡਿਆ ਸੀ। ਉਹ ਤਾਂ ਪੱਗ ਲਾਉਣੇ ਵਾਲੇ ਤੇ ਸਾਰੇ ਇੱਕ ਦੂਏ ਦੀ। ਬੁੱਢੇ ਦਲ 'ਚ ਵੀ ਪੱਗ ਲਾਉਣੇ ਵਾਲੇ ਹੀ ਸੀ, ਬਾਅਦ 'ਚ ਰਹਿ ਗਏ ਸੰਤਾਂ ਸੰਤ ਵੇਲੇ। ਗੋਲੀਆਂ ਕਾਹਦੇ ਚੱਲਦੀਆਂ ਨੇ ਹੁਣ? ਕਾਹਦੇ ਗੋਲੀਆਂ ਚੱਲਦੀਆਂ ਨੇ? ਇੱਕ ਦੂਏ ਦੀ ਪੱਗ ਲਾਉਣ ਵਾਲੀ ਉਹ ਗੱਲ। ਜਿੱਥੇ ਮਾਇਆ ਆ ਗਈ ਉੱਥੇ ਪੱਗਾਂ ਲੈਣਗੀਆਂ, ਜਿੱਥੇ ਮਾਇਆ ਆ ਗਈ ਉੱਥੇ ਪੱਗਾਂ ਲੈਣੀਆਂ ਨੇ। ਹੋਰ ਕੀ ਹੋਣੀਆਂ? ਮਿਸਲਾਂ 'ਚ ਕੀ ਹੋਇਆ ਸੀ? ਪੱਗਾਂ ਹੀ ਲਾਉਂਦੇ ਤੇ ਇੱਕ ਦੂਏ ਦੀ। ਅਕਾਲੀ ਕੀ ਪੱਗਾਂ ਕਾਹਤੇ ਲਾਉਂਦੇ ਨੇ? ਮਾਇਆ ਖਾਤਰ।
ਇਹ ਸੱਚ ਹੈ। ਸੱਚ ਹੁਣ ਸਭ ਨੂੰ ਕਹਿਣਾ ਪਊ, ਦੱਸਣਾ ਪਊ, ਹਸ਼ਰ ਕੁਝ ਵੀ ਹੋਵੇ। ਹਕੀਕਤ ਇਹਨਾਂ ਨੂੰ ਸ਼ੀਸ਼ਾ ਦਿਖਾ ਦੇਣਾ ਵੀ ਆਹ ਸ਼ੀਸ਼ਾ ਭਾਈ ਤੁਹਾਡਾ। ਰੌਲਾ ਨਾ ਪਾਓ, ਸ਼ੀਸ਼ਾ ਹੈ ਤੁਹਾਡੀ ਆਪਣੀ ਕਰਨੀ ਭਰ ਰਹੇ ਹੋ ਤੁਸੀਂ ਸਿੱਖ। ਏਕਾ ਹੋ ਜੂ, ਤੁਹਾਡੀ ਏਕਤਾ ਹੋ ਜੂਗੀ। ਅੰਦਰ ਤਾਂ ਚੱਕੋ ਤੁਹਾਡੇ ਕੀ ਹੈ। ਸਿੱਖੀ ਦਾ ਅੰਸ਼ ਨਹੀਂ ਕਿਸੇ ਦੇ ਅੰਦਰ, ਏਕਤਾ ਭਾਲਦੇ ਨੇ। ਹਾਂ ਡਾਕਾ ਬਾਹਰ ਨੂੰ ਡਾਕੂ ਇਕੱਠੇ ਹੋ ਜਾਂਦੇ ਹੁੰਦੇ, ਧੜੇ ਚਾਹੇ ਕਈ ਹੋਣ, ਵੀ ਫਿਰ ਵੰਡ ਲਾਂਗੇ ਆਪਾਂ। ਸ਼ਿਕਾਰੀ ਸ਼ਿਕਾਰ ਖੇਡਦੇ ਨੇ, ਕਈ ਪਿੰਡਾਂ ਦੇ ਇਕੱਠੇ ਹੋ ਜਾਂਦੇ ਨੇ, ਸ਼ਿਕਾਰ ਮਰ ਜਾਂਦਾ, ਹਿੱਸੇ ਪਾ ਲੈਂਦੇ ਨੇ। ਏਕਤਾ ਥੋੜ੍ਹੀ ਹੁੰਦੀ ਆ, ਉਹਨੂੰ ਏਕਤਾ ਨਹੀਂ ਕਹਿੰਦੇ। ਕਈ ਵਾਰ ਏਕਤਾ ਕਰਾਈ ਅਕਾਲ ਤਖਤ ਨੇ, ਕਿੱਥੇ ਗਈ ਏਕਤਾ ਇਹਨਾਂ ਦੀ? ਸੌਂ ਖਾ ਕੇ ਤਾਂ ਮੁੱਕਰ ਜਾਂਦੇ ਨੇ ਅਕਾਲ ਤਖਤ ਤੇ। ਇਹਨਾਂ ਨੂੰ ਦਿੱਤਾ ਹੈ ਸਭ ਕੁਛ, ਸਿਆਸਤ ਇਹਨਾਂ ਨੂੰ ਦਿੱਤੀ ਹੋਈ ਹੈ। ਕਰੋ, ਕਰੀ ਜਾਓ, ਰੌਲਾ ਪਾਈ ਜਾਓ। ਚਛਰਾਸੁਰ ਮਾਰਨ ਪਤਤ ਉਦਾਹਰਨ ਨਰਕ ਨਿਵਾਰਨ ਗੂੜ ਗਤੇ। ਚਛਰਾਸੁਰ, ਚਛਰਾਸੁਰ ਜਿਹਨੂੰ ਕਿਹਾ ਆ ਕੌਣ ਸੀ? ਚਕਸ਼ੂ ਕਹਿੰਦੇ ਨੇ ਅੱਖ ਨੂੰ, ਅੱਖ। ਚਛਰਾਸੁਰ ਉਹ ਹੈ ਜਿਹੜਾ ਅੱਖਾਂ ਦੀ ਘੂਰ ਨਾਲੇ ਬੁਲਾ ਲਵੇ ਕਿਸੇ ਨੂੰ। ਦੇਖਿਆ ਬੜੇ ਬੜੇ ਬਦਮਾਸ਼ ਅੱਖਾਂ ਦੀ ਘੂਰ ਨਾਲ ਕਿਵੇਂ ਬਾਜ਼ਾਰਾਂ ਦੇ ਵਿੱਚ ਵਸੂਲੀ ਕਰਦੇ ਨੇ, ਦੇਖੇ ਨੇ? ਉਹ ਚਛਰਾਸੁਰ ਨੇ ਸਾਰੇ। ਐਵੇਂ ਇਹਨਾਂ 'ਚ ਵੀ ਹੁੰਦਾ, ਸਾਧਾਂ 'ਚ ਦੂਏ ਨੂੰ ਝਾਕ ਕੇ ਡਰਾ ਦੇਣਾ ਵੀ ਅਸੀਂ ਬਹੁਤ ਉਹ ਆ। ਇਹ ਚਛਰਾਸੁਰ ਕਹਿੰਦੇ ਨੇ ਇਹਨੂੰ। ਹੁਣ ਇਹ ਲਫ਼ਜ਼ਾਂ ਦੇ ਅਰਥ ਦੱਸਣੇ ਨੇ ਕੀ ਨੇ, ਪਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਉਹ ਨਹੀਂ ਡਰਦੇ ਹੁੰਦੇ ਕਿਸੇ ਤੇ। ਜਿਹੜਾ ਇਹਨਾਂ ਤੋਂ ਨਾ ਡਰੇ ਉਹਨੂੰ ਮੇਰੇ ਮੱਥਾ ਟੇਕ ਦਿੰਦੇ ਨੇ। ਇਹ ਵੀ ਗੱਲ ਹੈ। ਸਾਡੀ ਤਾਂ ਪੜ੍ਹਾਈ ਸਾਰੀ ਪੜ੍ਹੀ ਹੋਈ ਹੈ, ਧੁਰ ਸੇ ਵੀ ਕੀ ਗੱਲ ਹੈ। ਧਰਮ ਦੀ ਜਿਹਨੇ ਪੜ੍ਹਾਈ ਪੜ੍ਹੀ ਉਹਨੂੰ ਇਹਨਾਂ ਗੱਲਾਂ ਦਾ ਪਤਾ, ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ। ਬੜੇ ਬੜੇ ਜਿੰਨੇ ਵੀ ਸੰਤ ਅੱਜ ਸੇ ਮਿਲੇ ਨੇ ਮੈਨੂੰ, ਇਹਨਾਂ ਦੇ ਹਿੰਦੂਆਂ ਦੇ, ਖਾਲਸੇ ਨੂੰ ਨਹੀਂ ਇਹ ਕੰਮ। ਖਾਲਸਾ ਨਹੀਂ ਏਦਾਂ ਕਰਦਾ, ਪੈ ਕਾਹੂ ਕੋ ਦੇ ਦੇਣਾ ਨਾ ਪੈ ਮਾਨਤਾ। ਸਾਡੇ ਇਹ ਹੈ ਵੀ ਇੱਕ ਦੂਏ ਨੂੰ ਫਤਿਹ ਬੁਲਾਉਣੀ ਹੈ ਪਹਿਲਾਂ, ਜਿਹੜਾ ਪਹਿਲਾਂ ਬੁਲਾਵੇ ਉਹ ਠੀਕ ਹੈ। ਸੰਤ ਦੇਖ ਕੇ ਕੁਛ ਝਾਕਦੇ ਨੇ, ਫਿਰ ਐਂ ਜਦੋਂ ਨਹੀਂ ਵੀ ਬੋਲਦੇ। ਇੱਕ ਵਾਰ ਝਾਕਦੇ ਨੇ ਉਹ। ਹਾਂ ਉਹ ਦੱਸਿਆ ਨਾ ਮੈਂ, ਉਹ ਜਿਹੜਾ ਬੁਲੰਦ ਸ਼ਹਿਰ ਵਾਲਾ ਜਿਹੜਾ ਰਾਤ ਨੂੰ ਮੇਰੇ ਨਾਲ ਚਰਚਾ ਕਰਦਾ ਸੀ, ਉਹ ਇੱਕ ਇਹ ਚਛਰਾਸੁਰ ਦੇ ਇਹ ਜਿਹੜੇ ਹੁੰਦੇ ਨੇ, ਇੱਕ ਸਿੱਧੀ ਹੁੰਦੀ ਐ ਅੱਖਾਂ ਵਿੱਚ ਕੇ ਬੈਠੇ ਰਹਿੰਦੇ ਨੀਵੀਂ ਪਾ ਕੇ। ਇੱਕ ਜੋਤ ਇੱਕ ਅੱਖ ਦੇ ਵਿੱਚ ਲਾਈਟ ਇਕੱਠੀ ਕਰ ਲੈਂਦੇ ਨੇ, ਇੱਕ ਅੱਖ 'ਚ। ਇੱਕ ਜੋਤੀ ਇਹ ਦੋਹਾਂ 'ਚ ਨਹੀਂ ਹੁੰਦੀ ਉਹਨਾਂ ਤੇ। ਜਦੋਂ ਅੱਖ ਖੋਲਦੇ ਨੇ ਤੁਹਾਡੇ ਵੱਲ ਨੂੰ, ਤੁਹਾਡੇ ਤੀਰ ਆਉਂਦਾ ਇੱਕ ਅੱਖ 'ਚੋਂ ਲਾਈਟ ਦਾ ਇੱਕਦਮ। ਹਿਪਟੋਨਾਈਜ਼ ਵੀ ਕਹਿੰਦੇ ਨਹੀਂ, ਉਹ ਹਿਪਟੋਨ ਉਹ ਹੋਰ ਗੱਲ ਹੈ। ਰੋਸ਼ਨੀ ਦੀ ਕਿਰਨ ਵਾਂਗ, ਰੋਸ਼ਨੀ ਦੀ ਕਿਰਨ ਇਕੱਠੀ ਕਰਕੇ ਤੀਰ ਵਾਂਗੂ ਆਉਂਦਾ। ਆਦਮੀ ਡਰ ਜਾਂਦਾ ਉਹ ਤੇ। ਉਹ ਤੀਰ ਮਾਰਦਾ ਸੀ ਏਦਾਂ, ਪਰ ਮੈਨੂੰ ਤਾਂ ਪਤਾ ਸੀ ਵੀ ਇਹ ਕੀ ਹੁੰਦਾ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੀ ਹੁੰਦਾ ਹੈ, ਕੌਣ ਹੁੰਦੇ ਨੇ। ਚਛਰਾਸੁਰ ਨਹੀਂ ਪੜ੍ਹੇ ਹੋਏ ਤੇ ਸਾਰੇ ਸਾਡੇ ਐ ਉਹੀ ਨੇ, ਉਹਨਾਂ ਦੀ ਕਹਾਣੀ ਹੈ। ਚਛਰਾਸੁਰ ਮਾਰਨ, ਹਾਂ ਇਹ ਚਕਸ਼ੂ ਕਹਿੰਦੇ ਨੇ ਅੱਖ ਨੂੰ। ਅੱਖ ਦਾ ਤੀਰ ਮਾਰਦਾ ਉਹ। ਆਪਾਂ ਕਹਿੰਦੇ ਅੱਖਾਂ ਕਿਉਂ ਕੱਢਦਾ? ਕਹਿੰਦਾ ਨਹੀਂ, ਅੱਖਾਂ ਕੱਢ ਕੇ ਡਰਾ ਦਿੰਦੇ ਨੇ ਆਦਮੀ ਨੂੰ, ਕੋਲ ਕੁਛ ਨਹੀਂ ਹੁੰਦਾ। ਉਹ ਚਛਰਾਸੁਰ ਕਹਿੰਦੇ ਨੇ। ਰੋਹ ਪਾਲਣੇ ਜਾ ਕੇ ਉਹੀ ਰੋਹ ਪਾਲਣਾ ਅੱਖਾਂ ਨਹੀਂ, ਘੂਰ ਕੇ ਬਣਾ ਲੈਣਾ ਕਿਸੇ ਨੂੰ, ਉਹਨੂੰ ਚਛਰਾਸੁਰ ਕਹਿੰਦੇ ਨੇ। ਚਛਰਾਸੁਰ ਮਾਰਨ, ਇਹ ਜਾਨੂੰ ਵੀ ਮਾਰ ਲੈਂਦੀ ਹੈ ਤੂੰ। ਇਹ ਤੇਰੇ ਤੇ ਕੋਈ ਨਹੀਂ ਪ੍ਰਭਾਵ, ਗਿਆਨ ਤੇ ਕੀ ਪ੍ਰਭਾਵ ਪਾਉਣਾ ਨੇ। ਇਹ ਅਗਿਆਨਤਾ ਵਾਲੇ ਏਦਾਂ ਕਰਦੇ ਹੁੰਦੇ ਨੇ। ਚਛਰਾਸੁਰ ਮਾਰਨ, ਮਾਰਨ, ਪਤਤ ਉਦਾਹਰਨ, ਪਤਤ ਉਦਾਹਰਨ। ਮਾਰਨ ਕਿਵੇਂ ਮਾਰਨ? ਇਹਨਾਂ ਨੂੰ ਇਹ ਪਤਤ ਲੋਕ ਨੇ, ਚਛਰਾਸੁਰ ਵਰਗੇ ਉੱਤੇ ਜਿਹੜੇ ਦੋਏ ਲਾਈਨਾਂ 'ਚ ਗਣੇ ਨੇ, ਇਹ ਸਾਰੇ ਪਤਤਾਂ ਦਾ ਉਦਾਹਰ ਕਰਨ ਵਾਲੀਆਂ। ਇਹਨਾਂ ਨੂੰ ਸਿੱਖਿਆ ਹੀ ਦਿੰਦੀ ਆ ਵੀ ਆਹ ਛੱਡ ਦੋ, ਇਹ 'ਚ ਕੁਛ ਨਹੀਂ ਰੱਖਿਆ ਹੋਇਆ। ਮਾਰਨਾ ਨਹੀਂ, ਲੜਾਈ ਨਹੀਂ ਕਰਨੀ। ਇਹਨਾਂ ਨੂੰ ਹਰਾ ਵੀ ਇਹ 'ਚ ਕੀ ਰੱਖਿਆ ਹੋਇਆ। ਜਿਹੜੇ ਤੂੰ ਅੱਖ ਜੀ ਦੇ ਵਿੱਚ ਮਾਰਦਾ ਤੀਰ, ਦੇਖਾ ਭਲਾ ਕੀ ਕਰਤਾ ਇਹਨੂੰ। ਮੇਰੇ ਪਾਰ ਹੋ ਗਿਆ ਤੀਰ। ਮੇਰਾ ਜਿਹੜਾ ਬੋਲ ਹੈ ਤੇਰੇ 'ਚ ਹੀ ਪਾਰ ਹੋ ਜਾਣਾ।
ਇਹ ਤਾਂ ਸ਼ਬਦ ਹੈ ਜਿਹੜਾ ਬੰਨ ਦਿੰਦਾ ਹੈ। ਬਾਣ ਤਾਂ ਬਾਣੀ ਦਾ ਲੱਗਣਾ ਹੈ। ਕਬੀਰ ਕਹਿੰਦਾ ਸਤਿਗੁਰ ਸੂਰਮੇ, ਕਬੀਰ ਸਤਿਗੁਰ ਸੂਰਮੇ ਬਾਣ ਜੋ ਵਾਹਿਆ ਹੈ, ਇੱਕ ਬਾਣੀ ਦਾ ਬਾਣ ਹੈ ਜਿਹੜਾ ਪਾਰ ਹੋਊਗਾ। ਉਪਦੇਸ਼ ਨੇ ਪਾਰ ਹੋਣਾ ਹੈ। ਇਹ ਕੀ ਕਰੂਗਾ? ਕੁਝ ਵੀ ਨਹੀਂ ਕਰਦਾ। ਤਾਂ ਪ੍ਰਭਾਵ ਪੈਣਾ ਗੱਲ ਦਾ, ਤੁਹਾਡੀ ਦਾ ਬਦਨ ਪੈਣਾ ਗੱਲ ਦਾ, ਹੋਰ ਕਿਸੇ ਚੀਜ਼ ਦਾ ਨਹੀਂ ਪੈਣਾ। ਉਹ ਵੀ ਉਹ ਜੇ ਸੱਚ ਹੈ ਤਾਂ ਅਸਲ 'ਚ ਸੱਚ ਦਾ ਵਚਨ ਪੈਣਾ। ਹਾਂ, ਪੱਤ ਤੋਂ ਉਦਾਹਰਣ, ਇਹਨਾਂ ਪੱਤਤਾਂ ਦਾ ਉਦਾਹਰ ਕਰਨ ਵਾਲੀ ਹੈ ਗੁਰਮਤ। ਇਹ ਜਿਹੜੇ ਗੁਰਮੁਖ ਹੁੰਦੇ ਨੇ ਸਾਰਿਆਂ ਦਾ ਫਰੀਦਾ ਬੁਰੇ ਦਾ ਭਲਾ ਕਰੇ। ਸਾਰੇ ਬੁਰੇ ਆਦਮੀ ਨੇ, ਉਹ ਇਹਨਾਂ ਦਾ ਭਲਾ ਹੀ ਕਰਦੇ ਨੇ, ਮਾਰਦੇ ਕਾਨੂੰਨ ਇਹਨਾਂ ਨੂੰ। ਉਹਨਾਂ ਦੇ ਮਾੜਾਪਣ ਮਾਰਦੇ ਨੇ, ਵਿੱਚੋਂ ਬੁਰਾਈ ਨੂੰ ਮਾਰਦੇ ਨੇ। ਉਹਨਾਂ ਦੀ ਬੁਰੇ ਨੂੰ ਨਹੀਂ ਮਾਰਦੇ, ਬੁਰਾਈ ਨੂੰ ਮਾਰਦੇ ਨੇ। ਨਰਕ ਨਿਵਾਰਨ ਗੂੜ ਗਤੇ, ਉਹਨਾਂ ਦਾ ਨਰਕ ਆ ਜਿਹੜਾ ਨਾ, ਨਰਕ ਤੋਂ ਜਾਣ ਤੇ ਬਚਾਉਂਦੇ ਨੇ ਉਹਨਾਂ ਨੂੰ। ਬੁਰੇ ਆਦਮੀਆਂ ਦਾ ਨਰਕ ਨਿਵਾਰਨ ਕਰਦੀ ਹੈ ਸਮਾਂ। ਗੂੜ ਗਤੇ ਤੇਰੀ ਗਤੀ, ਇਹ ਤੇਰਾ ਜਿਹੜਾ ਸੁਭਾਅ ਹੈ ਨਾ, ਮਨੁੱਖੀ ਬੁੱਧੀ ਤੋਂ ਸਮਝ ਤੇ ਪਰੇ ਹੀ ਹੈ। ਜਿਹੜੇ ਬੈਰ ਕਰਦੇ ਨੇ ਉਹਨਾਂ ਦੇ ਵੀ ਭਲਾ ਕਰੀ ਜਾਂਦੀ। ਉਹ ਬੈਰ ਕਰਨ ਵਾਲਿਆਂ ਦੀ ਵੀ ਭਲਾ ਕਰਨ ਵਾਲੀ, ਇਹ ਗੱਲ ਸਮਝ ਤੇ ਪਰੇ ਹੀ ਆ। ਇਹ ਗਤੀ ਗੂੜ ਹੈ ਤੇਰੀ, ਇਹ ਗੂੜ ਗਿਆਨ ਹੈ, ਇਹ ਨਹੀਂ ਸਮਝ ਆਉਂਦਾ ਬੁਰੇ ਦਾ ਭਲਾ ਕਰਨਾ। ਬੈਰੀ ਨੂੰ ਵੀ ਬੈਰੀ ਨਹੀਂ ਸਮਝਣਾ, ਬਗਾਨੇ ਨੂੰ ਵੀ ਬਗਾਨਾ ਨਹੀਂ ਸਮਝਣਾ। ਗੂੜ ਗਤੀ ਤਾਂ ਹੋਰ ਕੀ ਹੈ? ਸਮਝਾਉਣਾ ਹੈ, ਸਮਝਾਉਣਾ ਸਾਰਿਆਂ ਨੂੰ। ਹਾਂ, ਘੂਰ ਦੇਣਾ ਗੱਲ ਅਲੱਗ ਹੈ। ਵੀ ਨਰਕਾਂ ਨੂੰ ਚਲਿਆ ਜਾਏਗਾ, ਆ ਦੇਖ ਲੈ ਕੀ ਲਿਖਿਆ ਹੈ, ਬਚ ਜਾ ਜੇ ਬਚ ਹੁੰਦਾ। ਜਿਹੜਾ ਤਾਂ ਗੁਰਮੁਖ, ਉਹ ਤਾਂ ਕਹਿੰਦਾ ਜੇ ਗੁਰ ਝੜਕੇ ਤਾਂ ਮਿੱਠਾ ਲੱਗ। ਜਿਹਨੂੰ ਤਾਂ ਲੱਗ ਗਿਆ ਮਿੱਠਾ ਹੈ ਝੜਕ, ਉਹ ਤਾਂ ਗਿਆ ਬਚ। ਜਿਹਨੂੰ ਲੱਗ ਗਈ ਕੌੜੀ, ਹੋ ਗਿਆ ਨਰਕਾਂ ਨੂੰ ਸਿੱਧਾ ਬਿਨਾਂ ਟਿਕਟ ਤੇ ਹੀ। ਉਹਨੂੰ ਟਿਕਟ ਵੀ ਨਹੀਂ ਪੁੱਛਦੇ। ਨਰਕ ਜਾਣ ਦਾ ਟਿਕਟ ਨਹੀਂ ਹੁੰਦਾ, ਟਿਕਟ ਸੁਰਗ ਜਾਣ ਦਾ ਹੀ ਹੁੰਦਾ। ਨਰਕ ਜਾਣ ਦਾ ਕੋਈ ਟਿਕਟ ਨਹੀਂ। ਆਹ, ਸੁਰਗ ਜਾਣ ਦਾ ਟਿਕਟ ਵੀ ਹੈ, ਮਾਇਆ ਮਾਇਆ ਰਖਾ ਲੈਂਦੇ ਨੇ ਇੱਥੇ। ਨਰਕ ਜਾਣ ਦਾ ਮਾਇਆ ਕੀ ਹੈ? ਮਾਇਆ ਇੱਥੇ ਰਹਿਣੀ ਹੈ। ਉਹ ਕਹਿੰਦਾ ਕੋਈ ਨਹੀਂ, ਫਿਰ ਆ ਜੀ ਦੂਏ ਜਨਮ, ਇਹਦੇ ਘਰ ਭੇਜ ਦਾਂਗੇ ਤੈਨੂੰ, ਮੱਖੀ ਮੱਛਰ ਬਣਾ ਕੇ ਭੇਜ ਦਾਂਗੇ, ਲਈ ਜਾਈ ਜਨਮ। ਚਿੜੀ ਚੂਹਾ ਬਥੇਰੇ ਚੀਜ਼ਾਂ ਨੇ ਜਿਹੜੀਆਂ ਘਰ 'ਚ ਹੁੰਦੀਆਂ ਨੇ ਸਾਡੇ। ਅਬੀਹ ਦਾ ਕੁੱਤਾ ਵੀ ਬਣ ਜਾਂਦਾ, ਕੁੱਤੇ ਵੀ ਰੱਖਦੇ ਹਾਂ ਅਸੀਂ, ਡੰਗਰ ਵੀ ਰੱਖਦੇ ਹਾਂ, ਪਸ਼ੂ ਵੀ ਰੱਖਦੇ ਹਾਂ। ਅੱਗੇ ਇਹੀਆਂ ਕਹਾਣੀਆਂ ਨੇ ਬਣਾਈਆਂ ਹੋਈਆਂ। ਕਹਿੰਦੇ ਸਾਧ ਸੀ, ਉਹ ਖੂਹ ਤੇ ਰਹਿੰਦਾ ਸੀ, ਸੇਵਾ ਕਰਦੇ ਸੀ, ਭਜਨ ਬੰਦਗੀ ਕਰਦਾ ਨਹੀਂ ਸੀ, ਮਰ ਗਿਆ। ਉਹਨੂੰ ਕਿਹਾ ਵੀ ਭਾਈ, ਇਹ ਤੂੰ ਜਿਹੜਾ ਰਾਸ਼ਨ ਖਾਧਾ ਉਹਨਾਂ ਦਾ ਕੀਤਾ ਤਾਂ ਕੱਖ ਹੈ ਨਹੀਂ, ਤਾਂ ਆਪਣੇ ਵਾਸਤੇ ਵੀ ਉਹਨਾਂ ਨੂੰ ਕੀ ਦੇਵੇਂਗਾ? ਚੁੱਪ ਕਰ ਰਿਹਾ, ਹੁਣ ਬੋਲੇਗੀ। ਕਹਿੰਦੇ ਚੰਗਾ ਹੈ, ਕੱਲ੍ਹ ਇਹਨੂੰ ਬੌਲਦ ਦਾ ਜਨਮ ਦੇ ਦਿਓ, ਉਹਨਾਂ ਦੇ ਕਮਾ ਕੇ ਆਵੇ। ਹੁਣ ਉਹਨਾਂ ਦੇ ਗਾਂ ਦੇ ਬੱਚਾ ਹੋ ਗਿਆ, ਉਹ ਜਾ ਕੇ ਜਨਮ ਲੈ ਲਿਆ। ਹੁਣ ਬੱਚੇ ਨੂੰ ਉਹਨੇ ਦੁੱਧ ਵੀ ਚੰਗਾ ਪਿਲਾਇਆ। ਲੋਕ ਪਿਲਾਉਂਦੇ ਸੀ ਕਿਉਂਕਿ ਵਾਹੀ ਜੋ ਲੈਣੀ ਹੁੰਦੀ ਬੱਚਿਆਂ ਤੇ। ਘਰ ਚੰਗਾ ਸੀਗਾ, ਦੁੱਧ ਪੂਰਾ ਛੱਡਦੇ ਰਹੇ। ਗਾਂ ਦਾ ਚੋਇਆ ਨਹੀਂ, ਵੱਜਾਂ ਸੀਗੀਆਂ ਹੀ। ਤੇ ਬੜਾ ਪਲ ਗਿਆ। ਸਾਧ ਅੱਗੇ ਸੀ, ਉਹ ਜੇ ਫਿਰ ਫਟ ਗਿਆ। ਜਦ ਉਹਨਾਂ ਨੇ ਜੋੜਿਆ, ਚੱਲੇ ਨਾ ਬਹਿ ਗਿਆ। ਬਾਹਰ ਨੂੰ ਕੁੱਟਣ ਹੋਣਾ। ਜਦ ਸਾਖੀਆਂ ਇਹ ਜਿਹੀਆਂ ਬਣਾਈਆਂ ਹੋਈਆਂ, ਸਾਧਾਂ ਨੂੰ ਡਰਾਉਣ ਵਾਸਤੇ ਦੀਆਂ ਬਣਾਈਆਂ ਹੋਈਆਂ। ਸਾਧਾਂ ਦੀਆਂ ਸਾਖੀਆਂ ਸਾਧਾਂ ਨੂੰ ਡਰਾਉਣ ਵਾਸਤੇ, ਪੈਸੇ ਦੇਣ ਵਾਸਤੇ ਸਾਧਾਂ ਦੀਆਂ ਘੜੀਆਂ ਹੋਈਆਂ ਸੀ। ਇਹੋ ਜਿਹਾ ਕੰਮ ਕਰੋਗੇ ਤਾਂ ਐਂ ਹੋਊਗਾ ਤੁਹਾਡੇ ਨਾਲ ਵੀ। ਆਪਣੇ ਚੇਲਿਆਂ ਨੂੰ ਡਰਾਉਣ ਵਾਸਤੇ ਹੀ। ਕਾਫੀ ਦੇਰ ਹੋ ਗਈ, ਦੂਰੋਂ ਸੁਣਿਆ ਇੱਕ ਐ, ਉਹ ਸਾਧ ਨੂੰ ਕਿਸੇ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਜਿਹੜਾ ਸਾਧ ਸੀ ਉਹਨੇ ਲੈ ਲਿਆ ਜਨਮ। ਫਿਰ ਉਹਨਾਂ ਦੇ ਜਾਣਦਾ ਸੀ, ਉਹ ਆ ਗਿਆ ਇੱਕ ਦਿਨ ਜਾਣ ਕੇ, ਤੁਰਦਾ ਫਿਰਦਾ ਉਹਨਾਂ ਦੇ ਖੂਹ ਤੇ ਚਲਾ ਗਿਆ ਸਿੱਧਾ ਹੀ। ਉਹ ਕਹਿੰਦੇ ਕੀ ਗੱਲ ਹੈ? ਕਹਿੰਦੇ ਆ ਬਸ ਕਾਹਦਾ ਦੱਸੀਏ, ਆ ਬੜਾ ਪਾਲਿਆ ਸੀ ਪ੍ਰੇਮ ਨਾਲ, ਦਫਾ ਹੋਣਾ ਚੱਲਦਾ ਹੀ ਨਹੀਂ। ਉਹ ਕਹਿੰਦਾ ਕੋਈ ਨਾ, ਤੁਸੀਂ ਪਰੇ ਹੋ ਜਾਓ, ਉਹ ਉੱਥੇ ਥੋੜ੍ਹੇ ਫਰਕ ਨਾਲ ਖੜ ਜਾਓ ਜਾ ਕੇ। ਉਹ ਪਰੇ ਖੜ ਗਏ। ਕੰਨ 'ਚ ਕਹਿੰਦਾ ਪਿਛਲੀ ਤਾਂ ਹੁਣ ਭਰਦਾ, ਹੁਣ ਵਾਲੀ ਗੱਲ ਭਰੇਗਾ। ਉਹ ਜਿਹੜਾ ਪਿਛਲਾ ਖਾਦਾ ਤਾ ਉਹ ਦੇ ਚੰਗਾ ਰਹੇਗਾ, ਛੁਟਕਾਰਾ ਨਹੀਂ ਹੋਣਾ।
ਕੰਨ 'ਚ ਕਹਿ ਦਿੱਤਾ ਉਹਨੇ। ਬਸ ਕਹਿੰਦੇ ਉਹ ਇੱਕਦਮ ਉੱਠਿਆ, ਪੂੰਛ ਰੱਖ ਲਈ ਉੱਤੇ, ਦੇ ਤੇਰੇ ਦੀ ਕਿਹੜੇ ਤੇ ਗੇੜੇ ਤੇ ਗੇੜਾ। ਕਹਿੰਦੇ ਕੀ ਕਰਤਾ? ਕਹਿੰਦਾ ਕੁਛ ਨਹੀਂ ਕੀਤਾ, ਹੁਣ ਨਹੀਂ ਬਹਿੰਦਾ ਹੈ, ਹੁਣ ਨਹੀਂ ਬਹਿੰਦਾ ਹੈ, ਚਲੋ। ਇਹ ਸਾਖੀਆਂ ਸੀਆਂ, ਗਿਆਨ ਦੇਣ ਵਾਲੀਆਂ ਸੀਆਂ ਗੱਲਾਂ। ਜੇ ਕੁਝ ਕੀਤਾ ਨਹੀਂ, ਤੁਸੀਂ ਰਾਸ਼ਨੇ ਖਾਧਾ ਹੈ, ਗੁਰਦੁਆਰੇ ਦੇ ਹੈੱਡ ਗ੍ਰੰਥੀ ਲੱਗ ਕੇ ਫਿਰ ਇਹੋ ਜਿਹਾ ਕੁਝ ਕਰਨਾ ਪਊਗਾ, ਘੋੜੇ ਬਣਨਾ ਪਊ ਗੁਰੂ ਘਰ 'ਚ। ਸੇਵਾ ਕਰਨੀ ਪਊਗੇ, ਦੇਣਾ ਪਊਗਾ, ਰਹਿਣ ਦਿਓ। ਆਪਣੇ ਜੀਵਨ ਜਿਹੜਾ ਹੈਗਾ ਇਹ ਚੰਗਾ ਕਰਮ ਸਮਝੋ। ਗੁਰੂ ਘਰ ਤੁਸੀਂ ਆਏ ਹੋ, ਗ੍ਰੰਥੀ ਦੀ ਡਿਊਟੀ ਕਰਦੇ ਹੋ, ਹੋਰ ਕੀ ਚੰਗਾ? ਹਰ ਵਕਤ ਤੁਹਾਡਾ ਬਾਣੀ ਨਾਲ ਬਾਹਰ ਰਹਿੰਦਾ। ਇਹ ਤਾਂ ਮੂਰਖ ਨੇ ਜਿਹੜੇ ਤੁਹਾਡੀ ਨਿੰਦਿਆ ਕਰਦੇ ਨੇ, ਪੁਜਾਰੀ ਨੇ, ਫਲਾਨਾ ਟਿਮਕਾ। ਤੁਹਾਨੂੰ ਟਾਈਮ ਮਿਲਿਆ, ਇਹਨਾਂ ਨੂੰ ਚੰਗੇ ਹੋ ਤੁਸੀਂ। ਪਰ ਕੁਛ ਗਾਹਾਂ ਵਾਸਤੇ ਕਰ ਲਓ, ਗਾਹਾਂ ਵਾਸਤੇ ਕਰ ਲਓ, ਮਾਇਆ ਨੂੰ ਛੱਡੋ। ਹਾਂਜੀ। ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ। ਅੱਛਾ ਛੈ ਨਹੀਂ ਹੁੰਦੀ ਜੋਤ, ਮੱਧਮ ਨਹੀਂ ਪੈਂਦੀ ਹੈ, ਛੈ ਨਹੀਂ ਹੁੰਦੀ, ਬੁਝਦੀ ਨਹੀਂ ਹੈ। ਬੁਝਣਾ ਦਾ ਖੈਰ ਕੀ ਹੈ, ਮੱਧਮ ਨਹੀਂ ਹੁੰਦੀ ਜੋਤ ਤੇਰੀ। ਅਖੰਡੇ ਅਖੰਡੇ ਨਾ ਖੰਡਨ ਕਰ ਸਕਦਾ ਕੋਈ ਗੱਲ ਖੰਡਨ ਨਹੀਂ ਕਰ ਸਕਦਾ। ਸੱਚ ਦੀ ਗੱਲ ਕੋਈ ਵੀ ਰੱਦ ਨਹੀਂ ਕਰ ਸਕਦਾ। ਤੇਜ ਪ੍ਰਚੰਡੇ, ਤੇਜ ਪ੍ਰਚੰਡੇ, ਪ੍ਰਚੰਡ ਤੇਜ ਹੈ, ਪ੍ਰਚੰਡ ਗਿਆਨ ਹੈ ਤੇਰੇ ਕੋਲ। ਖੰਡ ਉਦੰਡੇ, ਖੰਡ ਉਦੰਡੇ, ਜਿਹੜਾ ਖੰਡ ਹੈ ਨਾ, ਖੰਡ ਕੌਣ? ਖੰਡ ਮਨ ਹੈ, ਮਨ ਖੰਡ ਹੋਇਆ ਹੈ ਨਾ ਹਿੱਸਾ। ਉਦੰਡੇ, ਇਹ ਉਦੰਡੇ, ਇਹਦਾ ਖੰਡ ਨੂੰ ਸਗੋਂ ਇਹਦੀ ਡਿਵੈਲਪਮੈਂਟ ਕਰਦੀ ਹੈ। ਉਦੰਡੇ, ਉਦੰਡੇ ਇਹ ਦੰਡ ਤੋਂ ਉੱਪਰ ਚੱਕਦੀ ਹੈ, ਉੱਪਰ। ਵੀ ਇਹ ਜਿਹੜਾ ਪਹਿਲਾਂ ਫਸਿਆ ਹੋਇਆ ਵਿਚਾਰਾ, ਸਜ਼ਾ ਦੀ ਮਾਫੀ ਮਿਲਦੀ, ਸਜ਼ਾ ਹੈ ਇਹਨੂੰ ਬਰੀ ਕਰਦੀ ਹੈ, ਬਰੀ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਅਲਖ ਮਤੇ, ਉਹ ਡੰਡੇ ਹੈ, ਦੰਡ ਜਿਹੜਾ ਦੰਡ ਹੈ ਤਾਂ ਉੱਪਰ ਉੱਠਣ। ਕਾਲ ਦੇ ਡੰਡੇ, ਕਾਲ ਦਾ ਡੰਡਾ ਨਾ ਸਭ ਦੇ ਸਿਰ ਤੇ, ਕਾਲ ਦੇ ਡੰਡੇ ਤੋਂ ਬਚਾਉਣ ਵਾਸਤੇ ਇਹਨੂੰ ਉੱਪਰ ਉਠਾ ਰਹੀਆਂ, ਕਾਲ ਦੇ ਚੱਕਰ ਚੋਂ ਬਾਹਰ ਕੱਢ ਰਹੀਆਂ ਇਹਨੂੰ। ਉਹ ਡੰਡੇ ਇਹ ਅਰਥ ਉਲਟੇ ਕਰੀ ਜਾਂਦਾ। ਜੇ ਉਲਟੇ ਅਰਥ ਨਾਲ ਕਰਦਾ ਤਾਂ ਇਹਦੀ ਮੱਤ ਵੱਜਦੀ ਨਹੀਂ ਹੈ, ਜਾਂ ਤਾਂ ਇਹਨੂੰ ਸਮਝ ਨਹੀਂ ਹੈ ਗੁਰਮਤਿ ਤਾਂ ਖਰੇ ਨੂੰ ਸਮਝ ਹੈ ਉਹ ਨਹੀਂ। ਇਹ ਜਿਹੇ ਵੀ ਵਿਚਾਰਤ ਕਰਦੇ ਜਿਹੜੇ ਬਣਦੇ ਹੀ ਨਹੀਂ, ਉਹਨਾਂ ਨਾਲ ਲੱਗਦੇ ਹੀ ਨਹੀਂ ਚੰਡੀ। ਹਾਂ, ਅਲਖ ਮਤੇ, ਅਲਖ ਮਤੇ ਉਹ ਬਾਤਾਂ ਤੂੰ ਜਿਹੜੀ ਮਨੁੱਖੀ ਬੁੱਧੀ ਜਿਹਨੂੰ ਸਮਝ ਨਹੀਂ ਸਕਦੀ, ਜਿਹੜੀ ਮਨੁੱਖੀ ਬੁੱਧੀ ਦੇ ਸਮਝ ਤੋਂ ਪਰੇ ਆ, ਉਹ ਮਤ ਹੈ ਤੂੰ। ਮਤ ਹੈ, ਮਤੇ ਇੱਕ ਲਿਖਤਾ ਮਤ ਹੈ, ਇਹ ਗੁਰਮਤ ਹੈ। ਤੁਹਾਡੇ ਕੋਲ ਲਿਖਤ ਪਈ ਹੈ ਕਿ ਸਮਝ ਕੇ ਦਿਖਾਓ। ਲਖ ਮਤੇ ਤਾਂ ਲਿਖਿਆ, ਕਿਉਂ ਨਾ ਸਮਝ ਆਈ ਤੁਹਾਡੇ? ਹੁਣ ਵੀ ਕੋਈ ਮੈਨੂੰ ਸਮਝਾ ਕੇ ਦਿਖਾਵੇ ਕੀ ਗੁਰਮਤ ਕਹਿੰਦੀ ਹੈ। ਕਬੀਰ ਨੇ कहता था, गुरदीनी बस्त कबीर को लै हूँ बस संभाल, कबीर दीनी संसार को लै जिस मस्तक भाग। नहीं लै सकता हरेक मस्तक भाग तो बिना। ये गल नहीं समझी असी। ये तो कहते असी रजाई भरा ली, सुबह में तक दैले बनता लोगों को रजाइयां भराइया हुई। ਤਤ ਗੁਰਮਤਿ ਦਿੰਦਾ, तत गुरमत ਉਹਦੇ ਕੋਲ ਆਪ ਇੱਕ, ਉਹਨੇ ਤਾਂ ਕਦੇ ਰੂਪ ਨਹੀਂ ਦੇਖੀ, ਰੂਪ ਕਹੇ ਜੀ ਹੁੰਦੀ ਹੈ। ਉਹ ਤਾਂ ਰੂਹ ਦਾ ਵੀ ਨਹੀਂ ਪਤਾ ਕੀ ਹੁੰਦੀ ਹੈ। ਔਰ ਜੇ ਦੱਸ ਦੇਵੇ ਤਾਂ ਫਿਰ ਅਸੀਂ ਸਮਝਾਂਗੇ ਵੀ ਅਸੀਂ ਝੂਠ ਬੋਲਦੇ ਹਾਂ। ਰੂਹ ਕੀ ਹੁੰਦੀ? ਦੱਸ ਦੇਵੇ ਰੂਹ ਕੀ ਹੁੰਦੀ ਹੈ। ਜਿਹਨੂੰ ਮੈਂ ਰੂਹ ਕਹਿਣਾ, ਉਹ ਕੀ ਕਹਿਣਾ? ਮੈਂ ਕੀ ਹੈ ਉਹ? ਉਹਦੀ ਰੂਹ ਕੀ ਹੈ? कपा की है, नरमा की है? ये भी तो बुझारता है, बुझारता है। दसे जो पता हो दस दूंगा। चौड़ कहे ने, पीत का है, लापसी कही हुई है गुरबाणी से। सब बुझण वाली चीज़ां ने। चौलों की फिर वो भी दसिया भी चौल किहनूं कहीदा, कहा होया है। दुध किहनूं कहा होया है, मक्खण किहनूं कहा होया है, ਦੱਸਿਆ ਵੀ ਹੋਏਗਾ। ਇਹ ਭਾਸ਼ਾ ਹੀ ਹੋ ਰਿਹਾ ਹੈ।
ਹਾਂ ਜੈ ਜੈ ਹੋਸੀ ਮਹਿਖਾਸੁਰ ਮਰਦਨ। ਜੈ ਜੈ ਹੋਸੀ ਮਹਿਖਾਸੁਰ ਮਰਦਨ। ਮਹਿਖਾਸੁਰ ਐਸੀ ਆਵਾਜ਼ ਹੈ ਜਿਵੇਂ ਝੋਟਾ ਦਾ ਭੇੜ ਹੁੰਦਾ ਨਾ, ਹਟਦੇ ਨਹੀਂ ਜਿੰਨਾ ਚਿਰ ਇੱਕ ਮਰ ਨਾ ਜਾਵੇ। ਝੋਟੇ ਉਹਨਾਂ ਚਿਰ ਭਿੜਦੇ ਰਹਿੰਦੇ ਨੇ ਜਿੰਨਾ ਚਿਰ ਇੱਕ ਮਰ ਨਾ ਜਾਵੇ। ਇਹ ਮਨੁੱਖ ਜਿਹੜਾ ਐ ਠਹਿਕਦਾ ਚਿੱਤ ਦੇ ਨਾਲ, ਜਿੰਨਾ ਚਿਰ ਮਰ ਨਹੀਂ ਜਾਂਦਾ ਇਹ ਲੜਾਈ ਨਹੀਂ ਛੱਡਦਾ। ਇਹ ਮਹਿਖਾਸੁਰ ਦਾ ਨਾਮ ਤਾਂ ਹੈ। ਜਿੰਨਾ ਚਿਰ ਮਰ ਨਾ ਜਾਵੇ ਝੋਟਾ ਭੇੜ ਨਹੀਂ ਛੱਡਦਾ ਆਪਣਾ। ਇਵੇਂ ਹੜ ਧਰਮ ਨਹੀਂ ਛੱਡਦਾ, ਲੜੀ ਜਾਂਦਾ। ਜਦ ਮਰ ਜੋ ਮਨ ਜਦ ਹਟਦਾ ਲੜਾਈ ਤਾਂ ਛੱਡਦਾ। ਉਹਨਾਂ ਚ ਨਹੀਂ ਛੱਡਣੀ। ਇਹ ਮਹਿਖਾਸੁਰ ਹੈ। ਇਹਦੀ ਜਿਹੜੀ ਸੁਰ ਹੈ ਨਾ, ਸੁਰ ਆਵਾਜ਼, ਇਹ ਆਪਣੀ ਆਵਾਜ਼ ਬੰਦ ਨਹੀਂ ਕਰਦਾ ਜਿੰਨਾ ਚਿਰ ਜਿਉਂਦਾ। ਮਹਿਖਾਸੁਰ ਮਹਿਖਾਸੁਰ ਹੈ ਇਹਦਾ ਨਾਂ। ਇਹ ਨਾਂ ਹੈ ਉਗਣਵਾਚਕ, ਜਾਂ ਇਹਨੂੰ ਗੁਣਵਾਚਕ ਕਹਿ ਲਓ, ਵੀ ਗੁਣ ਹੈ, ਉਹਦਾ ਆਪਣਾ ਗੁਣ ਹੈ। ਇਹ ਮਾਇਆ ਦਾ ਗੁਣ ਹੈ ਮਹਿਖਾਸੁਰ। ਜੈ ਜੈ ਹੋਸੀ ਮਹਿਖਾਸੁਰ ਮਰਦਨ। ਮਹਿਖਾਸੁਰ ਨੂੰ ਮਾਰਨ ਵਾਲੀ ਤੇਰੀ ਜੈ ਜੈਕਾਰ ਹੋ ਰਹੀ ਹੈ ਸੰਸਾਰ 'ਚ। ਗੁਰਮਤਿ ਜੈ ਜੈਕਾਰ ਰਹੀ ਹੈ ਹਮੇਸ਼ਾ ਹੀ। ਤੇ ਜੈ ਜੈਕਾਰ ਦੇਖੋ ਹਿੰਦੂ ਵੀ ਕਹਿੰਦੇ ਨੇ, ਮਹਿਖਾਸੁਰ ਮਰਦਨ ਵੀ ਕਹਿੰਦੇ ਨੇ, ਪਰ ਉਹਨਾਂ ਨੂੰ ਅਰਥਾਂ ਦਾ ਨਹੀਂ ਪਤਾ। ਸਿਰਫ ਗੱਲ ਅਰਥਾਂ ਤੇ ਆ ਕੇ ਅੜੀ ਹੋਈ ਹੈ। ਲਫ਼ਜ਼ ਸਾਰੇ ਉਹਨਾਂ ਚੋਂ ਲਏ ਹੋਏ ਨੇ। ਸ਼ਬਦ ਉਹਨਾਂ ਦੇ ਵਰਤੇ ਨੇ, ਅਸੀਂ ਅਰਥਾਂ ਦੇ ਅਨਰਥ ਉਹਨਾਂ ਨੇ ਕੀਤੇ ਨੇ, ਉਹੀ ਅਨਰਥ ਕਰਕੇ ਸਾਨੂੰ ਦੇ ਦਿੱਤੇ। ਸਾਡੇ ਵਿਦਵਾਨਾਂ ਨੇ ਅਰਥ ਠੀਕ ਮੰਨ ਲਏ। ਠੀਕ ਮੰਨ ਕੇ ਇਹ ਤਾਂ ਨਹੀਂ ਦੇਖਿਆ ਵੀ ਸਾਡੇ ਗੁਰੂ ਨੇ ਜਿਹੜੇ ਲਿਖੇ ਨੇ ਅਰਥ ਇਹੀ, ਇਹਦੀ ਖੋਜ ਕਰੀਏ ਗੱਲ ਕੀ ਹੈ। ਉਹਨਾਂ ਵਾਲੇ ਠੀਕ ਮੰਨ ਕੇ ਪੰਡਤ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਜਿਨ੍ਹਾਂ ਨੇ ਆਏ ਅਰਥ ਲਿਖੇ ਹੋਏ ਠੀਕ ਮੰਨੇ ਨੇ, ਇਹਨਾਂ ਅਰਥਾਂ ਤੇ ਸ਼ੰਕਾ ਨਹੀਂ ਕੀਤੀ, ਉਹ ਸਨਾਤਨੀ ਮਤ ਦੇ ਧਾਰਨੀ ਨੇ, ਸਿੱਖ ਨਹੀਂ ਹੋ ਸਕਦੇ। ਸਿੱਖ ਜੇ ਕਹੋਂਦੇ ਨੇ ਤਾਂ ਮੂਰਖ ਨੇ ਉਹ। ਇਸੇ ਕਰਕੇ ਤੋਂ ਅਲਰਜੀ ਉਹਨਾਂ ਨੂੰ ਕਿ ਪੰਡਤ ਦੇ ਜੋ ਚੇਲੇ ਨੇ, ਪੰਡਤ ਤੋਂ ਅਲਰਜੀ ਕਿਉਂ ਆ? ਫਿਰ ਜੇ ਅਰਥ ਤਾਂ ਪੰਡਤ ਵਾਲੇ ਠੀਕ ਮੰਨਦੇ ਹੋ, ਤੇ ਫਿਰ ਪੰਡਤ ਦੇ ਚੇਲੇ ਹੋਏ ਨਾ ਤੁਸੀਂ। ਬਦਲੇ ਹੋਏ ਅਰਥ ਪੜ੍ਹਦੇ, ਚੰਡੀ ਦੇ ਅਰਥ ਬਦਲ ਕੇ ਦਿੱਤੇ ਹੋਏ ਨੇ, ਪਰ ਦੱਸੇ ਹੋਏ ਨੇ ਚੰਡੀ ਕਿਹਨੂੰ ਕਹਿੰਦੇ ਨੇ। ਉਹ ਕਹਿੰਦੇ ਨਹੀਂ ਪੜ੍ਹੇ। ਇਹ ਤੋਂ ਪਤਾ ਲੱਗਦਾ ਉਹਨਾਂ ਦਾ ਇਰਾਦਾ ਕੀ ਹੈ, ਅਸਲ 'ਚ ਅੰਦਰੋਂ ਕੀ ਚੀਜ਼ ਹੈ। ਇਹ ਤਾਂ ਇਰਾਦਾ ਉਹਨਾਂ ਦਾ ਬਾਅਦ ਹੈ। ਬਿਨਾਂ ਪੜ੍ਹੇ ਦੇ ਨਾਲ ਰੌਲਾ ਉਹਨਾਂ ਨੇ ਕਿਉਂ ਪਾਇਆ? ਇਹਦਾ ਜਵਾਬ ਕਿਉਂ ਕੀ ਦੇਣਗੇ ਉਹ? ਬਿਨਾਂ ਸਮਝੇ ਤੇ ਰੌਲਾ ਜਿਹੜਾ ਇਹਨਾਂ ਪਾਇਆ ਹੈ, ਚੰਡੀ ਜੀ ਦੁਰਗਾ ਫਲਾਨਾ ਟਿਮਕਾ, ਇਹ ਉਹਨਾਂ ਕਿਉਂ ਪਾਇਆ ਰੌਲਾ? ਤੁਸੀਂ ਉਹਦਾ ਸਪਸ਼ਟੀਕਰਨ ਪਹਿਲਾਂ ਦਿਓ, ਫਿਰ ਕਹਾਂ ਗੱਲ ਕਰਾਂਗੇ ਤੁਹਾਡੇ ਨਾਲ। ਪਹਿਲਾਂ ਚੰਡੀ ਦਾ ਜਿਹੜਾ ਤੁਸੀਂ ਹੁਣ ਤੇ ਰੌਲਾ ਪਾਇਆ, ਉਹ ਕਿਉਂ ਪਾਇਆ ਦੁਰਗਾ ਦਾ? ਇਹਦਾ ਸਪਸ਼ਟੀਕਰਨ ਦਿਓ। ਇਹਦਾ ਸਪਸ਼ਟੀਕਰਨ ਤੋਂ ਬਾਅਦ ਗਾਹਾਂ ਤਰੀਆ ਚਿੰਤਨ ਦੀ ਕਰ ਲਾਂਗੇ। ਉਹ ਸਾਨੂੰ ਤਾਂ ਸਾਰਾ ਹੀ ਪਤਾ, ਸਾਨੂੰ ਨਹੀਂ ਕੋਈ ਸ਼ੰਕਾ ਵਾਲੀ ਗੱਲ। ਪਹਿਲਾਂ ਇਹ ਸਪਸ਼ਟੀਕਰਨ ਦੇਣ। ਅੱਧਾ ਝੂਠ ਜਿਹੜਾ ਇਹਨਾਂ ਦਾ ਹੁਣ ਅੱਧ ਤੋਂ ਵੱਧ ਬਾਹਰ ਆ ਗਿਆ, ਇਹਦਾ ਸਪਸ਼ਟੀਕਰਨ ਦੇਣ। ਜੇ ਤੁਹਾਨੂੰ ਇਹਦਾ ਹੀ ਨਹੀਂ ਪਤਾ, ਤੁਹਾਨੂੰ ਉਹਦਾ ਕਿਵੇਂ ਪਤਾ? ਉਹ ਜਿਹਨੂੰ ਸਾਫ਼ ਲਿਖੀ ਹੋਈ ਗੱਲ ਨਹੀਂ ਸਮਝ ਲੱਗੀ, ਉਹ ਜਿਹਨੂੰ ਇੱਕ ਮੋਟੀ ਚੀਜ਼ ਨਹੀਂ ਦਿਖੀ, ਉਹਨੂੰ ਬਰੀਕ ਕਿਵੇਂ ਦੀ? ਉੱਥੇ ਤਾਂ ਬਰੀਕ ਹੈ ਗੱਲ। ਉਹ ਤ੍ਰਿਆ ਚਿੰਤਨ ਦੀ ਗੱਲ ਬਰੀਕ ਹੈ ਬਹੁਤ। ਉਹ ਗਾਹਾਂ ਅਖੀਰ 'ਚ ਜਾ ਕੇ ਪਤਾ ਲੱਗਣਾ। ਇਹ ਪਹਿਲਾਂ ਦੱਸੇ ਹੋਏ ਨੇ, ਇਹ ਤਾਂ ਆਦ ਵਿੱਚ ਵੀ ਦੱਸੇ ਹੋਏ ਨੇ। ਉੱਥੋਂ ਨਹੀਂ ਤੁਹਾਨੂੰ ਪਤਾ ਲੱਗਿਆ। ਦੇਵੀ ਆਦ ਵਿੱਚ ਵੀ ਆਈ ਹੋਈ ਹੈ, ਦੇਵ ਆਦ ਵਿੱਚ ਵੀ ਆਇਆ ਹੋਇਆ ਹੈ, ਇੱਥੇ ਵੀ ਆਇਆ ਹੋਇਆ ਹੈ। ਤ੍ਰਿਆ ਚਰਿੱਤਰ ਦਾ ਵੀ ਉੱਥੇ ਥੋੜਾ ਥੋੜਾ ਗੱਲ ਆਈ ਹੋਈ ਹੈ। ਉਹ ਤਾਂ ਹੋਰ ਬਹੁਤ ਬਰੀਕ ਆਖਰੀ ਗੱਲ ਹੈ, ਉਹ ਤਾਂ ਸਿਰੇ ਦੀ ਗੱਲ ਹੈ। ਉਹ ਤਾਂ ਪਹਿਲਾਂ ਇਹਦਾ ਸਪਸ਼ਟੀਕਰਨ ਦੇਣ, ਫਿਰ ਕਹਾਂ ਗੱਲ ਕਰਾਂਗੇ ਇਹਨਾਂ ਨੂੰ। ਪਬਲਿਕ ਨੂੰ ਦੇਣ, ਜਿਹਨੂੰ ਇਹਨਾਂ ਨੇ ਗੁੰਮਰਾਹ ਕੀਤਾ ਸਿੱਖ ਸੰਗਤ ਨੂੰ, ਇਹਦਾ ਸਪਸ਼ਟੀਕਰਨ ਦੇਣ। ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਸਪਸ਼ਟੀਕਰਨ ਦੇਣ। ਤੁਸੀਂ ਦੁਰਗਾ ਕਿਹਨੂੰ ਕਹਿੰਦੇ ਸੀ? ਕਿਉਂ ਕਹਿੰਦੇ ਸੀ? ਕਿਉਂ ਕਹਿੰਦੇ ਸੀ ਤੁਸੀਂ? ਇਹ ਜਿਹੜਾ ਰੌਲਾ ਪਾਇਆ ਤੁਸੀਂ, ਕੀ ਕਾਰਨ ਕੀ ਸੀ? ਇਹਦੇ ਪਿੱਛੇ ਕੀ ਹੈ? ਕਿ ਤੁਸੀਂ ਉਹ ਤਾਂ ਨਹੀਂ ਕਦੇ ਰਲੇ ਹੋਏ ਦੂਏ ਪਾਸੇ?
ਇਹ ਤੁਸੀਂ ਗੱਲਾਂ ਕਰਦੇ ਹੋ। ਸ਼ੱਕ ਤਾਂ ਇਹੀ ਪਊ ਵੀ ਤੁਸੀਂ ਹੋ, ਫਿਰ ਤਾਂ ਸ਼ਰਾਰਤੀ ਤੁਸੀਂ ਹੋ। ਜਿਹੜੇ ਇਲਜ਼ਾਮ ਦੋਹਾਂ ਤੇ ਲਾਉਣੇ ਉਹ ਤਾਂ ਤੁਹਾਡੇ ਤੇ ਲੱਗਦੇ ਨੇ, ਉਂਗਲੀ ਤੁਹਾਡੇ ਤੇ ਉੱਠਣ ਲੱਗ ਗਈ, ਉਲਟੇ ਪਾਸੇ ਹੋ ਗਈ ਗੱਲ। ਜੇ ਕਿਸੇ ਦੀ FIR ਲਿਖਾਈ ਹੋਈ ਝੂਠੀ ਸਾਬਤ ਹੋ ਜਾਏ 82 ਉਹ ਤੇ ਲੱਗ ਜਾਂਦੀ ਹੈ, ਉਲਟਾ ਉਹਦਾ ਕੇਸ ਬਣਦਾ। ਕੇਸ ਤਾਂ ਤੁਹਾਡੇ ਤੇ ਬਣਨਾ ਚਾਹੀਦਾ ਹੁਣ ਉਲਟਾ। ਪਹਿਲਾਂ ਤੁਸੀਂ ਆਪਣੀ ਸਫਾਈ ਦਿਓ, ਫਿਰ ਗਾਂ ਗੱਲ ਕਰਾਂਗੇ। ਅੱਧਾ ਤੁਹਾਡਾ ਝੂਠ ਦੱਸਦਾ, ਇਹਦੀ ਸਫਾਈ ਦਿਓ, ਫਿਰ ਜਾ ਕੇ ਹੁਣ ਕੋ ਪੁੱਛਣਾ। ਤੁਸੀਂ ਆਪ ਪਾਕ ਸਾਫ ਹੋ ਕੇ ਦੱਸੋ ਸਾਨੂੰ ਵੀ ਅਸੀਂ ਪਾਕ ਸਾਫ ਅੰਦਰੋਂ, ਇਮਾਨਦਾਰ ਸੀ ਅਸੀਂ ਅੰਦਰੋਂ, ਅਸੀਂ ਸਿੱਖੇ ਆ ਅੰਦਰੋਂ। ਨਹੀਂ ਤਾਂ ਤੁਸੀਂ ਸਿੱਖੇ ਨਹੀਂ ਹੋ, ਅਸੀਂ ਕਿਵੇਂ ਮੰਨ ਲਈਏ ਤੁਸੀਂ ਸਿੱਖੋ? ਤੁਸੀਂ ਤਾਂ ਸਿੱਖੀ ਦੇ ਵਿਰੋਧੀ ਹੋ। ਉਹਦਾ ਸਬੂਤ ਵੀ ਹੈ, ਨਿਰੰਕਾਰੀ ਤੇਰੇ ਨਾਲ ਖੜਾ। ਨਿਰੰਕਾਰੀ ਸਾਡਾ ਬੰਦਾ ਕਿਵੇਂ ਹੋ ਸਕਦਾ? ਨਿਰੰਕਾਰੀ ਦਾ ਤੇਰਾ ਟਰਸਟੀ ਹੈ, ਜੋਗਿੰਦਰ ਸਿੰਘ ਦਾ ਸਪੋਕਸਮੈਨ ਦਾ। ਸਾਡੇ ਕੋਲ ਤਾਂ ਗਰਾਊਂਡ ਹੈ, ਅੰਮ੍ਰਿਤਧਾਰੀ ਤੂੰ ਹੈ ਨਹੀਂ। ਭਾਸ਼ਾ ਤੇਰੀ, ਤੈਨੂੰ ਗਿਆਨ ਕੋਈ ਨਹੀਂ, ਸੰਗਤ ਤਾਂ ਕੋਈ ਕੀਤੀ ਕੋਈ ਨਹੀਂ। ਤੂੰ ਜੋ ਇਹਨਾਂ ਰੌਲਾ ਪਾਇਆ, ਗਰਾਊਂਡ ਕੀ ਸੀ ਤੇਰੇ ਕੋਲ? ਤੈਨੂੰ ਕਿਹਨੇ ਹੱਕ ਦੇ ਦਿੱਤਾ ਸੀ ਰੌਲਾ ਪਾਉਣ ਦਾ? ਤੂੰ ਅਕਾਲ ਤਖਤ ਦੇ ਜਾਇਦਾਦ ਤਾਂ ਸੰਗਤ ਦਾ ਬਣਾਇਆ ਹੋਇਆ, ਤੈਨੂੰ ਕਿਹਨੇ ਬਣਾਇਆ? ਤੈਨੂੰ ਬੋਲਣ ਦੀ ਅਥਾਰਟੀ ਕਿਹਨੇ ਦਿੱਤੀ ਹੈ? ਉਹਨੂੰ ਤਾਂ ਦਿੱਤੀ ਹੋਈ ਹੈ ਬਥੇਰੀ ਸੰਗਤ ਨੇ ਅਥਾਰਟੀ। ਉਹਦਾ ਇਲੈਕਟਡ ਕਮੇਟੀ ਹੈ, ਉਹਨਾਂ ਨੇ ਬਣਾਇਆ। ਚਲੋ ਚਾਹੇ ਕਮੇਟੀ ਗਲਤ ਹੈ, ਠੀਕ ਹੈ ਤਾਂ ਸਾਡੀ ਉਹ ਬਣਾਈ ਹੋਈ ਨਾ। ਉਹਦੇ ਕੋਲ ਤਾਂ ਅਥਾਰਟੀ ਹੈ, ਤੇਰੇ ਕੋਲ ਕੀ ਅਥਾਰਟੀ ਹੈ ਬੋਲਣ ਦੀ ਉਹਦੇ ਖਿਲਾਫ? ਤੈਨੂੰ ਕਿਹਨੇ ਅਥਾਰਟੀ ਦੇ ਦਿੱਤੀ? ਤੂੰ ਕੌਣ ਹੁੰਦਾ? ਜੈ ਜੈ ਹੋਸੀ ਮਹਿਕਾਸੁਰ ਮਰਦਨ, ਰਮ ਕਪਰਦਨ ਛਤਰ ਰੰਪ 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 ਹੁੰਦਾ ਕੇਸਾਂ ਦਾ ਜੂੜਾ। ਰਮ ਕਪਰਦਨ ਕਪਰਦਨ ਰੰਪ ਹੁੰਦਾ ਜੂੜਾ। ਰੰਪ ਹੁਣ ਜੂੜੇ ਨੂੰ ਕਹਿੰਦੇ ਨੇ, ਹੁਣ ਵੀ ਜਨਾਨੀਆਂ ਜੂੜੇ ਨੂੰ ਕਹਿੰਦੇ ਰੰਪ ਬਣਾ ਲਿਆ। ਰੰਪ ਜਿਹੜਾ ਜੂੜਾ ਬਣਦਾ ਨਾ ਬੜਾ, ਉਹਨੂੰ ਰੰਪ ਕਹਿੰਦੇ ਨੇ। ਕਪਰਦਨ ਕੇਸਾਂ ਦਾ ਛਤਰ ਛਤੇ। ਹਾਂ, ਜਿਹੜਾ ਤੇਰੇ ਸਿਰ ਤੇ ਕੇਸਾਂ ਦਾ ਜੂੜਾ ਹੈ ਉਹੀ ਛਤਰ ਹੈ। ਉਹ ਜੂੜਾ ਨਹੀਂ ਆਪਣਾ ਕੇਸਾਂ ਦਾ। ਕੇਸ ਖੁੱਲੇ ਨਹੀਂ ਛੱਡ ਸਕਦੇ ਅਸੀਂ, ਜੜਾਂ ਨਹੀਂ ਖੁੱਲੀਆਂ ਛੱਡ ਸਕਦੇ। ਦਾੜਾ ਦਾ ਖੁੱਲਾ ਰੱਖਣਾ, ਕੇਸ ਨਹੀਂ ਖੁੱਲੇ ਰੱਖ ਸਕਦੇ, ਫਿਰ ਜੜਾਂ ਬਣ ਜਾਣਗੀਆਂ। ਤਾਂ ਰੰਪ ਕਪਰਦਨ ਕਿਹਾ ਹੋਇਆ। ਛਤਰ ਛਤੇ, ਇਹ ਤੇਰੇ ਉੱਤੇ ਛਤਰ ਇਹੀ ਆ, ਜੂੜਾ ਹੀ ਛਤਰ ਹੈ। ਹਾਂਜੀ। ਅਸੁਰ ਬਿਹੰਡਣ, ਦੁਸ਼ਟ ਨਿਕੰਦਨ, ਪੁਸ਼ਟ ਉਦੰਡਣ ਰੂਪ ਅਤੇ ਅਸੁਰ, ਅਸੁਰ ਨਹੀਂ ਆਸੁਰੀ ਹੈ। ਆਸੁਰੀ ਬਿਹੰਡਣ, ਅਸੁਰੀ ਬਿਹੰਡਣੀ। ਉਹੀ ਕਰਨਾ ਆਸੁਰੀ। ਆਸੁਰੀ ਉਹੀ ਆ ਗਿਆ ਨਾ ਜੋ ਮਨਮਤ ਹੈ। ਮਨਮਤ ਸਾਡੀ ਆਪਣੀ ਜਿਹੜੀ ਮਰਜ਼ੀ ਆ, ਆਸੁਰੀ ਹੈ ਉਹ। ਸਾਡੀ ਜਿਹੜੀ ਕਲਪਨਾ ਆਸੁਰੀ ਹੈ, ਆਸੁਰੀ ਬਿਹੰਡਣੀ। ਉਹ ਬਿਹੰਡਣ ਹੈ। ਉਹ ਬਿਹੰਡਣ ਹੁੰਦਾ, ਬਹਿਣ ਰੋਕ ਦੇਣਾ ਉਹਦਾ। ਬਹਿਣ ਜਿਹੜਾ ਬਹਿ ਰਹੀ ਹੈ ਨਾ, ਪਿੱਛੇ ਮੋੜ ਦੇਣਾ। ਗੰਗਾ ਦੇ ਵਿੱਚ ਜਮਨਾ ਨੂੰ ਡੱਕ ਦੇਣਾ, ਮੂਹਰੇ ਤੇ ਗੰਗਾ ਚ ਬੁਲਾ ਦੇਣਾ, ਪੁੱਠੀ ਕਰ ਦੇਣਾ। ਉਲਟੀ ਗੰਗਾ ਜਮਨ ਬੁਲਾਈ, ਜਮਨਾ ਨੂੰ ਉਲਟੀ ਗੰਗਾ ਚ ਬੁਲਾ ਦੇਣਾ। ਜਮਨਾ ਨੂੰ ਰੋਕ ਕੇ ਵੱਢ ਕੇ ਉਹਦਾ ਡੱਕਾ ਗੰਗਾ ਚ ਪਾ ਦੇਣਾ। ਗੰਗਾ ਜਦੋਂ ਜਾਂਦੀ ਉਧਰ ਨੂੰ ਜਾਵੇ। ਆਪਣੀ ਮਰਜ਼ੀ ਰੋਕ ਕੇ ਗੁਰੂ ਦੀ ਮਰਜ਼ੀ ਰਲਾ ਦੇਣੀ, ਗੁਰੂ ਜਿੱਧਰ ਨੂੰ ਲੈਂਦਾ ਜਾਵੇ। ਆਪਣਾ ਭਾਣੇ ਦੇ ਬਜਾਏ ਗੁਰ ਕੇ ਭਾਣੇ ਚੱਲਣਾ, ਇਹਨੂੰ ਕਹਿੰਦੇ ਨੇ। ਆ ਮਤਲਬ ਹੈ ਇਸ ਗੱਲ ਦਾ। ਆਸੁਰੀ ਬਿਹੰਡਣ, ਬਹਿਣ ਨੂੰ ਰੋਕ ਦੇਣਾ। ਉਹ ਵੱਧ ਥੀਵੇ ਦਰਿਆਓ, ਟੁੱਟਣਾ ਥੀਵੇ ਬਾਹੜਾ। ਟੁੱਟਣਾ ਥੀਵੇ ਬਾਹੜਾ। ਦਰਿਆ ਦਾ ਜ਼ਰੂਰ ਬਣਾਉਣਾ ਅਸੀਂ, ਪਰ ਟੁੱਟ ਨਾ ਜਾਵੇ, ਫਿਰ ਇਹ ਧਿਆਨ ਵੀ ਰੱਖਣਾ। ਇਹ ਕਲਪਨਾ ਦਾ ਦਰਿਆ ਅੱਗੇ ਰੋਕਣਾ ਤਾਂ ਹੈ। ਆਸੁਰੀ ਨਦੀ ਦਾ ਰੋਕਣੀ ਹੈ ਜ਼ਰੂਰ, ਕਾਲੀ ਧਾਰ ਤਾਂ ਰੋਕਣੀ ਹੈ, ਪਰ ਟੁੱਟਣ ਵੀ ਨਹੀਂ ਦੇਣੀ। ਧਿਆਨ ਇਹ ਵੀ ਰੱਖਣਾ। ਗੁਰ ਕੇ ਬਾਣੇ ਚੱਲਾਂਗੇ, ਚੱਲ ਰਹੀ ਹੈ
ਵੀ ਚੱਲ ਪੈਣਾ ਸੀ ਨਾਲ ਦੀ ਨਾਲੇ। ਜਿਹੜਾ ਇੱਕ ਪਾਸੇ ਦਰਿਆ ਬੰਦ ਕਰੀਦਾ, ਦੂਏ ਪਾਸੇ ਨਹਿਰ ਕੱਢ ਕੇ ਪਾਣੀ ਤੋਰਦੀ ਦਾ ਹੁੰਦਾ। ਜੇ ਤੋਰੀਏ ਨਾ ਫਿਰ ਤਾਂ ਟੁੱਟ ਜਾਊਗਾ। ਪਾਣੀ ਸਾਈਡ ਤੇ ਨੂੰ ਤੋੜ ਦੇਈਦਾ ਹੁੰਦਾ, ਨਹਿਰ ਤੈਨੂੰ ਤੋੜਤਾ। ਦੁਸ਼ਟ ਨਿਕੰਦਨ, ਦੁਸ਼ਟ ਨਿਕੰਦਨ, ਦੁਸ਼ਟਾਂ ਨੂੰ ਦੀ ਜੜ ਪੁੱਟਣ ਵਾਲੀਆਂ। ਕੰਧ ਹੁੰਦੀ ਹੈ ਜੜ, ਕੰਧ ਹੁੰਦਾ ਨਾ ਮੁਕੰਦ, ਕੰਧ ਦਾ ਮਤਲਬ ਜੜ ਹੁੰਦਾ। ਪੁਸ਼ਟ ਉਦੰਡਨ ਰੂਪ ਅਤੇ ਪੁਸ਼ਟ ਉਦੰਡਨ, ਜਿਹੜੀ ਪੁਸ਼ਟਤਾ ਹੈ ਨਾ, ਪੁਸ਼ਟ ਜਿਹੜੇ ਸੰਤੋਖੀ ਨੇ, ਥੋੜੇ ਸੰਤੋਖੀ ਨੇ, ਸੰਤੋਖੀ ਤਾਂ ਹੈਗੇ ਨੇ 7 ਸੰਤੋਖੀ ਦੀ, ਉਹਨਾਂ ਨੂੰ ਉਦੰਡਨ ਹੋਰ ਸੰਤੋਖ ਦੇ ਰਹੀ ਹੈ, ਹੋਰ ਮਜ਼ਬੂਤ ਕਰ ਰਹੀ ਹੈ। ਰੂਪ ਅਤੇ ਅਰੇ ਰੂਪ ਵੀ ਉਹਦਾ ਸਮਾਨ ਰਹੀ ਹੈ, ਉਹਨਾਂ ਦਾ ਰੂਪ ਦੇਖੋ ਨਾ। ਸੰਤੋਖੀ ਜਦੋਂ ਹੋਰ ਵਧੀਆ ਸੰਤੋਖੀ, ਉਹਦਾ ਰੂਪ ਹੋਰ ਵਧੀਆ ਹੋਊ, ਉਹਦਾ ਰੂਪ ਸਮਾਰ ਰਹੀ ਹੈ। ਸੰਤੋਖ ਦਾ ਰੂਪ ਵਧੀਆ ਰੂਪ ਸੰਤੋਖ ਦਾ ਕਰ ਰਹੀ ਹੈ। 7 ਸੰਤੋਖ ਤੇ ਲੈ ਕੇ ਜਾਣਾ ਉਹਨੂੰ, ਸੰਤੋਖ ਨੂੰ 7 ਸੰਤੋਖ ਤੇ ਲੈ ਜਾਂਦੀ ਹੈ। ਹਾਂ, ਚੰਡਾ ਸੁਰ ਚੰਡਣੀ ਮੁੰਡ ਬਿਹੰਡਣ। ਦੇਖੋ ਇੱਕ ਚੰਡ ਹੈ, ਇੱਕ ਮੁੰਡ ਹੈ, ਦੋਵੇਂ ਭਾਈ ਨੇ। ਚੰਡ ਚੇਤਾ ਹੈ, ਮੁੰਡ ਦੂਆ ਹੈ, ਸਿਰ ਹੈ। ਸਿਰ ਹੈ ਮੁੰਡ, ਮੁੰਡ ਸਿਰ ਨੂੰ ਕਹਿੰਦੇ ਨੇ, ਮਨ ਮੁੰਡਿਓ ਨਹੀਂ। ਚੰਡਾ ਸੁਰ ਤਾਂ ਚੰਡਣਾ, ਚੰਡ ਕੇ ਤਾਂ ਕੰਮ ਲੈਣਾ। ਖੁਰਪਾ ਚੰਡੀ ਦਾ ਨਾ ਥੋੜੀ ਕਰੀਦਾ, ਖੁਰਪਾ ਚੰਡ ਕੇ ਤਾਂ ਕੰਮ ਲੈਂਦਾ, ਉਹਦਾ ਮੂੰਹ ਕੱਢਣਾ ਚੰਡ ਕੇ ਨਾ। ਚੰਡਾ ਸੁਰ ਤਾਂ ਚੰਡਣਾ, ਅਸੁਰ ਨਹੀਂ ਲਿਖਿਆ, ਚੰਡਾ ਸੁਰ ਲਿਖਿਆ ਹੈ। ਚੰਡਾ ਸੁਰ ਚੰਡਾ ਸੁਰ, ਹਾਂ ਸੁਰ ਹੈ ਉਹ, ਦੇਵ ਅੰਦਰਲਾ। ਚੰਡਾ ਸੁਰ ਚੰਡਣੀ, ਚੰਡਣ ਵਾਲੀ ਆ ਉਹਨੂੰ। ਕੀ ਕਿਵੇਂ ਜਾਣਦੀ ਹੈ? ਮਤ ਆਰਨ ਵੇਦ ਹਥਿਆਰ ਹੈ। ਚੰਡਦੇ ਨਹੀਂ ਆਪਾਂ ਖੁਰਪਾ। ਆਰਨ ਮਤ ਵੇਦ ਹਥਿਆਰ, ਗਿਆਨ ਦਾ ਹਥਿਆਰ ਹੈ। ਥੱਲੇ ਆ ਮਤ ਹੈ ਆਰਨ। ਚੰਡਾ ਸੁਰ ਐ ਚੰਡਦੀ ਹੈ, ਸਮਝਿਆ ਨਹੀਂ? ਇਹ ਖੁਰਪਾ ਚੰਡਿਆ, ਖੁਰਪਾ ਹੀ ਸੀ ਵਿਚਾਰਾ। ਬੇਚੰਡਿਆ ਕੰਮ ਨਹੀਂ ਦਿੰਦਾ, ਚੰਡਿਆ ਕੰਮ ਦੇਣ ਲੱਗ ਗਿਆ। ਸਾਰਾ ਘਾਹ ਫੂਸ ਗੁੱਟਤਾ, ਫਸਲ ਵਧੀਆ ਹੋ ਗਈ। ਉਹ ਯਾਰ ਨਾ ਬੀਜਿਆ, ਜੇ ਚੰਡਿਆ ਖੁਰਪਾ ਸਾਰਾ ਜੜਾਂ ਪੱਟ ਦੂਗਾ। ਜਿਹੜਾ ਘਾਹ ਫੂਸ ਹੈ ਜੋ ਹੋਇਆ ਹੋਇਆ, ਖੁਰਪੇ ਨਾਲ ਗੁੱਟ ਦਈਦਾ। ਖੁਰਪੇ ਨਾਲ ਗੁੱਟ ਕੇ ਹੀ ਕਹਿ ਰਹੇ ਨਹੀਂ ਬੀਜ ਲੈਂਦੇ ਆਪਾਂ, ਗੜੇ ਬੀਜਣੇ ਹੁਣ ਤਾਂ ਖੁਰਪੇ ਨਾਲ ਗੱਡ ਕਹੀ ਚੰਡ ਲੈਂਦੇ ਆ। ਕਹੀ ਨਹੀਂ ਚੰਡੀ ਦੀ ਹੁੰਦੀ, ਫਾੜੇ ਵੀ ਚੰਡੀ ਨੇ, ਸਭ ਕੁਝ ਚੰਡੀ ਦਾ ਹੀ ਹੈ। ਖੇਤੀ ਦਾ ਸਮਾਨ ਚੰਡਣ ਵਾਲੀ ਆ। ਹਾਂ, ਮੁੰਡ ਬਿਹੰਡਣ, ਚੰਡਦੀ ਕਿਵੇਂ? ਆਹਰਣ ਮਤ ਵੇਦ ਹਥਿਆਰ, ਹਥਿਆਰ ਥੋੜਾ। ਹਾਂ, ਮੁੰਡ ਬਿਹੰਡਣ। ਆ ਜਿਹੜਾ ਮੁੰਡਾ ਮਨ, ਇਹਦਾ ਕੀ ਕਰਨਾ? ਇਹਨੂੰ ਤਾਂ ਮੁੰਨਣਾ ਹੀ ਆ, ਇਹਦੀ ਤਾਂ ਕਲਪਨਾ ਹੀ ਬੰਦ ਕਰਨੀ ਆ ਵੀ ਬਸ ਤੇਰਾ ਹੋਰ ਕੁਛ ਨਹੀਂ। ਹੰਡਣਾ ਹੁੰਦਾ ਭੁੱਬਣਾ ਫਿਰਨਾ। ਇਹ ਮਨ ਦੌੜਦਾ ਬਹੁਤ ਹੈ। ਹੰਡਣਾ ਕਹਿੰਦੇ ਭੱਜਣਾ। ਹੰਡੇ ਉਹਨ ਕਤਾਇਆ ਦਾ, ਤੁਰਿਆ ਫਿਰਦਾ ਮਨ। ਇਹਨੂੰ ਰੋਕਣਾ ਤੁਰਨ ਫਿਰਨ ਤੇ, ਬਸ ਇਹਨੂੰ ਤਾਂ ਕਹਿਣਾ ਤੂੰ ਬਹਿ ਜਾ ਭਾਈ ਟਿਕ ਕੇ। ਬਿਹੰਡਣ ਕਰਨਾ, ਥਿਰ ਕਰਨਾ। ਆਹੋ, ਇਹਨੂੰ ਰੋਕਣਾ ਹੀ ਆ, ਥਿਰੇ ਕਰਨਾ। ਧੂਮਰ ਬਿੰਦੁਸਣ, ਧੂਮਰ ਬਿੰਦੁਹੰਸਨ, ਜਿਹੜਾ ਅਗਿਆਨਤਾ ਵਿੱਚ ਭਰਮ ਹੈ ਉਹਦਾ ਨਾਸ਼ ਕਰਨਾ। ਧੂਮਰ ਧੂਮਰ ਭਰਮੇ ਹੈ ਉਹ ਧੂਆਂ। ਬੁਝ ਗਈ ਆਗ ਨਿਕਸੇ ਨਾ, ਤ੍ਰਿਸ਼ਨਾ ਦੀ ਅੱਗ ਬੁਝਾ ਦੇਣੀ ਆ ਮਨ ਦੀ, ਤਾਂ ਬੈਠੂਗਾ। ਤੂੰ ਆਪੇ ਹੀ ਖਤਮ ਹੋ ਜਾਣਾ। ਧੂਮਰ ਬਿੰਦੁਹੰਸਨ ਮਹਿਕ ਮਤੇ, ਮਹਿਕ ਮਤੇ। ਬਸ ਇਹ ਤੇਰੀ ਮਤੀ ਕੀ ਹੈ? ਉਹਦੇ ਚ ਮਹਿਕ ਮਤੇ, ਇਹੀ ਤੇਰੀ ਜਿਹੜੀ ਮਤ ਹੈ ਨਾ, ਇਹ ਮਹਿਕ ਹੈ। ਮਹਿਕ ਮਤੇ, ਮਹਿਕ ਇੱਥੇ ਮਹਿਕ ਦੀ ਸੈਂਸ ਵਿੱਚ ਆਊ। ਇਹ ਖੁਸ਼ਬੂ ਪੈਦਾ ਕਰਨ ਵਾਲੀ ਹੈ। ਦਾਨਵੀ ਪ੍ਰਹਾਰਨ ਨਰਕ ਨਿਵਾਰਨ, ਦਾਨਵਾਂ ਦੇ ਉੱਤੇ ਪ੍ਰਹਾਰ ਕਰਦੀ ਹੈ। ਦਾਨਵ ਜਿਹੜੇ ਨੇ ਦੇਵਤੇ ਉਲਟ ਦਾਨਵ ਨੇ, ਪ੍ਰਹਾਰ ਕਰਨ ਵਾਲੀ ਹੈ। ਨਰਕ ਨਿਵਾਰਨ, ਉਹਨਾਂ ਦਾ ਪ੍ਰਹਾਰ ਕਰਕੇ ਨਰਕੇ ਦੂਰ ਕਰਦੀ ਹੈ, ਨਰਕੇ ਨਿਵਾਰਦੀ ਹੈ। ਦੇਖੋ, ਪ੍ਰਹਾਰ ਕਰਦੀ ਹੈ ਨਰਕ ਨਿਵਾਰਨ ਵਾਸਤੇ। ਉਹਨਾਂ ਦੇ ਔਗਣ ਦੱਸ ਕੇ, ਔਗਣ ਕਹਿੰਦੀ ਹੈ ਵੀ ਔਗਣ ਛੱਡ ਦਿਓ, ਨਰਕ ਨੂੰ ਜਾਣ ਦੇ ਬਚ ਜਾਓਗੇ। ਹਾਂ, ਆਦਮ ਉਦਾਹਰਨ ਉਰਦ ਅਦੇ, ਆਦਮ ਉਦਾਹਰਨ
ਅੱਧਾ ਉਧਰਿਆ ਹੋਇਆ ਹੈ, ਮਨ ਮਾਇਆ 'ਚ ਫਸਿਆ ਹੋਇਆ। ਮਨ ਨੂੰ ਉਦਾਹਰਨ ਫਸਿਆ ਮਨੇ ਹੈ ਨਾ, ਅਦਮ ਉਦਾਹਰਨ ਜਿਹੜੇ ਅਧ ਵਿਚਾਲੇ ਫਸੇ ਨੇ ਨਾ ਦੁਚਿੱਤੀ 'ਚ, ਉਹ ਦੁਚਿੱਤੀ 'ਚ ਉਹ ਉਦਾਹਰਨ ਨੇ ਜਿਹੜੇ ਕਬੀਰ ਸੀਗਾ ਨਾ ਚਾਹੁੰਦਾ, ਜਿਹੜਾ ਚਾਹੁੰਦਾ ਹੈ ਉਦਾਹਰਨ ਆਪਣਾ, ਪਰ ਉਹਨੂੰ ਪਤਾ ਹੈ ਨਹੀਂ, ਅਧ ਵਿਚਾਲੇ ਫਸਿਆ ਹੋਇਆ, ਉਹਨਾਂ ਦਾ ਉਦਾਹਰ ਕਰ ਦਿੱਤੀ। ਉਰਦ ਅਦੇ ਉਰਦ ਅਦੇ ਜੈ ਜੈ ਹੋਸੀ ਮੈਂ ਕਾ ਸੁਰ ਮਰਦਨ ਰੰਪਕ ਮਰਦਨ ਆਦ ਮ੍ਰਿਤ। ਇਸ ਕਰਕੇ ਤੇਰੀ ਜੈ ਜੈਕਾਰ ਹੋ ਰਹੀ ਹੈ। ਮੈਂ ਖਾਸੁਰ ਮਰਦਨ, ਤੇਰੇ ਸਿਰ ਤੇ ਜੂੜਾ ਕੇਸਮ ਦਾ ਧਾਰਨ ਕੀਤਾ ਹੋਇਆ। ਤੇਰੇ ਜਿਹੜੀਆਂ ਕੇਸ ਨੇ ਜਿਹੜੇ ਨਿਕਲਦੇ ਨੇ ਉੱਤੇ ਨੂੰ ਇੱਛਾਵਾਂ ਨਿਕਲਦੀਆਂ ਨਹੀਂ, ਬੰਨ ਕੇ ਰੱਖੇ ਹੋਇਆ। ਤੇਰਾ ਮਨ ਕਾਬੂ 'ਚ ਹੈ। ਮਹਿਕ ਅਤੇ ਰੰਪਕ ਮਰਦਨ ਆਦ ਮ੍ਰਿਤ। ਆਦ ਬ੍ਰਤੇ ਤੂੰ ਆਦ ਤੋਂ ਲੈ ਕੇ ਸੁਭਾ, ਪਹਿਲਾਂ ਤੋਂ ਲੈ ਕੇ ਤੇਰੀ ਵਰਤੀ ਇਹੀ ਹੈ, ਤੇਰਾ ਸੁਭਾਅ ਇਹ ਜਿਹਾ ਹੀ ਹੈ। ਆਦ ਤੋਂ ਲੈ ਕੇ ਸੁਭਾਅ ਹੈ ਤੇਰਾ ਇਹ।